ਹੈਲੋ ਆਦਾਬ ਐਂਡ ਸਤਿ ਸ਼੍ਰੀ ਅਕਾਲ ਜੀ। ਸਪੀਰੀਅਰ ਸਟੱਡੀ ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਹੈ। ਆਪਣੇ ਇਸ ਚੈਨਲ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ। ਭਾਰਤੀ ਸੰਵਿਧਾਨ ਨਾਲ ਸੰਬੰਧਿਤ ਬਹੁਤ ਸਾਰੇ ਕੁਐਸਚਨ ਤੇ ਨਾਲ ਦੀ ਨਾਲ ਹੀ ਰਾਜਨੀਤੀ ਸ਼ਾਸਤਰ ਨਾਲ ਸੰਬੰਧਿਤ ਉਹ ਸਾਰੇ ਕੁਐਸਚਨ ਜਿਹੜੇ ਕਿ ਐਗਜ਼ਾਮ ਦੇ ਵਿੱਚ ਆ ਚੁੱਕੇ ਨੇ ਤੇ ਜਿਨ੍ਹਾਂ ਦੇ ਆਉਣ ਦੀ ਪੂਰੀ ਸੰਭਾਵਨਾ ਹੈ। ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਮਿਲੇ ਕਿ ਉਹਨਾਂ ਨੂੰ ਜਿਹੜੀ ਇਹ ਪੋਲਿਟੀ ਹੈ ਉਹ ਕਾਫੀ ਡਿਫੀਕਲਟ ਲੱਗਦੀ ਹੈ, ਯਾਦ ਨਹੀਂ ਰਹਿੰਦੀਆਂ ਚੀਜ਼ਾਂ, ਖਾਸ ਕਰਕੇ ਉਹ ਸਾਰੇ ਕੁਐਸਚਨਸ ਜੋ ਕਿ ਐਕਟ ਦੇ ਨਾਲ ਰਿਲੇਟ ਕਰਦੇ ਨੇ। ਵੱਖ-ਵੱਖ ਐਕਟ ਜਿਹੜੇ ਆਏ ਸੀਗੇ ਸੰਵਿਧਾਨ ਸਭਾ ਬਣਨ ਤੋਂ ਪਹਿਲਾਂ, ਸੰਵਿਧਾਨ ਬਣਨ ਤੋਂ ਪਹਿਲਾਂ, ਤੇ ਉਸ ਦੇ ਨਾਲ ਸੰਵਿਧਾਨ ਬਣਨ ਵੇਲੇ ਦੀਆਂ ਜਿਹੜੀਆਂ ਵੀ ਗੱਲਾਂ ਨੇ ਉਹਨਾਂ ਨਾਲ ਰਿਲੇਟਡ ਜਿਹੜੇ ਕੁਐਸਚਨ ਆਉਂਦੇ ਨੇ ਉਹ ਕਾਫੀ ਟਫ ਨੇ। ਤਾਂ ਉਹਨਾਂ ਸਾਰਿਆਂ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਅੱਜ ਦਾ ਜਿਹੜਾ ਵੀਡੀਓ ਲੈਕਚਰ ਬਣਾਇਆ ਤੇ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਸਾਰਿਆਂ ਨੇ ਕੰਟੀਨਿਊਸਲੀ ਪੂਰੇ ਦਾ ਪੂਰਾ ਲੈਕਚਰ ਦੇਖਣਾ ਬਿਨਾਂ ਸਕਿਪ ਕੀਤੇ, ਕਿਉਂਕਿ ਇੱਕ ਵੀ ਗੱਲ ਇਹੋ ਜਿਹੀ ਨਹੀਂ ਹੋਵੇਗੀ ਜੋ ਕਿ ਬੇਸਲੈਸ ਹੋਏਗੀ। ਠੀਕ ਹੈ, ਹਰ ਇੱਕ ਪੁਆਇੰਟ ਤੁਹਾਡੇ ਲਈ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਾਂ ਕੋਈ ਵੀ ਇੱਧਰ ਉੱਧਰ ਦੀਆਂ ਫਾਲਤੂ ਗੱਲਾਂ ਨਹੀਂ ਕਰਨੀਆਂ, ਸਿਰਫ ਟੂ ਦੀ ਪੁਆਇੰਟ ਕੁਐਸਚਨਸ ਕਰਾਂਗੇ। ਠੀਕ ਹੈ ਜੀ। ਇਸ ਤੋਂ ਪਹਿਲਾਂ ਜਿਹੜਾ ਆਪਾਂ ਲੈਕਚਰ ਬਣਾਇਆ ਉਹ ਵੀ ਤੁਹਾਡੇ ਵੱਲੋਂ ਡਿਮਾਂਡ ਸੀ ਰਿਟ ਤੇ ਅਲੱਗ-ਅਲੱਗ ਜਿਹੜੀਆਂ ਰਿਟਸ ਨੇ ਉਹਨਾਂ ਬਾਰੇ ਆਪਾਂ ਲੈਕਚਰ ਬਣਾ ਚੁੱਕੇ ਹਾਂ। ਉਸ ਦਾ ਲਿੰਕ ਮਿਲੇਗਾ ਜੀ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ। ਠੀਕ ਹੈ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਸੋ ਜ਼ਿਆਦਾ ਸਮਾਂ ਨਾ ਲਗਾਉਂਦੇ ਹੋਏ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਅੱਜ ਦਾ ਲੈਕਚਰ, ਜੋ ਕਿ ਬਹੁਤ ਹੀ ਇੰਟਰਸਟਿੰਗ ਰਹੇਗਾ ਤੇ ਤੁਸੀਂ ਬਿਲਕੁਲ ਨਹੀਂ ਕਹੋਗੇ ਕਿ ਹੁਣ ਮੈਨੂੰ ਜਿਹੜੀ ਪੋਲਿਟੀ ਦੇ ਇਹ ਵਾਲੇ ਸੈਕਸ਼ਨ ਔਖੇ ਲੱਗਦੇ ਨੇ। ਠੀਕ ਹੈ, ਇਹ ਮੈਨੂੰ ਪੂਰਾ ਵਿਸ਼ਵਾਸ ਹੈ। ਚਲੋ ਲੈਟ ਅਸ ਸਟਾਰਟ ਦ ਲੈਕਚਰ। ਹਾਂਜੀ, ਤਾਂ ਸਾਡਾ ਪਹਿਲਾ ਕੁਐਸਚਨ ਰਹੇਗਾ ਸੰਵਿਧਾਨ ਸਭਾ ਬਣਾਉਣ ਲਈ ਯਤਨਸ਼ੀਲ ਨੇਤਾ ਸੀਗੇ ਜਿਹੜੇ, ਮਤਲਬ ਜਿਨ੍ਹਾਂ ਨੇ ਸਹਿਯੋਗ ਦਿੱਤਾ ਸੰਵਿਧਾਨ ਸਭਾ ਬਣਾਉਣ ਦੇ ਵਿੱਚ ਤੇ ਉਸ ਤੋਂ ਬਾਅਦ ਸੰਵਿਧਾਨ ਬਣਾਉਣ ਦੇ ਵਿੱਚ। ਠੀਕ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਚੁਣਿਆ ਗਿਆ ਸੀ? ਹਾਂਜੀ, ਅਪਰਤੱਖ ਚੋਣਾਂ ਰਾਹੀਂ। ਇੰਡਾਇਰੈਕਟ ਜਿਹੜੇ ਇਲੈਕਸ਼ਨ ਸੀਗੇ ਉਹ ਹੋਏ ਸੀ ਤੇ ਉਹਨਾਂ ਰਾਹੀਂ ਉਹਨਾਂ ਦੀ ਚੋਣ ਕੀਤੀ ਗਈ ਸੀ। ਕਿਸਨੇ ਜੀ? ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੁਆਰਾ। ਠੀਕ ਹੈ, ਪ੍ਰੋਵਿੰਸ਼ੀਅਲ ਲੈਜਿਸਲੇਟਿਵ ਜਿਹੜੀ ਅਸੈਂਬਲੀ ਸੀ ਉਹਨਾਂ ਦੇ ਵੱਖ-ਵੱਖ ਮੈਂਬਰਾਂ ਨੇ ਉਹਨਾਂ ਦੀ ਚੋਣ ਕੀਤੀ ਸੀ। ਬਕਾਇਦਾ ਉਹਨਾਂ ਦੀ ਚੋਣ ਹੋਈ ਸੀ। ਇਸ ਤਰ੍ਹਾਂ ਨਹੀਂ ਸੀ ਕਿ ਜਿਹੜੇ ਮੂਰੇ ਸੀਗੇ ਜਾਂ ਅਗਵਾਈ ਕਰਨ ਵਾਲੇ ਬੰਦੇ ਸੀ ਉਹੀ ਸਾਰੇ ਸ਼ਾਮਿਲ ਕਰ ਲਏ। ਨਹੀਂ ਜੀ, ਪ੍ਰੋਪਰ ਚੋਣ ਹੋਈ ਸੀ, ਅਪਰਤੱਖ ਚੋਣ। ਠੀਕ ਹੈ ਜੀ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਕਿ 2 ਦੀ ਪੁਆਇੰਟ ਪੁੱਛਿਆ ਜਾਂਦਾ ਹੈ ਐਗਜ਼ਾਮ ਦੇ ਵਿੱਚ ਕਿ ਸੰਵਿਧਾਨ ਨੂੰ ਬਣਾਉਣ ਦੇ ਲਈ ਕਿੰਨਾ ਸਮਾਂ ਲੱਗਿਆ ਸੀ? ਹਾਂਜੀ, ਆਲਮੋਸਟ 3 ਸਾਲ ਲੱਗ ਗਏ ਸੀ, ਪਰ ਸਾਨੂੰ ਐਗਜ਼ੈਕਟ ਜਿਹੜਾ ਪੁੱਛੇ ਜਾਂਦੇ ਨੇ ਨੰਬਰਾਂ ਦੇ ਵਿੱਚ, ਤਾਂ ਇਸ ਕਰਕੇ ਸਾਡੇ ਲਈ ਜਾਣਨਾ ਜ਼ਰੂਰੀ ਹੈ। ਹਾਂਜੀ, ਤਾਂ 2 ਸਾਲ 11 ਮਹੀਨੇ ਤੇ 18 ਦਿਨ। ਠੀਕ ਹੈ, 2 ਸਾਲ 11 ਮਹੀਨੇ 18 ਦਿਨ। ਵੈਸੇ ਤਾਂ ਜੇ ਤੁਸੀਂ ਇਹਨਾਂ ਨੂੰ 3-4 ਵਾਰ ਪੜ੍ਹੋਗੇ ਤਾਂ ਆਟੋਮੈਟਿਕਲੀ ਤੁਹਾਨੂੰ ਯਾਦ ਹੋ ਜਾਏਗਾ, ਬਟ ਜੇਕਰ ਨਹੀਂ ਬਾਈ ਚਾਂਸ ਤੁਸੀਂ ਭੁੱਲ ਜਾਂਦੇ ਹੋ ਜਾਂ ਕਨਫਿਊਜ਼ ਹੋ ਜਾਂਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ 2 ਦਾ ਜੇ ਅਸੀਂ ਕਿਊਬ ਕਰ ਦਈਏ, ਠੀਕ ਹੈ, 2 ਨੂੰ ਜਾਣੀ ਅਸੀਂ 3 ਵਾਰ ਕੀ ਕਰ ਦਈਏ, ਗੁਣਾ ਕਰ ਦਈਏ ਤਾਂ ਸਾਨੂੰ 8 ਮਿਲਦਾ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਕਿਸ ਤਰ੍ਹਾਂ ਜੀ? ਦੁਬਾਰਾ ਮੈਂ ਦੱਸਦੀ ਹਾਂ ਤੁਹਾਨੂੰ। 2 ਉਹਨੂੰ ਕਿੰਨੇ ਵਾਰੀ ਗੁਣਾ ਕਰਨਾ? 1 2 3 ਵਾਰੀ। ਠੀਕ ਹੈ, ਤੇ ਲਾਸਟ ਦੇ ਵਿੱਚ ਕਿੰਨਾ ਮਿਲੂਗਾ ਤੁਹਾਨੂੰ? 8 ਮਿਲ ਜੂਗਾ। ਤਾਂ ਕੀ ਬਣ ਗਿਆ ਸਾਡੇ ਕੋਲੇ? 2 11 18। ਠੀਕ ਹੈ, ਯਾਨੀ ਕਿ 2 ਸਾਲ 11 ਮਹੀਨੇ 18 ਦਿਨ। ਇਜ਼ ਦੈਟ ਕਲੀਅਰ? ਆਈ ਥਿੰਕ ਤੁਹਾਨੂੰ ਇਹ ਯਾਦ ਹੋ ਗਿਆ ਹੋਏਗਾ। ਨੈਕਸਟ ਅਸੀਂ ਦੇਖਦੇ ਹਾਂ ਜੀ ਕੁੱਲ ਸੈਸ਼ਨ ਕਿੰਨੇ ਹੋਏ ਸੀਗੇ ਇਸ ਨੂੰ ਤਿਆਰ ਕਰਨ ਦੇ ਸਮੇਂ। ਕੁੱਲ ਸੈਸ਼ਨ ਜਿਹੜੇ ਹੋਏ ਸੀ ਉਹ 11 ਸੈਸ਼ਨ ਹੋਏ ਸੀ ਜੀ। ਠੀਕ ਹੈ, 11 ਸੈਸ਼ਨ ਹੋਏ ਸੀ। ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਡਾਟਾ। ਠੀਕ ਹੈ, ਤਾਂ ਕਿੰਨੇ ਦਿਨਾਂ ਦੇ ਵਿੱਚ? 165 ਦਿਨਾਂ ਦੇ ਵਿੱਚ 11 ਸੈਸ਼ਨ ਹੋਏ। 165 ਦਿਨਾਂ ਦੇ ਵਿੱਚੋਂ ਜਿਹੜੇ 114 ਦਿਨ ਸੀ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਡਿਸਕਸ਼ਨ ਕੀਤਾ ਗਿਆ ਸੰਵਿਧਾਨ ਦੇ ਉੱਤੇ। ਜੋ ਵੀ ਖਰੜਾ ਤਿਆਰ ਹੋਇਆ ਸੀ ਉਹਦੇ ਉੱਤੇ ਡਿਸਕਸ਼ਨ ਚੱਲਿਆ ਜੀ। ਕਿੰਨੇ ਦਿਨ? 114 ਦਿਨ। ਕੁੱਲ ਸੈਸ਼ਨ ਕਿੰਨੇ ਹੋਏ ਸੀ? ਹਾਂਜੀ 11। ਕਿੰਨੇ ਦਿਨ ਚੱਲੇ? 165, ਤੇ ਪ੍ਰੋਪਰ ਡਿਸਕਸ਼ਨ ਹੋਇਆ 114 ਦਿਨ। ਠੀਕ ਹੈ, ਨੈਕਸਟ ਕੁਐਸਚਨ ਵੀ ਇਹਦੇ ਨਾਲ ਹੀ ਮਿਲਦਾ ਜੁਲਦਾ ਹੈ। ਵਿਧਾਨ ਸਭਾ ਦੇ ਜਿਹੜੇ ਮੈਂਬਰ, ਹੁਣ ਦੇਖੋ ਜਿਹੜੇ ਵਿਧਾਨ ਸਭਾਵਾਂ ਦੇ ਮੈਂਬਰ ਆ ਆਟੋਮੈਟਿਕਲੀ ਉਹਨਾਂ ਚੋਂ ਚੁਣ ਕੇ ਹੀ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਸੀ ਉਹ ਬਣੇ। ਠੀਕ ਹੈ, ਤਾਂ ਹੁਣ ਇਹ ਟੋਟਲ ਕਿੰਨੇ ਸੀ ਉਹ ਅਸੀਂ ਦੇਖ ਲੈਂਦੇ ਹਾਂ। ਦੇਖੋ, ਵੰਡ ਹੋਣ ਤੋਂ ਪਹਿਲਾਂ, ਯਾਨੀ ਕਿ ਭਾਰਤ ਦੀ ਵੰਡ ਹੋਣ ਤੋਂ ਪਹਿਲਾਂ ਇਹਨਾਂ ਦੀ ਸੰਖਿਆ ਸੀਗੀ 399 389, ਪਰ ਵੰਡ ਹੋਣ ਤੋਂ ਬਾਅਦ ਤਾਂ ਕਿੰਨੇ ਰਹਿ ਗਏ ਸੀ ਜੀ? ਇਹ ਰਹਿ ਗਏ ਸੀ 299। ਠੀਕ ਹੈ, ਕਿਉਂਕਿ ਉਹਨਾਂ ਚੋਂ ਅੱਧੇ ਜਿਹੜੇ ਪਾਕਿਸਤਾਨ ਚਲੇ ਗਏ ਸੀ, ਵੰਡ ਹੋ ਗਈ ਸੀਗੀ, ਤਾਂ ਪਾਰਟੀਸ਼ਨ ਤੋਂ ਬਾਅਦ ਕਿੰਨੇ ਬਚੇ? 299 ਮੈਂਬਰ ਹੀ ਬਚੇ ਸੀ।
ठीक है जी। नैक्सट है साडे कोले संविधान सभा बनाउण दी मंग किहने कीती सी। सब तो पहला गल किहने उठाई सी, मुद्दा किहने उठाया सी कि संविधान सभा होनी चाहिए आ, उहदे द्वारा संविधान बनाया जाए। ठीक है, तो इहदे जिहड़ा संगठन आ ਜਾਂ संविधान सभा ਨੂੰ ਬਣਾਉਣ ਦਾ ਜਿਹੜੀ ਮੰਗ ਆ ਗਈ ਉਹ ਸਭ ਤੋਂ ਪਹਿਲਾਂ ਉਠਾਈ ਸੀ ਜੀ M.N. ਰॉय ਨੇ। ਦਾ ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਹੈ, M.N. ਰॉय। ਓਕੇ, ਨੈਕਸਟ ਕੁਐਸਚਨ ਹੈ ਜੀ ਸਾਡਾ ਸੰਵਿਧਾਨ ਸਭਾ ਨੇ ਕੰਮ ਕਦੋਂ ਸ਼ੁਰੂ ਕੀਤਾ। ਹਾਂਜੀ ਦੇਖੋ, ਚੋਣ ਉਹਨਾਂ ਦੀ ਚੋਣ ਹੋ ਗਈ ਨਾ ਅਪ੍ਰਤੱਖ ਚੋਣਾਂ ਦੁਆਰਾ, ਤਾਂ ਹੁਣ ਕੰਮ ਵੀ ਸ਼ੁਰੂ ਕਰਨਾ ਸੀ। ਕੰਮ ਉਹਨਾਂ ਨੇ ਕਦੋਂ ਸ਼ੁਰੂ ਕੀਤਾ ਜੀ 9 ਦਸੰਬਰ 1946 ਨੂੰ, 9 ਦਸੰਬਰ 1946 ਨੂੰ। ਠੀਕ ਹੈ, ਤਾਂ ਉਸ ਤੋਂ ਬਾਅਦ 1947 ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਆਜ਼ਾਦ ਹੋ ਗਿਆ ਸੀਗਾ, ਤਾਂ 9 ਦਸੰਬਰ ਯਾਦ ਰੱਖਣਾ ਹੈ। ਠੀਕ ਹੈ, ਨੈਕਸਟ ਹੈ ਜੀ ਭਾਰਤ ਦੀ ਪਹਿਲੀ ਅੰਤਰਿਮ ਰਾਸ਼ਟਰੀ ਸਰਕਾਰ ਕਦੋਂ ਬਣੀ। ਪਹਿਲੀ ਅੰਤਰਿਮ ਰਾਸ਼ਟਰੀ ਸਰਕਾਰ ਆ ਜਿਹੜੀ ਉਹ ਕਦੋਂ ਬਣੀ ਸੀ, ਉਹ ਬਣੀ ਸੀ ਜੀ 2 ਸਤੰਬਰ 1946 ਨੂੰ। ਕਿਹਦੀ ਪ੍ਰਧਾਨਗੀ ਹੇਠ, ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ। ਠੀਕ ਹੈ, ਜਿਹਦਾ ਮੁੱਖ ਕੰਮ ਕੀ ਸੀਗਾ, ਪਹਿਲਾਂ ਸੰਵਿਧਾਨ ਸਭਾ ਦਾ ਨਿਰਮਾਣ, ਠੀਕ ਹੈ, ਉਸ ਤੋਂ ਬਾਅਦ ਸੰਵਿਧਾਨ ਬਣਾਉਣ ਦਾ ਕੰਮ, ਤਾਂ ਇਹਨੂੰ ਪਹਿਲੀ ਅੰਤਰਿਮ ਰਾਸ਼ਟਰੀ ਸਰਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਜ਼ ਦੈਟ ਕਲੀਅਰ। ਅੱਗੇ ਅਸੀਂ ਚੱਲਦੇ ਹਾਂ ਜੀ 6 ਨੰਬਰ ਕੁਐਸਚਨ ਹੈ ਸਾਡਾ, ਵੈਰੀ ਇੰਪੋਰਟੈਂਟ ਕੁਐਸਚਨ। ਐਂਗਲੋ ਇੰਡੀਅਨ ਕਮਿਊਨਿਟੀ ਰਿਪਰੈਜ਼ੈਂਟਡ ਬਾਈ। ਦੇਖੋ ਹੁਣ ਅਸੀਂ ਗੱਲ ਕਰ ਲਈ ਕਿ ਅਲੱਗ-ਅਲੱਗ ਜਿਹੜੇ ਮੈਂਬਰ ਸੀਗੇ ਉਹ ਸ਼ਾਮਿਲ ਸੀ, ਯਾਨੀ ਕਿ 299 ਮੈਂਬਰ ਸ਼ਾਮਿਲ ਸੀ। ਪਾਰਟੀਸ਼ਨ ਤੋਂ ਪਹਿਲਾਂ ਕਿੰਨੇ ਸੀਗੇ 399। ਤਾਂ ਉਹਨਾਂ ਮੈਂਬਰਾਂ ਦੇ ਵਿੱਚੋਂ ਜਿਹੜੇ ਐਂਗਲੋ ਇੰਡੀਅਨ ਸੀਗੇ, ਐਂਗਲੋ ਇੰਡੀਅਨ ਕਮਿਊਨਿਟੀ ਸੀ ਜਿਹੜੀ, ਉਹਦੀ ਰਿਪਰੈਜ਼ੈਂਟੇਸ਼ਨ ਕਿਹਨੇ ਕੀਤੀ ਸੀ, ਉਹਦੀ ਪ੍ਰਤੀਨਿਧਤਾ ਕਿਹਨੇ ਕੀਤੀ ਸੀ, ਤਾਂ ਓਬਵੀਅਸ ਆ ਕਿਸਨੇ ਕੀਤੀ ਹੋ, ਕਿਸੇ ਅੰਗਰੇਜ਼ ਨੇ ਹੀ ਕੀਤੀ ਹੋ। ਠੀਕ ਹੈ, ਤਾਂ ਉਹਨਾਂ ਦਾ ਨਾਮ ਸੀਗਾ ਜੀ ਫਰੈਂਕ ਐਂਥਨੀ। ਕੀ ਨਾਮ ਸੀ ਜੀ, ਫਰੈਂਕ ਐਂਥਨੀ। ਠੀਕ ਹੈ, ਐਂਗਲੋ ਸੀ ਤਾਂ ਓਬਵੀਅਸ ਆ ਕੀ ਹੋਊਗਾ ਫਿਰ, ਫਰੈਂਕ ਹੋਊਗਾ। ਇਸ ਤਰ੍ਹਾਂ ਤੁਸੀਂ ਇੱਕ ਟ੍ਰਿਕ ਜੀ ਬਣਾ ਕੇ ਯਾਦ ਕਰ ਸਕਦੇ ਹੋ। ਕਲੀਅਰ। ਨੈਕਸਟ ਹੈ ਜੀ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ, ਸਾਰੇ ਹੀ ਇੰਪੋਰਟੈਂਟ ਹੈ, ਕੋਈ ਹੈ ਹੀ ਨਹੀਂ ਇਹੋ ਜਿਹਾ ਕੁਐਸਚਨ ਜਿਹਨੂੰ ਆਪਾਂ ਛੱਡ ਸਕੀਏ। ਭਾਰਤ ਦੀ ਯੋਜਨਾ ਆਯੋਗ ਦੀ ਸਥਾਪਨਾ ਕਦੋਂ ਹੋਈ। ਜਿਹੜਾ 5 ਸਾਲਾ ਯੋਜਨਾ ਆਉਂਦੀ ਹੈ ਨਾ ਹਰ ਵਾਰ, ਤਾਂ ਉਹਦੀ ਸਥਾਪਨਾ ਐਕਚੁਅਲ ਦੇ ਵਿੱਚ ਕਦੋਂ ਹੋਈ ਸੀ। ਇਹ ਹੋਈ ਸੀ ਜੀ 1950 ਦੇ ਵਿੱਚ। ਠੀਕ ਹੈ, ਤੇ ਪਹਿਲੀ 5 ਸਾਲਾ ਯੋਜਨਾ ਸੀ ਜਿਹੜੀ, ਪਹਿਲਾ 5 ਈਅਰ ਪਲਾਨ ਕਦੋਂ ਸਾਹਮਣੇ ਆਇਆ ਸਾਡੇ 1951 ਦੇ ਵਿੱਚ, ਜਦੋਂ ਪਹਿਲੇ ਇਲੈਕਸ਼ਨ ਵੀ ਹੋਏ ਸੀ। ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ, ਇਹਦੇ ਨਾਲ ਹੀ ਰਿਲੇਟਡ ਇੱਕ ਹੋਰ ਕੁਐਸਚਨ ਹੈ, ਜਿਹੜੀ ਇਹ 5 ਸਾਲਾ ਯੋਜਨਾ 5 ਈਅਰ ਪਲਾਨ ਆ, ਠੀਕ ਹੈ, ਇਹ ਵਿਵਸਥਾ ਕਿੱਥੋਂ ਲਈ ਗਈ ਆ, ਕਿਹੜੀ ਕੰਟਰੀ ਤੋਂ ਲਈ ਗਈ ਹੈ, ਤਾਂ ਇਹ ਲਈ ਗਈ ਹੈ ਜੀ ਸੋਵੀਅਤ ਸੰਘ ਤੋਂ, USSR। ਠੀਕ ਹੈ, ਪਹਿਲਾਂ ਇਹਦਾ ਨਾਮ ਕੀ ਸੀ, USSR ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਬਾਅਦ ਦੇ ਵਿੱਚ ਰੂਸ ਪੈ ਗਿਆ, ਰਸ਼ੀਆ। ਠੀਕ ਹੈ, ਉੱਥੋਂ ਲਈ ਗਈ ਹੈ ਇਹ ਸੰਵਿਧਾਨਿਕ ਵਿਸ਼ੇਸ਼ਤਾ। ਵੈਰੀ ਇੰਪੋਰਟੈਂਟ ਕੁਐਸਚਨ, ਯਾਦ ਰੱਖਣਾ ਹੈ। ਕਲੀਅਰ। ਨੈਕਸਟ ਹੈ ਜੀ, ਇਹ ਕੁਐਸਚਨ ਬਹੁਤ ਘੱਟ ਮਿਲਦਾ ਸਾਨੂੰ ਬੁੱਕਸ ਦੇ ਵਿੱਚ, 8ਵਾਂ ਕੁਐਸਚਨ ਹੈ ਜਿਹੜਾ, ਧਿਆਨ ਨਾਲ ਦੇਖ ਲਿਓ ਇਹਨੂੰ। ਸੰਵਿਧਾਨ ਸਭਾ ਦੇ ਪਹਿਲੇ ਮੁਖੀ, ਇਹ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ ਹੈ ਪਹਿਲੇ ਮੁਖੀ, ਜਾਂ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ ਅਸਥਾਈ ਮੁਖੀ। ਆ ਤਾਂ ਸਭ ਨੂੰ ਪਤਾ ਕਿ ਸਥਾਈ ਕੌਣ ਸੀਗੇ। ਹਾਂਜੀ, ਸਥਾਈ ਕੌਣ ਸੀ, ਡਾਕਟਰ ਰਾਜਿੰਦਰ ਪ੍ਰਸਾਦ, ਉਹ ਤਾਂ ਸਭ ਨੂੰ ਪਤਾ, ਬਟ ਅਸਥਾਈ ਬਹੁਤ ਘੱਟ ਲੋਕਾਂ ਨੂੰ ਪਤਾ। ਤਾਂ ਅਸਥਾਈ ਸੀਗੇ ਜੀ, ਬਾਅਦ ਦੇ ਵਿੱਚ ਇਹਨਾਂ ਦੀ ਜਗ੍ਹਾ ਜਿਹੜੇ ਡਾਕਟਰ ਰਾਜਿੰਦਰ ਪ੍ਰਸਾਦ ਸੀਗੇ ਉਹਨਾਂ ਨੂੰ ਬਣਾ ਦਿੱਤਾ ਗਿਆ। ਪਹਿਲੇ ਸੀ ਜੀ ਡਾਕਟਰ ਸਚਿਦਾਨੰਦ ਸਿਨਹਾ, ਡਾਕਟਰ ਸਚਿਦਾਨੰਦ ਸਿਨਹਾ। ਨੈਕਸਟ ਮੋਸਟ ਇੰਪੋਰਟੈਂਟ ਕੁਐਸਚਨ, ਹਰ ਵਾਰ ਰਿਪੀਟ ਹੁੰਦਾ ਇਹ ਕੁਐਸਚਨ। ਠੀਕ ਹੈ, ਬਹੁਤ ਵਾਰ ਪੁੱਛਿਆ ਜਾਂਦਾ, ਬਸ ਇਹਦੇ 'ਚ ਉਲਝ ਜਾਂਦੇ ਆਪਾਂ। ਕਦੇ ਮਸੌਦਾ ਲਿਖ ਦਿੱਤਾ ਜਾਂਦਾ ਹੈ, ਠੀਕ ਹੈ, ਕਦੇ ਡਰਾਫਟਿੰਗ ਕਮੇਟੀ ਲਿਖ ਦਿੱਤਾ ਜਾਂਦਾ ਹੈ, ਤਾਂ ਕਰਕੇ ਥੋੜੀ ਉਲਝਣ ਹੋ ਜਾਂਦੀ ਹੈ। ਤਾਂ ਦੋਨੇ ਨਾਮ ਹੀ ਤੁਹਾਡੇ ਸਾਹਮਣੇ ਮੈਂ ਲਿਖਤੇ। ਇਹਦੇ ਅਧਿਆਕਸ਼ ਕੌਣ ਸੀ, ਇਹਦੇ ਮੁਖੀ ਕੌਣ ਸੀ, ਉਹ ਸੀਗੇ ਜੀ ਡਾਕਟਰ BR ਅੰਬੇਦਕਰ, ਜਿਨ੍ਹਾਂ ਨੂੰ ਕਿ ਹਾਂਜੀ ਸੰਵਿਧਾਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਦਾ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਇਜ਼ ਡਾਕਟਰ BR ਅੰਬੇਦਕਰ, ਭੀਮ ਰਾਓ ਅੰਬੇਦਕਰ, ਇੱਕ ਬਹੁਤ ਹੀ ਮਹਾਨ ਪਰਸਨੈਲਿਟੀ। ਠੀਕ ਹੈ, ਕਦੋਂ ਬਣੇ ਸੀ ਜੀ, ਇਹ ਚੀਜ਼ ਵੀ ਯਾਦ ਰੱਖਣੀ ਹੈ, 29 ਅਗਸਤ 1947 ਨੂੰ। ਹਾਂਜੀ, ਕਦੋਂ ਬਣੇ ਸੀ, 29 ਅਗਸਤ 1947 ਨੂੰ ਇਹਨਾਂ ਨੂੰ ਅਧਿਆਕਸ਼ ਬਣਾਇਆ ਗਿਆ ਸੀ ਡਰਾਫਟਿੰਗ ਕਮੇਟੀ ਦਾ, ਜਿਸ ਨੇ ਕਿ ਪੂਰਾ ਖਰੜਾ ਤਿਆਰ ਕਰਨਾ ਸੀ। ਕਿਸ ਦਾ ਜੀ, ਹਾਂਜੀ, ਪੂਰਾ ਮਸੌਦਾ ਤਿਆਰ ਕਰਨਾ ਸੀ ਸੰਵਿਧਾਨ ਦਾ। ਕਲੀਅਰ। ਨੈਕਸਟ, ਇਹ ਵੀ ਇੱਕ ਫੈਕਟ ਹੈ, ਤੁਸੀਂ ਯਾਦ ਰੱਖਣਾ,
यूके ਨੂੰ ਮਤਲਬ ਇੰਗਲੈਂਡ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲਗਭਗ ਸਾਰੀਆਂ ਹੀ ਡੈਮੋਕ੍ਰੈਟਿਕ ਕੰਟਰੀਜ਼ ਨੇ ਜਿਹੜੀਆਂ, ਹੁਣ ਮੈਂ ਇੱਥੇ ਲਗਭਗ ਕਿਹਾ, ਠੀਕ ਹੈ, ਇਹਨੂੰ ਉਲਟਾ ਨਾ ਸਮਝੋ, ਇਹਦਾ ਮਤਲਬ ਉਲਟਾ ਨਾ ਲੈ ਲਿਓ, ਤਾਂ ਉੱਥੇ ਸਾਰੀਆਂ ਦੇ ਵਿੱਚ ਹੀ ਜਿਹੜਾ ਸੰਵਿਧਾਨ ਆ ਉਹ ਕੀ ਆ, ਰਿਟਨ ਰੂਪ ਦੇ ਵਿੱਚ ਆ, ਲਿਖਤੀ ਹੈ, ਠੀਕ ਹੈ। ਇਹ ਚੀਜ਼ ਵੀ ਤੁਸੀਂ ਇਹ ਫੈਕਟ ਯਾਦ ਰੱਖਣਾ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ, ਕੈਬਨਿਟ ਮਿਸ਼ਨ ਜਿਹਨੇ ਕਿ ਬੀੜਾ ਚੁੱਕਿਆ ਸੀਗਾ ਸਾਡੀ ਸੰਵਿਧਾਨ ਸਭਾ ਨੂੰ ਬਣਾਉਣ ਦਾ, ਉਹਦੇ ਬਾਰੇ ਅਸੀਂ ਜਾਣ ਲੈਂਦੇ ਹਾਂ। ਕੈਬਨਿਟ ਮਿਸ਼ਨ, ਇਹਦੇ ਵਿੱਚ ਮੁੱਖ 3 ਮੈਂਬਰ ਸੀ, ਯਾਨੀ ਕਿ 3 ਮੈਂਬਰੀ ਕਮਿਸ਼ਨ ਸੀਗਾ। ਕਿਹੜਾ? ਕੈਬਨਿਟ ਮਿਸ਼ਨ। ਕਿਹੜੇ ਕਿਹੜੇ? ਸਭ ਤੋਂ ਪਹਿਲਾਂ ਲਾਰਡ ਪੈਥਿਕ ਲਾਰੈਂਸ, ਦੂਸਰੇ ਸਟੈਮਫੋਰਡ ਕ੍ਰਿਪਸ, ਤੇ ਤੀਸਰੇ A.V. ਅਲੈਗਜ਼ੈਂਡਰ। A.V. ਅਲੈਗਜ਼ੈਂਡਰ, ਠੀਕ ਹੈ। ਇਹਨਾਂ ਦੇ ਨਾਮ ਤੁਸੀਂ ਯਾਦ ਰੱਖ ਲੈਣੇ ਆ। ਤੇ ਇਹਨਾਂ ਦਾ ਟਾਈਮ ਕੀ ਸੀ, ਕਦੋਂ ਆਇਆ ਜੀ? ਮਾਰਚ 1946, ਕਦੋਂ ਤੱਕ? ਮਈ 1946, ਯਾਨੀ ਕਿ ਕਿੰਨਾ ਕੰਮ ਸੀ ਇਹਨਾਂ ਦਾ ਸਾਰਾ? ਮਾਰਚ, ਅਪ੍ਰੈਲ ਤੇ ਮਈ, 3 ਮਹੀਨਿਆਂ ਦਾ ਕੰਮ ਸਾਰਾ। ਕੀ ਸੀ ਉਦੇਸ਼, ਕੀ ਸੀ ਇਹਨਾਂ ਦਾ? ਟੂ ਮੇਕ ਕੌਂਸਟੀਟਿਊਐਂਟ ਅਸੈਂਬਲੀ, ਸੰਵਿਧਾਨ ਸਭਾ, ਯਾਨੀ ਕਿ ਸੰਵਿਧਾਨ ਨੂੰ ਤਿਆਰ ਕਰਨ ਵਾਲੀ ਜਿਹੜੀ ਸਭਾ ਸੀ, ਕਮੇਟੀ ਸੀ, ਉਸ ਦਾ ਨਿਰਮਾਣ ਕਰਨਾ ਇਸ ਦਾ ਇੱਕੋ ਇੱਕ ਮੰਤਵ ਸੀ। ਕਲੀਅਰ ਹੋ ਗਿਆ ਜੀ ਤੁਹਾਨੂੰ ਕੈਬਨਿਟ ਮਿਸ਼ਨ? ਆ ਤਿੰਨਾਂ ਬੰਦਿਆਂ ਦੇ ਨਾਮ ਤੁਸੀਂ ਯਾਦ ਰੱਖਣੇ ਆ, ਠੀਕ ਹੈ ਜੀ। ਇਹਨੂੰ ਯਾਦ ਕਰਨ ਦੇ ਲਈ ਵੀ ਆਪਾਂ ਦੇਖ ਲੈਂਦੇ ਹਾਂ। ਹਾਂਜੀ, ਇਹਨੂੰ ਯਾਦ ਰੱਖਣ ਦੇ ਲਈ ਤੁਸੀਂ ਇੱਕ ਛੋਟੀ ਜਿਹੀ ਟ੍ਰਿਕ ਬਣਾ ਸਕਦੇ ਹੋ। ਇਹ ਦੇਖੋ ਹੈਗਾ ਕੈਬ, ਕੈਬ ਨਾਲ ਸ਼ੁਰੂ ਹੁੰਦਾ, CA, ਠੀਕ ਹੈ, B, ਇਹਦੇ ਨਾਲ ਸ਼ੁਰੂ ਹੋ ਰਿਹਾ। ਤੁਸੀਂ ਕੀ ਕਰਨਾ, ਤੁਸੀਂ ਜਸਟ B ਦੀ ਜਗ੍ਹਾ ਤੇ L ਕਰ ਦੇਣਾ, ਓਕੇ। ਹਾਂਜੀ, ਤੁਸੀਂ ਕੈਬ ਦੀ ਜਗ੍ਹਾ ਤੇ ਕੈਲ ਕਰ ਦੇਣਾ, ਠੀਕ ਹੈ, CAL, ਓਕੇ। ਕੈਬ ਦੀ ਜਗ੍ਹਾ ਤੇ ਕੈਲ ਹੋ ਕੇ C ਫॉर ਕ੍ਰਿਪਸ, A ਫॉर ਅਲੈਗਜ਼ੈਂਡਰ ਤੇ L ਫॉर ਲਾਰੈਂਸ, ਠੀਕ ਹੈ। ਤਿੰਨਾਂ ਦੇ ਨਾਮ ਤੁਹਾਨੂੰ ਯਾਦ ਰਹਿਣਗੇ, ਓਕੇ। ਆਬਜੈਕਟਿਵ ਆਪਾਂ ਕਰ ਹੀ ਲਿਆ। ਕੀ ਆਬਜੈਕਟਿਵ ਸੀ, ਕੀ ਉਦੇਸ਼ ਸੀਗਾ? ਸੰਵਿਧਾਨ ਸਭਾ ਨੂੰ ਬਣਾਉਣਾ, ਠੀਕ ਹੈ ਜੀ। ਨੈਕਸਟ ਸਾਡਾ ਕੁਐਸਚਨ ਹੈ ਕੁਐਸਚਨ ਨੰਬਰ 12, ਭਾਰਤ ਦੇ ਆਖਰੀ ਵਾਇਸਰਾਏ। ਬਹੁਤ ਵਾਰ ਇਹ ਕੁਐਸਚਨ ਰਿਪੀਟ ਹੋਇਆ ਜੀ, ਮਾਸਟਰ ਕੇਡਰ ਦੇ ਪੇਪਰ ਦੇ ਵਿੱਚ ਬਹੁਤ ਵਾਰ ਆਇਆ, ਠੀਕ ਹੈ, PS ਸਟੈਟ ਦੇ ਵਿੱਚ ਵੀ। ਭਾਰਤ ਦੇ ਆਖਰੀ ਵਾਇਸਰਾਏ ਕੌਣ ਸੀ? ਲਾਰਡ ਮਾਊਂਟ ਬੈਟਨ, ਲਾਰਡ ਮਾਊਂਟ ਬੈਟਨ, ਓਕੇ। ਨੈਕਸਟ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਲਈ ਗਈ, ਕਿੱਥੋਂ ਲਈ ਗਈ ਹੈ ਜੀ? ਨਹਿਰੂ ਦੁਆਰਾ ਪੇਸ਼ ਕੀਤੇ ਆਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚੋਂ। ਜਿਹੜਾ ਉਹਨੇ ਆਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤਾ ਸੀ ਉਹਦੇ ਵਿੱਚੋਂ ਲਈ ਗਈ ਹੈ, ਠੀਕ ਹੈ। ਕਿੰਨੇ ਵਾਕਾਂ ਦੇ ਵਿੱਚ? ਸਿਰਫ ਤੇ ਸਿਰਫ ਇੱਕ ਵਾਕ ਦੇ ਵਿੱਚ। ਐਂਡ ਤੱਕ ਕੋਈ ਡੰਡੀ ਨਹੀਂ ਲੱਗਦੀ, ਠੀਕ ਹੈ, ਕੌਮਿਆਂ ਦਾ ਸਹਾਰਾ ਲਿਆ ਗਿਆ ਤੇ ਸਿਰਫ ਇੱਕ ਵਾਕ ਹੀ ਰੱਖਿਆ ਗਿਆ ਪੂਰੀ ਪ੍ਰਸਤਾਵਨਾ ਦੇ ਵਿੱਚ। ਸਾਰੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਬਟ ਵਾਕ ਇੱਕੋ ਹੀ ਰੱਖਿਆ, ਇੱਕ ਹੀ ਵਾਕ ਆ, ਯਾਦ ਰੱਖਣਾ ਤੁਸੀਂ, ਠੀਕ ਹੈ। ਇਹ ਉਹਨੇ ਕਦੋਂ ਪੇਸ਼ ਕੀਤਾ ਸੀ ਜੀ? ਆਬਜੈਕਟ ਰੈਜ਼ੋਲੂਸ਼ਨ 13 ਦਸੰਬਰ 1946 ਨੂੰ, ਜਿਸ ਦੇ ਵਿੱਚੋਂ ਪ੍ਰਸਤਾਵਨਾ ਲਈ ਗਈ, ਠੀਕ ਹੈ ਜੀ। ਇਹਦੇ ਨਾਲ ਹੀ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਕਰ ਲਓ ਕਿ ਪ੍ਰਸਤਾਵਨਾ ਸ਼ਾਮਿਲ ਕਰਨ ਵਾਲਾ ਪਹਿਲਾ ਦੇਸ਼ ਕਿਹੜਾ? ਕਿਹੜਾ ਅਜਿਹਾ ਪਹਿਲਾ ਦੇਸ਼ ਆ ਜਿਹਨੇ ਆਪਣੇ ਸੰਵਿਧਾਨ ਦੇ ਵਿੱਚ ਪ੍ਰੀਐਂਬਲ ਯਾਨੀ ਕਿ ਪ੍ਰਸਤਾਵਨਾ ਨੂੰ ਸ਼ਾਮਿਲ ਕੀਤਾ? ਤਾਂ ਉਹ ਹੈ ਜੀ USA, ਅਮਰੀਕਾ, ਠੀਕ ਹੈ। ਤੇ ਇੱਕ ਕੁਐਸਚਨ ਹੋਰ ਕਰ ਲਓ ਇਹਦੇ ਨਾਲ ਹੀ, ਸਾਡਾ ਜਿਹੜਾ ਦੇਸ਼ ਭਾਰਤ ਆ ਉਸਨੇ ਵੀ ਅਮਰੀਕਾ ਤੋਂ ਹੀ ਜਿਹੜਾ ਪ੍ਰਸਤਾਵਨਾ ਦਾ ਸੰਕਲਪ ਕਹਿ ਸਕਦੇ ਆਪਾਂ ਉਹ ਲਿਆ, ਪ੍ਰਸਤਾਵਨਾ ਦੀ ਵਿਵਸਥਾ ਅਮਰੀਕਾ ਦੇ ਸੰਵਿਧਾਨ ਤੋਂ ਲਈ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਕਲੀਅਰ। ਨੈਕਸਟ ਹੈ ਜੀ, ਪ੍ਰਸਤਾਵਨਾ 'ਚ ਪਹਿਲੀ ਸੋਧ, ਅਮੈਂਡਮੈਂਟ। ਪਹਿਲਾਂ ਕੀ ਸੀ? ਪ੍ਰਸਤਾਵਨਾ ਨੂੰ, ਪ੍ਰੀਐਂਬਲ ਨੂੰ ਸੰਵਿਧਾਨ ਦਾ ਭਾਗ ਨਹੀਂ ਮੰਨਿਆ ਜਾਂਦਾ ਸੀ, ਠੀਕ ਹੈ। ਤਾਂ ਕਰਕੇ ਇਹਦੇ ਵਿੱਚ ਜਿਹੜੀ ਸੋਧ ਦਾ ਮਸਲਾ ਸੀਗਾ ਉਹ ਬਹੁਤ ਹੀ ਗੁੰਝਲਦਾਰ ਕੰਮ ਸੀ। ਤਾਂ ਸਭ ਤੋਂ ਜਿਹੜੀ ਪਹਿਲੀ ਸੋਧ ਹੋਈ ਹੈ ਇਹਦੇ ਵਿੱਚ ਉਹ ਹੋਈ ਹੈ ਜੀ 42ਵੀਂ ਸੰਵਿਧਾਨਕ ਸੋਧ। ਕਦੋਂ ਹੋਈ ਆ? 1976 ਦੇ ਵਿੱਚ ਇੱਕੋ ਇੱਕ ਸੋਧ ਹੋਈ ਹੈ, ਠੀਕ ਹੈ। ਉਹ ਕਿਹੜੀ ਆ? 42ਵੀਂ। ਕਦੋਂ ਹੋਈ ਹੈ? 1976 ਦੇ ਵਿੱਚ। ਕਿਉਂ ਹੋਈ ਆ? ਠੀਕ ਹੈ, ਕਦੋਂ ਤੇ ਕਿਉਂ ਹੋਈ ਹੈ ਜੀ? ਆਹ 3 ਵਰਡ ਐਡ ਕਰਨ ਦੇ ਲਈ ਕਿਹੜੇ ਕਿਹੜੇ? ਸੋਸ਼ਲਿਸਟ, ਸੈਕੂਲਰ, ਇੰਟੈਗ੍ਰਿਟੀ। ਸੋਸ਼ਲਿਸਟ, ਸੈਕੂਲਰ ਤੇ ਇੰਟੈਗ੍ਰਿਟੀ,
ਇਹਨਾਂ ਤਿੰਨਾਂ ਸ਼ਬਦਾਂ ਨੂੰ ਸ਼ਾਮਿਲ ਕਰਨ ਦੇ ਲਈ 42ਵੀਂ ਸੰਵਿਧਾਨਕ ਸ਼ੋਧ ਕੀਤੀ ਗਈ। ਕਦੋਂ ਕੀਤੀ ਗਈ? 1976 ਦੇ ਵਿੱਚ। ਕਾਹਦੇ ਵਿੱਚ ਕੀਤੀ ਗਈ? ਪ੍ਰਸਤਾਵਨਾ ਦੇ ਵਿੱਚ। ਠੀਕ ਹੈ, ਪ੍ਰਸਤਾਵਨਾ ਕੀ ਆ? ਇੱਕ ਤਰ੍ਹਾਂ ਦਾ ਸ਼ੀਸ਼ਾ ਹੈ ਸਾਡੇ ਸੰਵਿਧਾਨ ਦਾ, ਦਰਪਣ ਹੈ, ਜਿਸ ਦੇ ਵਿੱਚ ਸੰਵਿਧਾਨ ਦੇ ਵਿੱਚ ਕੀ ਕੀ ਦਿੱਤਾ ਗਿਆ ਉਹਦੀ ਇੱਕ ਝਲਕ ਦਿਖਦੀ ਹੈ ਸਾਨੂੰ। ਠੀਕ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ, ਸਭ ਨੂੰ ਪਤਾ ਹੋਏਗਾ ਪ੍ਰਸਤਾਵਨਾ ਦੀ ਪਰਿਭਾਸ਼ਾ ਤਾਂ। ਕਲੀਅਰ? ਹਾਂਜੀ, ਅਗਲੇ ਜਿਹੜੇ ਤਿੰਨੋਂ ਕੁਐਸਚਨ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਦੇਖੋ 15ਵਾਂ ਕੁਐਸਚਨ, ਪ੍ਰਸਤਾਵਨਾ ਸੰਵਿਧਾਨ ਦਾ ਭਾਗ ਨਹੀਂ, ਇਹ ਗੱਲ ਕਦੋਂ ਕਹੀ ਗਈ? ਇਹ ਗੱਲ ਕਹੀ ਗਈ 1960 ਦੇ ਵਿੱਚ, ਜਿਹੜਾ ਬਰਬਰੀ ਯੂਨੀਅਨ ਕੇਸ ਸੀ। ਬਰਬਰੀ ਯੂਨੀਅਨ ਕੇਸ ਸੀਗਾ ਜਿਹੜਾ, ਉਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਪ੍ਰਸਤਾਵਨਾ ਜਿਹੜੀ ਉਹ ਸੰਵਿਧਾਨ ਦਾ ਭਾਗ ਨਹੀਂ ਹੈਗੀ। ਪਰ ਸੋਧ ਕਦੋਂ ਹੋਈ? 1976 ਦੇ ਵਿੱਚ। ਤਾਂ ਉਸ ਤੋਂ ਪਹਿਲਾਂ ਫਿਰ ਕੋਈ ਨਾ ਕੋਈ ਤਾਂ ਇਹੋ ਜਿਹੀ ਗੱਲ ਹੋਈ ਹੋਵੇਗੀ ਜਿਸ ਨੇ ਸਾਬਿਤ ਕਰਿਆ ਹੋਏਗਾ ਕਿ ਨਹੀਂ, ਪ੍ਰਸਤਾਵਨਾ ਸੰਵਿਧਾਨ ਦਾ ਹੀ ਭਾਗ ਹੈ। ਤਾਂ ਉਹ ਕੇਸ ਸੀਗਾ ਜੀ 1973 ਦੇ ਵਿੱਚ, ਕੇਸ਼ਵਾਨੰਦ ਭਾਰਤੀ ਕੇਸ। ਵੈਰੀ ਇੰਪੋਰਟੈਂਟ ਕੁਐਸਚਨ, ਪਤਾ ਨਹੀਂ ਕਿੰਨੇ ਵਾਰ ਇਹ ਰਿਪੀਟ ਹੋ ਚੁੱਕਿਆ ਕੁਐਸਚਨ। ਠੀਕ ਹੈ, ਇਵਨ ਕਿ ਛੋਟੀਆਂ ਕਲਾਸਿਸ ਤੋਂ ਲੈ ਕੇ ਵੱਡੀਆਂ ਕਲਾਸਿਸ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਵੀ, ਤੇ ਇਸ ਤੋਂ ਇਲਾਵਾ ਜਿਹੜੇ ਜੀਕੇ ਬੇਸਡ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚ ਵੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਆਹ ਵਾਲਾ ਕੁਐਸਚਨ ਅਸੀਂ ਆਮ ਹੀ ਦੇਖ ਲੈਂਦੇ ਹਾਂ, ਬਟ ਆਹ ਕੁਐਸਚਨ ਬਹੁਤ ਰੇਅਰ ਮਿਲਦਾ ਸਾਨੂੰ ਬੁੱਕਸ ਦੇ ਵਿੱਚ। ਕਲੀਅਰ? ਠੀਕ ਹੈ, ਇਸ ਤੋਂ ਬਾਅਦ ਜਿਹੜਾ 1973 ਦਾ ਕੇਸ ਸੀਗਾ, ਕੇਸ਼ਵਾਨੰਦ ਭਾਰਤੀ ਕੇਸ, ਇਸ ਦੇ ਵਿੱਚ ਸਰਵਉੱਚ ਅਦਾਲਤ ਉਸ ਨੂੰ ਵੀ ਮੰਨਣਾ ਪਿਆ ਕਿ ਹਾਂ ਜਿਹੜੀ ਪ੍ਰਸਤਾਵਨਾ ਹੈ ਉਹ ਸੰਵਿਧਾਨ ਦਾ ਹੀ ਭਾਗ ਹੈ। ਤੇ ਉਸ ਤੋਂ ਬਾਅਦ ਫਿਰ 1976 ਦੇ ਵਿੱਚ ਜਾ ਕੇ ਅਮੈਂਡਮੈਂਟ ਕੀਤੀ ਗਈ ਸੀ। ਕਲੀਅਰ? ਤੇ ਇੱਕ ਹੋਰ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਕੇਸ ਮਿਲਦਾ, ਉਹ ਮਿਲਦਾ ਜੀ LIC ਭਾਰਤੀ ਕੇਸ। LIC ਕੇਸ। ਇਹਨਾਂ ਤਿੰਨਾਂ ਕੇਸਾਂ ਦੇ ਨਾਮ ਤੁਸੀਂ ਯਾਦ ਰੱਖਣੇ ਆ। 1960 ਦਾ ਬਰਬਰੀ, ਤੇ ਨੈਕਸਟ ਹੈ ਜੀ 1973 ਦਾ ਕੇਸ਼ਵਾਨੰਦ ਭਾਰਤੀ, ਤੇ LIC ਕੇਸ, LIC ਭਾਰਤੀ ਕੇਸ। ਠੀਕ ਹੈ, ਤਾਂ ਮੋਟਾ ਜਿਹਾ ਨਤੀਜਾ ਕੀ ਨਿਕਲਿਆ? ਆਰਟੀਕਲ 368 ਦੇ ਅਧੀਨ ਪ੍ਰਸਤਾਵਨਾ ਦੇ ਵਿੱਚ ਵੀ ਸ਼ੋਧ ਕੀਤੀ ਜਾ ਸਕਦੀ ਹੈ, ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਕਲੀਅਰ? ਅਗਲਾ ਸਾਡਾ ਕੁਐਸਚਨ ਹੈ ਜੀ 17 ਨੰਬਰ, ਕਿਹੜੇ ਕੀਵਰਡਸ, ਮੁੱਖ ਸ਼ਬਦ ਕਿਹੜੇ ਮਿਲਦੇ ਨੇ ਸਾਨੂੰ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ? ਸਭ ਤੋਂ ਪਹਿਲਾਂ ਹੈਗਾ ਜੀ ਸੋਵਰੇਨ, ਇਹਦਾ ਮਤਲਬ ਹੈ ਸਰਵ ਉੱਚਤਾ, ਯਾਨੀ ਕਿ ਕਿਸੇ ਦੇ ਅਧੀਨ ਨਹੀਂ ਹੈ ਭਾਰਤ, ਨਾ ਹੀ ਕਿਸੇ ਅੰਦਰੂਨੀ ਤਾਕਤ ਦੇ, ਨਾ ਹੀ ਕਿਸੇ ਬਾਹਰੀ ਤਾਕਤ ਦੇ। ਪ੍ਰਭੂ ਸੱਤਾ ਕਹਿ ਦਿੰਦੇ ਆ ਜਿਹਨੂੰ ਆਪਾਂ। ਠੀਕ ਹੈ, ਸੋਸ਼ਲਿਸਟ ਸਮਾਜਵਾਦੀ, ਸੈਕੂਲਰ ਧਰਮ ਨਿਰਪੱਖਵਾਦੀ, ਡੈਮੋਕ੍ਰੈਟਿਕ ਲੋਕਤੰਤਰੀ, ਰਿਪਬਲਿਕ ਗਣਤੰਤਰ, ਜਸਟਿਸ ਨਿਆਂ, ਲਿਬਰਟੀ ਸੁਤੰਤਰਤਾ, ਇਕੁਐਲਿਟੀ ਸਮਾਨਤਾ, ਫ੍ਰੈਟਰਨਿਟੀ ਭਾਈਚਾਰਕਤਾ, ਆਪਸੀ ਸਾਂਝ। ਠੀਕ ਹੈ, ਇਹ ਸਾਰੇ ਕੀਵਰਡਸ ਕਿਹਦੇ ਵਿੱਚ ਮਿਲਦੇ ਆ ਸਾਨੂੰ? ਪ੍ਰਸਤਾਵਨਾ ਦੇ ਵਿੱਚ ਮਿਲਦੇ ਆ। ਠੀਕ ਹੈ, ਨੈਕਸਟ 18 ਨੰਬਰ ਕੁਐਸਚਨ, ਅਗੇਨ ਵੈਰੀ ਇੰਪੋਰਟੈਂਟ। ਜਸਟਿਸ ਸ਼ਬਦ ਆ ਜਿਹੜਾ, ਕਿੰਨੇ ਤਰ੍ਹਾਂ ਦਾ ਜਸਟਿਸ ਦਾ ਜਿਹੜਾ ਪ੍ਰਸਤਾਵਨਾ ਦੇ ਵਿੱਚ ਲਿਖਿਆ ਮਿਲਦਾ ਸਾਨੂੰ? 3 ਤਰ੍ਹਾਂ ਦਾ, ਸਮਾਜਿਕ, ਆਰਥਿਕ, ਰਾਜਨੀਤਿਕ। ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਸ਼ਬਦ ਆ, ਇਹ ਕਿੱਥੋਂ ਲਏ ਗਏ ਆ? ਇਹ ਲਏ ਗਏ ਆ ਜੀ USSR, ਯਾਨੀ ਕਿ ਰੂਸੀਅਨ ਰੈਵੋਲੂਸ਼ਨ ਤੋਂ। ਜਿਹੜੀ ਰੂਸ ਦੇ ਵਿੱਚ ਰੈਵੋਲੂਸ਼ਨ ਸੀ, ਠੀਕ ਹੈ, ਉਸ ਦੇ ਵਿੱਚੋਂ ਲਏ ਗਏ ਨੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ। ਮੋਸਟ ਇੰਪੋਰਟੈਂਟ ਕੁਐਸਚਨ। ਠੀਕ ਹੈ, ਨਿਆਂ ਕਿਸ ਤੋਂ ਲਏ ਗਏ ਆ? ਰੂਸ ਤੋਂ। ਯਾਦ ਰੱਖਣਾ ਹੈ, ਸੋਵੀਅਤ ਸੰਘ, USSR, ਕੁਝ ਵੀ ਲਿਖਿਆ ਆ ਸਕਦਾ ਹੈ ਨਾ ਤਿੰਨਾਂ ਆਪਸ਼ਨਾਂ ਦੇ ਵਿੱਚੋਂ। ਓਕੇ, ਨੈਕਸਟ 19 ਨੰਬਰ, the preamble of the Indian Constitution is the keynote of the Constitution। ਇਹ ਕਥਨ 2 ਵਾਰ ਰਿਪੀਟ ਹੋ ਚੁੱਕਿਆ ਐਗਜ਼ਾਮ ਦੇ ਵਿੱਚ। ਇਹ ਕਥਨ ਕਿਸਨੇ ਕਿਹਾ ਜੀ? ਇਹ ਕਿਹਾ ਜੀ ਅਰਨੈਸਟ ਬਾਰਕਰ ਨੇ। ਬਾਰਕਰ ਵਰਡ ਲਿਖਿਆ ਮਿਲਦਾ ਸਾਨੂੰ ਜ਼ਿਆਦਾਤਰ। ਬਾਰਕਰ ਦਾ ਕਥਨ ਹੈ ਕਿ ਜਿਹੜੀ ਪ੍ਰੀਐਮਬਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਇਜ਼ ਦਾ ਕੀ ਨੋਟ ਆਫ ਦਾ ਕਨਸਟੀਟਿਊਸ਼ਨ। ਕਲੀਅਰ? ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਨੰਬਰ 20, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਭਾਸ਼ਾ ਲਈ ਗਈ ਹੈ। ਹੁਣ ਇਹ ਕੁਐਸਚਨ ਨੂੰ ਧਿਆਨ ਨਾਲ ਸਮਝੋ। ਪਹਿਲਾਂ ਅਸੀਂ ਕੀ ਗੱਲ ਕੀਤੀ ਹੈ? ਜਿਹੜਾ ਆਬਜੈਕਟਿਵ ਪੇਸ਼ ਕੀਤਾ ਗਿਆ ਸੀ, ਆਬਜੈਕਟਿਵ ਰੈਜ਼ੋਲੂਸ਼ਨ ਨਹਿਰੂ ਦੇ ਦੁਆਰਾ, ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ, ਉਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਪ੍ਰਸਤਾਵਨਾ ਲਈ ਗਈ ਹੈ। ਪਰ ਇੱਥੇ ਆਪਾਂ ਕੀ ਕਿਹਾ? ਪ੍ਰਸਤਾਵਨਾ ਦੀ ਭਾਸ਼ਾ, ਕਿ ਕਿਸ ਤਰੀਕੇ ਨਾਲ ਉਹਨੂੰ ਪੇਸ਼ ਕਰਨਾ, ਉਹ ਲਿਆ ਗਿਆ ਹੈ ਜੀ ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਕਲੀਅਰ?
ਆਸਟ੍ਰੇਲੀਆ ਦੇ ਸੰਵਿਧਾਨ ਤੋਂ ਭਾਸ਼ਾ ਦਾ ਜਿਹੜਾ ਵਰਤਨ ਦਾ ਤਰੀਕਾ ਉਹ ਲਿਆ ਗਿਆ। ਕਲੀਅਰ। ਨੈਕਸਟ, ਪ੍ਰਸਤਾਵਨਾ 'ਚ ਸ਼ਾਮਿਲ ਮਿਤੀ। ਇੱਕੋ ਇੱਕ ਮਿਤੀ ਜਿਹੜੀ ਸਾਨੂੰ ਮਿਲਦੀ ਹੈਗੀ ਪ੍ਰਸਤਾਵਨਾ ਦੇ ਵਿੱਚ, ਉਹ ਕਿਹੜੀ ਹੈ? ਉਹ ਹੈ ਜੀ 26 ਨਵੰਬਰ 1949। 26 ਨਵੰਬਰ 1949। ਠੀਕ ਹੈ। ਹੁਣ 26 ਨਵੰਬਰ 1949 ਨੂੰ ਕੀ ਹੋਇਆ ਸੀ? ਇਹ ਕੁਐਸਚਨ ਤੁਹਾਡਾ। ਵੀਡੀਓ ਨੂੰ ਪੌਜ਼ ਕਰ ਲਓ ਤੇ ਰਾਈਟ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਿ ਕਿਉਂ 26 ਨਵੰਬਰ 1949 ਨੂੰ ਹੀ ਪਾਰਟੀਕੂਲਰਲੀ ਸਪੈਸੀਫਾਈ ਕਰਕੇ ਉਹਨਾਂ ਨੇ ਦਿੱਤਾ ਹੈ ਪ੍ਰਸਤਾਵਨਾ ਦੇ ਵਿੱਚ। ਕੀ ਵਜ੍ਹਾ ਹੈਗੀ? ਠੀਕ ਹੈ, ਕੀ ਇੰਪੋਰਟੈਂਸ ਹੈ ਇਹਦੀ? ਓਕੇ। ਨੈਕਸਟ, ਹਾਰਟ ਐਂਡ ਸੋਲ ਆਫ ਇੰਡੀਅਨ ਕੌਨਸਟੀਟਿਊਸ਼ਨ। ਭਾਰਤੀ ਸੰਵਿਧਾਨ ਦਾ ਦਿਲ ਤੇ ਆਤਮਾ ਕਿਹਨੂੰ ਕਿਹਾ ਜਾਂਦਾ ਹੈ? ਆਰਟੀਕਲ 32 ਨੰਬਰ ਜਿਹੜਾ ਆਰਟੀਕਲ ਹੈ, 32ਵਾਂ ਆਰਟੀਕਲ ਹੈ, ਉਸ ਨੂੰ ਕਿਹਾ ਜਾਂਦਾ ਹੈ। ਤੇ ਇਹ ਕਥਨ ਕਿਹਦਾ? ਇਹ ਕਥਨ ਹੈ ਜੀ ਸੰਵਿਧਾਨ ਦੇ ਪਿਤਾਮਾ, ਫਾਦਰ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ, ਡਾਕਟਰ BR ਅੰਬੇਦਕਰ ਦਾ। ਓਕੇ। ਨੈਕਸਟ, ਸੋਰਸ ਆਫ ਅਥਾਰਟੀ। ਅਥਾਰਟੀ ਦਾ ਜਿਹੜਾ ਮੇਨ ਸੋਰਸ ਹੈ ਉਹ ਕੌਣ ਹੈ? ਜਿਹੜੀ ਸ਼ਕਤੀ ਸੰਵਿਧਾਨ ਨੂੰ ਆਪਾਂ ਦਿੱਤੀ ਹੈ ਉਸ ਦਾ ਸੋਮਾ ਕੌਣ ਹੈ? ਉਹ ਨੇ ਜੀ ਇੰਡੀਅਨ ਪੀਪਲ। ਇਸੇ ਕਰਕੇ ਪੰਜਾਬੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਪ੍ਰਸਤਾਵਨਾ ਤਾਂ ਉਹ ਸ਼ੁਰੂ ਹੁੰਦੀ ਹੈ ਅਸੀਂ ਭਾਰਤ ਦੇ ਲੋਕ। ਤਾਂ ਫਿਰ ਕੌਣ ਹੋ ਗਿਆ ਜੀ ਸੋਰਸ? ਉਹ ਹੋ ਗਏ ਇੰਡੀਅਨ ਪੀਪਲ। ਠੀਕ ਹੈ। ਨੈਕਸਟ ਸਾਡਾ ਕੰਸੈਪਟ ਹੈ ਲਿਬਰਟੀ ਦਾ। ਲਿਬਰਟੀ ਕੀ ਹੈ? ਫਰੀडम, ਯਾਨੀ ਕਿ ਸੁਤੰਤਰਤਾ। ਕਿਹੜੀ ਕਿਹੜੀ? 3 ਤਰ੍ਹਾਂ ਦੀ ਮਿਲਦੀ ਹੈ ਸਾਨੂੰ ਪ੍ਰਸਤਾਵਨਾ ਦੇ ਵਿੱਚ। ਥਾਟ ਆਫ ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ। ਇਹ ਤੁਸੀਂ ਯਾਦ ਰੱਖਣੀ ਆ। ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿ ਕਿੰਨੇ ਤਰ੍ਹਾਂ ਦੀ ਜਿਹੜੀ ਲਿਬਰਟੀ ਆ ਉਹ ਸਾਨੂੰ ਪ੍ਰਸਤਾਵਨਾ ਦੇ ਵਿੱਚ ਲਿਖੀ ਮਿਲਦੀ ਹੈ? ਤਾਂ 3 ਤਰ੍ਹਾਂ ਦੀ ਮਿਲਦੀ ਆ। ਕਲੀਅਰ। ਇਹਦੇ ਈਜ਼ੀ ਆ ਮੀਨਿੰਗ ਤਾਂ ਤੁਸੀਂ ਸਮਝ ਹੀ ਜਾਓਗੇ। ਨੈਕਸਟ ਹੈ ਜੀ ਇਕੁਐਲਿਟੀ। ਇਕੁਐਲਿਟੀ ਦੇ ਸਾਨੂੰ 2 ਮਿਲਦੇ ਨੇ। ਕਿਹੜੇ ਕਿਹੜੇ? ਸਟੇਟਸ ਐਂਡ ਓਪਰਚੁਨਿਟੀ। ਠੀਕ ਹੈ। ਸਾਰਿਆਂ ਦਾ ਪੱਧਰ ਇੱਕ ਸਮਾਨ ਹੋਏਗਾ ਤੇ ਸਾਰਿਆਂ ਨੂੰ ਮੌਕਾ ਇੱਕੋ ਜਿਹਾ ਮਿਲੂਗਾ। ਓਕੇ ਜੀ। ਨੈਕਸਟ 1935 ਦਾ ਐਕਟ। ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਾਰੇ ਕੁਐਸਚਨ। 1935 ਦੇ ਐਕਟ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਲਈਆਂ ਗਈਆਂ ਨੇ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ? ਹਾਂਜੀ, ਸਭ ਤੋਂ ਪਹਿਲਾਂ ਸੰਘੀ ਸਕੀਮ, ਫੈਡਰੇਸ਼ਨ ਸਿਸਟਮ ਹੈ ਜਿਹੜਾ। ਨੈਕਸਟ, ਰਾਜਪਾਲ ਦਾ ਦਫ਼ਤਰ, ਆਫਿਸ ਆਫ ਦਾ ਗਵਰਨਰ, ਆਪਾਤਕਾਲੀਨ ਧਾਰਾਵਾਂ ਜਿੰਨੀਆਂ ਵੀ ਐਮਰਜੈਂਸੀ ਧਾਰਾਵਾਂ ਨੇ ਸਾਰੀਆਂ ਉਹ, ਤੇ ਪ੍ਰਸ਼ਾਸਨਿਕ ਵਿਵਰਣ। ਠੀਕ ਹੈ। ਤੇ ਅੱਗੇ ਜੀ ਪਬਲਿਕ ਸਰਵਿਸ ਕਮਿਸ਼ਨ, ਲੋਕ ਸੇਵਾ ਆਯੋਗ। ਇਹ ਸਾਰੀਆਂ ਚੀਜ਼ਾਂ ਕਿੱਥੋਂ ਲਈਆਂ ਗਈਆਂ? ਇਹ ਸਾਰੀਆਂ ਵਿਵਸਥਾਵਾਂ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਮਿਲਦੀਆਂ ਨੇ ਤੇ ਕਿੱਥੋਂ ਲਈਆਂ ਗਈਆਂ? 1935 ਦੇ ਐਕਟ ਤੋਂ। ਠੀਕ ਹੈ। ਬਹੁਤ ਕੁਝ ਇਹਦੇ ਤੇ ਹੀ ਬੇਸਡ ਲਿਆ ਗਿਆ ਭਾਰਤੀ ਸੰਵਿਧਾਨ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਹੈ। ਅੱਗੇ ਅਸੀਂ ਹੁਣ ਸਾਰੇ ਸੋਰਸ ਪੜਾਂਗੇ ਜਿਹੜੇ ਕਿ ਯਾਦ ਰੱਖਣੇ ਬਹੁਤ ਜ਼ਿਆਦਾ ਔਖੇ ਆ। ਅਸੀਂ ਅਕਸਰ ਪਜ਼ਲ ਹੋ ਜਾਂਦੇ ਆ ਇਹਨਾਂ ਨੂੰ ਯਾਦ ਰੱਖਦੇ, ਪਰ ਆਪਾਂ ਬਹੁਤ ਆਰਾਮ ਨਾਲ ਇਹਨਾਂ ਨੂੰ ਸਾਰਿਆਂ ਨੂੰ ਸਮਝਣਾ ਤੇ ਚੰਗੀ ਤਰ੍ਹਾਂ ਯਾਦ ਰੱਖਣਾ, ਕਿਉਂਕਿ ਇਹਦੇ ਵਿੱਚੋਂ ਹੀ ਬਹੁਤ ਸਾਰੇ ਕੁਐਸਚਨ ਬਣਦੇ ਆ। ਸਭ ਤੋਂ ਪਹਿਲਾਂ ਅਸੀਂ ਇਹ ਗੱਲ ਦਿਮਾਗ ਦੇ ਵਿੱਚ ਫਿੱਟ ਕਰ ਲਓ ਕਿ ਡਾਕਟਰ BR ਅੰਬੇਦਕਰ ਦਾ ਇਹ ਵਿਚਾਰ ਸੀ, ਕਿਉਂਕਿ ਉਹ ਡਰਾਫਟਿੰਗ ਕਮੇਟੀ ਦੇ ਕੀ ਸੀਗੇ? ਹਾਂਜੀ, ਚੇਅਰਮੈਨ ਸੀ, ਅਧਿਅਕਸ਼ ਸੀ, ਮੁਖੀ ਸੀ। ਉਹਨਾਂ ਦਾ ਵਿਚਾਰ ਸੀ ਕਿ ਜਿਹੜੀ ਚੀਜ਼ ਚੰਗੀ ਹੈ ਕਿਸੇ ਕੋਲੇ, ਜਿਹੜੀ ਚੀਜ਼ ਕਿਸੇ ਕੋਲ ਚੰਗੀ ਹੈ ਤਾਂ ਉਹਨੂੰ ਗ੍ਰਹਿਣ ਕਰਨ ਦਾ ਕੋਈ ਵੀ ਹਰਜ ਨਹੀਂ ਹੈ, ਉਹਦੀ ਰੀਸ ਕਰਨ ਦਾ ਕੋਈ ਵੀ ਹਰਜ ਨਹੀਂ ਹੈ। ਠੀਕ ਹੈ। ਤਾਂ ਉਹਨੂੰ ਸਾਨੂੰ ਅਡਾਪਟ ਕਰ ਲੈਣਾ ਚਾਹੀਦਾ। ਇਸੇ ਕਰਕੇ ਉਹਨਾਂ ਨੇ ਵੱਖ-ਵੱਖ ਸੰਵਿਧਾਨਾਂ ਦੇ ਵਿੱਚੋਂ, ਵੱਖ-ਵੱਖ ਕੰਟਰੀਜ਼ ਦੇ ਜਿਹੜੇ ਕੌਨਸਟੀਟਿਊਸ਼ਨ ਸੀ ਉਹਨਾਂ ਦੇ ਵਿੱਚੋਂ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਲੱਗੀਆਂ, ਉਹਨਾਂ ਸਾਰੀਆਂ ਨੂੰ ਸ਼ਾਮਿਲ ਕੀਤਾ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ। ਠੀਕ ਹੈ। ਓਕੇ। ਹੁਣ ਅਸੀਂ ਦੇਖਦੇ ਹਾਂ ਬ੍ਰਿਟਿਸ਼ ਸੰਵਿਧਾਨ ਤੋਂ ਕੀ ਲਿਆ। ਬ੍ਰਿਟਿਸ਼ ਯਾਨੀ ਕਿ ਇੰਗਲੈਂਡ ਦੇ ਸੰਵਿਧਾਨ ਤੋਂ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਪੁੱਛਿਆ ਜਾਂਦਾ, ਮੋਸਟ ਇੰਪੋਰਟੈਂਟ, ਸੰਸਦੀ ਸ਼ਾਸਨ ਪ੍ਰਣਾਲੀ। ਇੱਥੋਂ ਯਾਦ ਤੁਸੀਂ ਰੱਖਣਾ। ਤਾਂ ਇੰਗਲੈਂਡ ਦੇ ਵਿੱਚੋਂ ਲਈ ਗਈ ਹੈ ਸੰਸਦੀ ਸ਼ਾਸਨ ਪ੍ਰਣਾਲੀ। ਤਾਂ ਇਹਦੇ ਨਾਲ ਹੀ ਇੱਕ ਗੱਲ ਦਿਮਾਗ ਦੇ ਵਿੱਚ ਫਿੱਟ ਕਰ ਲਓ ਕਿ ਜਿੰਨੀਆਂ ਵੀ ਚੀਜ਼ਾਂ ਬ੍ਰਿਟਿਸ਼ ਸੰਵਿਧਾਨ ਤੋਂ ਲਈਆਂ ਗਈਆਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਹਦੇ ਨਾਲ ਸੰਬੰਧ ਰੱਖਦੀਆਂ? ਪਾਰਲੀਮੈਂਟ ਨਾਲ ਸੰਬੰਧ ਰੱਖਦੀਆਂ, ਯਾਨੀ ਕਿ ਸੰਸਦ ਨਾਲ ਸੰਬੰਧ ਰੱਖਦੀਆਂ। ਕਿਵੇਂ ਰੱਖਦੀਆਂ? ਅੱਗੇ ਤੁਸੀਂ ਸਮਝ ਜਾਓਗੇ। ਵਿਧਾਨਿਕ ਪ੍ਰਕਿਰਿਆ, ਇਹਦੀ ਵਿਵਸਥਾ ਕਿੱਥੋਂ ਲਈ ਗਈ ਹੈ? ਹਾਂਜੀ, ਬ੍ਰਿਟਿਸ਼ ਸੰਵਿਧਾਨ ਤੋਂ। ਨੈਕਸਟ, ਕਾਨੂੰਨ ਦਾ ਸ਼ਾਸਨ। ਨੈਕਸਟ, ਕਾਨੂੰਨ ਬਣਾਉਂਦਾ ਕੌਣ ਹੈ? ਸੰਸਦ ਮਿਲ ਕੇ। ਠੀਕ ਹੈ।
ਇਕਹਿਰੀ ਨਾਗਰਿਕਤਾ, ਉਸ ਤੋਂ ਬਾਅਦ ਕੈਬਨਿਟ ਸਿਸਟਮ, ਨੈਕਸਟ ਸੰਸਦ ਦੇ ਜਿਹੜੇ ਵਿਸ਼ੇਸ਼ ਅਧਿਕਾਰ ਨੇ, ਨੈਕਸਟ ਰਿਟਸ, ਅਲੱਗ-ਅਲੱਗ ਜਿਹੜੀਆਂ ਰਿਟਸ ਨੇ, ਨੈਕਸਟ ਦੋ ਸਦਨੀ ਵਿਵਸਥਾ, ਉੱਪਰਲਾ ਸਦਨ ਹੇਠਲਾ ਸਦਨ। ਇਹਨਾਂ ਸਾਰਿਆਂ ਦਾ ਦੇਖੋ ਕਿਤੇ ਨਾ ਕਿਤੇ ਸੰਬੰਧ ਕਿਹਦੇ ਨਾਲ ਜੁੜਿਆ ਹੋਇਆ, ਹਾਂਜੀ ਪਾਰਲੀਮੈਂਟ ਨਾਲ ਜੁੜਿਆ ਹੋਇਆ। ਆਹ ਵਾਲੇ ਨੂੰ ਥੋੜਾ ਛੱਡ ਕੇ, ਠੀਕ ਹੈ, ਕਿਉਂਕਿ ਇਹਦਾ ਸੰਬੰਧ ਜਾ ਕੇ ਕਿਹਦੇ ਨਾਲ ਹੋ ਜਾਂਦਾ ਹੈ, ਹਾਂਜੀ ਇਹ ਮੈਂ ਤੁਹਾਨੂੰ ਦੱਸਣਾ ਨਹੀਂ ਹੈ, ਤੁਸੀਂ ਦੱਸੋਗੇ ਕਿਹਦੇ ਨਾਲ ਸੰਬੰਧ ਹੋ ਜਾਂਦਾ ਰਿਟਸ ਦਾ। ਓਕੇ, ਕਿਉਂਕਿ ਆਪਾਂ ਇਹ ਬਹੁਤ ਚੰਗੀ ਤਰ੍ਹਾਂ ਲੈਕਚਰ ਸਾਰਾ ਕਰ ਚੁੱਕੇ ਹਾਂ। ਤੇ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਲਿੰਕ ਹੈ ਜੀ ਇਸ ਵੀਡੀਓ ਦੇ ਆਈ ਬਟਨ ਤੋਂ, ਉੱਥੇ ਜਾ ਕੇ ਤੁਸੀਂ ਜ਼ਰੂਰ ਕਰ ਲੈਣਾ। ਹਾਂਜੀ ਚਲੋ ਆਪਾਂ ਟੌਪਿਕ ਤੋਂ ਪਰੇ ਨਾ ਹੋਈਏ। ਤਾਂ ਇਹ ਸਾਰੀਆਂ ਗੱਲਾਂ ਕਿਹਦੇ ਨਾਲ ਰਿਲੇਟ ਕਰ ਰਹੀਆਂ, ਇਹ ਕਰ ਰਹੀਆਂ ਜੀ ਪਾਰਲੀਮੈਂਟ ਨਾਲ। ਤੇ ਬਾਈ ਚਾਂਸ ਜੇ ਤੁਸੀਂ ਭੁੱਲ ਵੀ ਜਾਂਦੇ ਹੋ ਤਾਂ ਇਹ ਚੀਜ਼ ਯਾਦ ਰੱਖਣੀ ਆ ਕਿ ਬ੍ਰਿਟਿਸ਼ ਜਿਹੜਾ ਸੰਵਿਧਾਨ ਆ ਉਹ ਤੋਂ ਜਿਹੜੀਆਂ ਵੀ ਚੀਜ਼ਾਂ ਲਈਆਂ ਗਈਆਂ ਉਹ ਸੰਸਦ ਨਾਲ ਸੰਬੰਧ ਰੱਖਦੀਆਂ। ਤੇ ਤੁਹਾਨੂੰ ਪੜ੍ਹ ਕੇ ਪਤਾ ਚੱਲ ਜਾਊਗਾ ਕਾਨੂੰਨ ਦਾ ਸ਼ਾਸਨ ਵੀ ਸੰਸਦ ਤਾਂ ਸੰਸਦ ਲਿਖਿਆ ਹੀ ਹੋਇਆ, ਵਿਧਾਨਕ ਪ੍ਰਕਿਰਿਆ ਕਿਹਦੇ ਰਾਹੀਂ ਚੱਲਦੀ ਹੈ, ਸੰਸਦ ਨਾਲ, ਠੀਕ ਹੈ। ਇਕਹਿਰੀ ਨਾਗਰਿਕਤਾ ਇਹ ਸਾਰਿਆਂ ਨੂੰ ਪਤਾ ਹੀ ਹੈ। ਇਸ ਤੋਂ ਬਾਅਦ ਕੈਬਨਿਟ ਸਿਸਟਮ ਸੰਸਦ ਨਾਲ ਹੈ, ਤੇ ਦੋ ਸਦਨੀ ਤਾਂ ਪਤਾ ਹੀ ਹੈ, ਠੀਕ ਹੈ। ਨੈਕਸਟ ਅਮਰੀਕੀ ਸੰਵਿਧਾਨ। ਅਮਰੀਕੀ ਸੰਵਿਧਾਨ ਤੋਂ ਕੀ ਲਿਆ ਗਿਆ? ਹੁਣ ਸਭ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਕਿਹਦੀ ਵਿਵਸਥਾ ਹੈ, ਹਾਂਜੀ ਹੁਣੇ ਸੁਰਖੀਆਂ ਦੇ ਵਿੱਚ ਰਹੇ ਨੇ ਬਾਈਡਨ ਸਾਹਿਬ, ਅਮਰੀਕਾ ਦੇ ਟਰੰਪ ਦੀ ਜਗ੍ਹਾ ਤੇ, ਹਨਾ। ਤਾਂ ਅਮਰੀਕਾ ਦੇ ਵਿੱਚ ਕੀ ਹੈ ਜੀ, ਰਾਸ਼ਟਰਪਤੀ ਹੈ, ਪ੍ਰੈਜ਼ੀਡੈਂਟ ਹੈ। ਤਾਂ ਜ਼ਿਆਦਾਤਰ ਚੀਜ਼ਾਂ ਉਹਦੇ ਨਾਲ ਹੀ ਰਿਲੇਟ ਕਰਨਗੀਆਂ, ਠੀਕ ਹੈ। ਹੁਣ ਅਮਰੀਕੀ ਸੰਵਿਧਾਨ ਵੇਲੇ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਹੈ ਕਿ ਇਹ ਸ਼ਕਤੀਆਂ ਨਾਲ ਸੰਬੰਧਿਤ ਹੈ, ਪਾਵਰਸ ਨਾਲ ਸੰਬੰਧਿਤ ਹੈ, ਠੀਕ ਹੈ। ਸਭ ਤੋਂ ਪਹਿਲਾਂ ਮੌਲਿਕ ਅਧਿਕਾਰ, ਜਿਹੜਾ ਅਮਰੀਕਾ ਗਾ ਉੱਥੇ ਉਹਨੂੰ ਬਹੁਤ ਵਧੀਆ ਕੰਟਰੀ ਮੰਨਿਆ ਜਾਂਦਾ ਹੈ ਕਿ ਬਹੁਤ ਸਹੂਲਤਾਂ ਨੇ ਉੱਥੇ, ਠੀਕ ਹੈ। ਇਹ ਸਹੂਲਤਾਂ ਮੇਨਲੀ ਕਿਤੇ ਡਿਪੈਂਡ ਨੇ, ਮੌਲਿਕ ਅਧਿਕਾਰਾਂ ਦੇ। ਤਾਂ ਮੌਲਿਕ ਅਧਿਕਾਰ ਫਿਰ ਅਸੀਂ ਕਿਤੋਂ ਲਏ ਆ, ਅਮਰੀਕਾ ਤੋਂ, ਠੀਕ ਹੈ। ਅਗਲਾ ਜੀ ਨਿਆਂਪਾਲਿਕਾ ਦੀ ਸੁਤੰਤਰਤਾ। ਮੌਲਿਕ ਅਧਿਕਾਰ ਤਾਂ ਹੀ ਸੁਰੱਖਿਅਤ ਰਹਿ ਸਕਦੇ ਆ ਜੇਕਰ ਨਿਆਂਪਾਲਿਕਾ ਸੁਤੰਤਰ ਹੋਵੇ, ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਾ ਹੋਵੇ। ਅੱਗੇ ਨਿਆਇਕ ਪੁਨਰ ਨਿਰੀਖਣ, ਇਹ ਤੁਹਾਨੂੰ ਤੁਸੀਂ ਸਾਰਿਆਂ ਨੇ ਪੜ੍ਹਿਆ ਹੋ ਪੋਲੀਟੀਕਲ ਦੇ ਵਿੱਚ, ਜੁਡੀਸ਼ੀਅਲ ਰਿਵਿਊ। ਇਹਦੀ ਜਿਹੜੀ ਸ਼ਕਤੀ ਹੈ ਕਿੱਥੋਂ ਗ੍ਰਹਿਣ ਕੀਤੀ ਹੈ ਅਸੀਂ, ਹਾਂਜੀ ਅਮਰੀਕਾ ਦੇ ਸੰਵਿਧਾਨ ਤੋਂ। ਨੈਕਸਟ ਰਾਸ਼ਟਰਪਤੀ ਦੇ ਮਹਾਦੋਸ਼ ਦਾ ਮੁਕੱਦਮਾ, ਸਰਵਉੱਚ ਅਦਾਲਤ ਜਾਂ ਉੱਚ ਅਦਾਲਤ ਦੇ ਜਿਹੜੇ ਜੱਜ ਆ ਉਹਨਾਂ ਨੂੰ ਹਟਾਉਣ ਦੀ ਵਿਧੀ, ਉਹਨਾਂ ਦੇ ਕੰਮ ਤੇ ਸੰਵਿਧਾਨ ਦੀ ਪ੍ਰਸਤਾਵਨਾ ਅਸੀਂ ਪਹਿਲਾਂ ਕਰ ਹੀ ਲਿਆ। ਨੈਕਸਟ ਉਪ ਰਾਸ਼ਟਰਪਤੀ ਦੀ ਪਦਵੀ ਦੀ ਵਿਵਸਥਾ। ਉਪ ਰਾਸ਼ਟਰਪਤੀ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਦੇ ਵਿੱਚ ਹੁਣ ਕੌਣ ਹੈ, ਹਾਂਜੀ ਕੌਣ ਹੈ, ਕਮੈਂਟ ਕਰਕੇ ਤੁਸੀਂ ਦੱਸਣਾ। ਤੇ ਉਹ ਭਾਰਤੀ ਮੂਲ ਦੇ ਨੇ, ਠੀਕ ਹੈ। ਉਹਨਾਂ ਦੀ ਮਦਰ ਜਿਹੜੀ ਉਹ ਭਾਰਤੀ ਮੂਲ ਦੇ ਸੀਗੇ, ਕਲੀਅਰ। ਤਾਂ ਉਹਨਾਂ ਦਾ ਨਾਮ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ, ਟਾਈਪ ਕਰ ਦਿਓ ਜੀ ਵੀਡੀਓ ਨੂੰ ਪੌਜ਼ ਕਰਕੇ। ਓਕੇ, ਤਾਂ ਇਹ ਦੇਖੋ ਇਹ ਸਾਰਾ ਸੰਬੰਧ ਕਿਹਦੇ ਨਾਲ ਆ, ਕਿਤੇ ਨਾ ਕਿਤੇ ਜਾ ਕੇ ਸ਼ਕਤੀਆਂ ਦੇ ਨਾਲ ਆ, ਰਾਸ਼ਟਰਪਤੀ ਦੇ ਨਾਲ ਆ। ਤੇ ਰਾਸ਼ਟਰਪਤੀ ਦੀ ਵਿਵਸਥਾ ਸਾਨੂੰ ਮਿਲਦੀ ਹੈ ਅਮਰੀਕੀ ਸੰਵਿਧਾਨ ਦੇ ਵਿੱਚ, ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਨੋਟ ਕਰ ਲੈਣਾ ਸਾਰੀਆਂ ਗੱਲਾਂ ਨੂੰ। ਅਗਲਾ ਹੈ ਜੀ ਆਇਰਲੈਂਡ, ਜਿਹਨੂੰ ਅਸੀਂ ਆਇਰਿਸ਼ ਕਹਿ ਦਿੰਦੇ ਹਾਂ, ਆਇਰਿਸ਼। ਆਇਰਲੈਂਡ ਦੇ ਸੰਵਿਧਾਨ ਤੋਂ, ਆਇਰਲੈਂਡ ਇਹ ਕਿਹਦੇ ਨਾਲ ਸੰਬੰਧ ਰੱਖਦਾ ਹੈ, ਸਟੇਟ ਦੇ ਨਾਲ, ਰਾਜ ਸ਼ਬਦ ਦੇ ਨਾਲ। ਤਾਂ ਇੱਥੋਂ ਲਿਆ ਗਿਆ ਹੈ ਜੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦੀ ਵਿਵਸਥਾ ਆਇਰਲੈਂਡ ਦੇ ਸੰਵਿਧਾਨ ਤੋਂ ਲਈ ਗਈ ਹੈ। ਨੈਕਸਟ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ। ਰਾਸ਼ਟਰਪਤੀ ਨੂੰ ਕਿਸ ਤਰੀਕੇ ਨਾਲ ਚੁਣਨਾ ਹੈ, ਠੀਕ ਹੈ। ਉਹਦੇ ਵਿੱਚ ਕਿਹਦੀ ਭੂਮਿਕਾ ਹੁੰਦੀ ਹੈ, ਹਾਂਜੀ ਰਾਜਾਂ ਦੀ ਭੂਮਿਕਾ ਹੁੰਦੀ ਹੈ। ਤਾਂ ਕਰਕੇ ਇਹਦਾ ਸੰਬੰਧ ਵੀ ਕਿਹਦੇ ਨਾਲ ਹੋ ਗਿਆ, ਸਟੇਟ ਨਾਲ। ਨੈਕਸਟ ਰਾਜ ਸਭਾ ਦੇ ਮੈਂਬਰਾਂ ਦੀ ਨਾਮਜ਼ਦਗੀ ਦੀ ਪ੍ਰਕਿਰਿਆ। ਹੁਣ ਰਾਜ ਸਭਾ ਦੇ ਵਿੱਚ ਕੌਣ ਹੁੰਦੇ ਨੇ, ਹਾਂਜੀ ਇਹਦਾ ਸੰਬੰਧ ਹੁੰਦਾ ਹੈ ਸਟੇਟ ਨਾਲ, ਠੀਕ ਹੈ। ਕਿਹਦੇ ਦੁਆਰਾ ਨਾਮਜ਼ਦਗੀ ਹੁੰਦੀ ਹੈ, ਪ੍ਰੈਜ਼ੀਡੈਂਟ ਦੁਆਰਾ, ਰਾਸ਼ਟਰਪਤੀ ਦੁਆਰਾ। ਤਾਂ ਹੁਣ ਤਿੰਨੇ ਚੀਜ਼ਾਂ ਅਸੀਂ ਬਣੀਆਂ, ਤਿੰਨਾਂ ਦਾ ਸੰਬੰਧ ਕਿਹਦੇ ਨਾਲ ਹੈ, ਸਟੇਟ ਨਾਲ ਹੈ। ਤਾਂ ਸਟੇਟ ਬਾਰੇ ਵਿਵਸਥਾਵਾਂ ਮਿਲਦੀਆਂ ਨੇ ਆਇਰਲੈਂਡ ਦੇ ਸੰਵਿਧਾਨ ਤੋਂ, ਕਲੀਅਰ। ਨੈਕਸਟ ਹੈ ਜੀ ਸਾਡੇ ਕੋਲੇ ਕੈਨੇਡਾ ਦਾ ਸੰਵਿਧਾਨ। ਦੇਖਦੇ ਹਾਂ ਇਹਦੇ ਵਿੱਚੋਂ ਕੀ ਲਿਆ ਆਪਾਂ। ਹਾਂਜੀ ਕੈਨੇਡਾ ਦੇ ਸੰਵਿਧਾਨ ਦੀ ਗੱਲ ਕਰੀਏ ਤਾਂ ਇਹ ਰਿਲੇਟ ਕਰਦਾ ਡਿਵੀਜ਼ਨ ਆਫ ਪਾਵਰਸ, ਸ਼ਕਤੀਆਂ ਦੀ ਵੰਡ, ਪਾਰਟਸ ਦੀ ਵੰਡ। ਸਭ ਤੋਂ ਪਹਿਲਾਂ ਜੀ ਪਾਵਰਫੁਲ ਸੈਂਟਰ ਵਿਦ ਫੈਡਰੇਸ਼ਨ ਸਿਸਟਮ। ਸੰਘੀ ਸਰਕਾਰ ਹੋਵੇਗੀ ਪਰ ਸ਼ਕਤੀਸ਼ਾਲੀ ਕੌਣ ਹੋਏਗਾ, ਹਾਂਜੀ ਸੈਂਟਰ ਸਰਕਾਰ ਹੋਏਗੀ। ਤਾਂ ਇਹ ਕਿੱਥੋਂ ਲਿਆ ਗਿਆ, ਕੈਨੇਡਾ ਤੋਂ। ਹੁਣ ਇਹਦਾ ਸੰਬੰਧ ਵੀ ਕਿਹਦੇ ਨਾਲ ਹੋ ਗਿਆ, ਸ਼ਕਤੀਆਂ ਦੇ ਨਾਲ, ਕਲੀਅਰ। ਨੈਕਸਟ ਬਚੀਆਂ ਖੁਚੀਆਂ ਸ਼ਕਤੀਆਂ ਕੇਂਦਰ ਕੋਲ, ਜਿਹੜੀਆਂ ਵੀ ਸ਼ਕਤੀਆਂ ਬਚ ਗਈਆਂ ਉਹ ਸਾਰੀਆਂ ਕੇਂਦਰ ਨੂੰ ਦਿੱਤੀਆਂ ਜਾਣਗੀਆਂ।
ਤਾਂ ਇਹ ਸੰਕਲਪ ਕਿੱਥੋਂ ਮਿਲਿਆ? ਹਾਂਜੀ, ਕੈਨੇਡਾ ਤੋਂ। ਸੰਬੰਧ ਕਿਹਦੇ ਨਾਲ ਆ? ਅਗੇਨ ਪਾਵਰਸ ਨਾਲ। ਨੈਕਸਟ, ਰਾਜਪਾਲ ਦੀ ਨਿਯੁਕਤੀ ਕੇਂਦਰ ਦੁਆਰਾ। ਹੁਣ ਭਾਵੇਂ ਕਿ ਰਾਸ਼ਟਰਪਤੀ ਦੁਆਰਾ ਹੁੰਦੀ ਹੈ, ਪਰ ਸਾਰੀ ਪ੍ਰਕਿਰਿਆ ਕੌਣ ਨਿਰਧਾਰਿਤ ਕਰਦਾ? ਕੇਂਦਰ ਸਰਕਾਰ ਹੀ ਨਿਰਧਾਰਿਤ ਕਰਦੀ ਹੈ ਰਾਜਪਾਲਾਂ ਨੂੰ ਚੁਣਨ ਦੀ। ਠੀਕ ਹੈ, ਤਾਂ ਅਗੇਨ ਇਹਦੀ ਸ਼ਕਤੀ ਕਿਹਦੇ ਕੋਲੇ ਆ? ਕੇਂਦਰ ਕੋਲੇ। ਗੱਲ ਕਿਹਦੀ ਆ ਗਈ? ਸ਼ਕਤੀਆਂ ਦੀ ਆ ਗਈ। ਨੈਕਸਟ, ਸਰਵਉੱਚ ਅਦਾਲਤ ਦਾ ਸਲਾਹਕਾਰੀ ਕਾਰਜ ਖੇਤਰ। ਤਾਂ ਇਹ ਸ਼ਕਤੀ ਕਿਹਦੀ ਆ ਗਈ? ਜਾਨੀ ਕਿ ਸਰਵਉੱਚ ਅਦਾਲਤ ਕੋਲੇ ਇਹ ਸ਼ਕਤੀ ਵੀ ਆ, ਸਲਾਹਕਾਰੀ ਦੀ ਸ਼ਕਤੀ ਵੀ ਆ। ਤਾਂ ਅਗੇਨ ਗੱਲ ਕਿਹਦੇ ਕੋਲ ਆ ਗਈ ਸਾਡੀ? ਪਾਵਰਸ ਕੋਲ, ਸ਼ਕਤੀਆਂ ਕੋਲ। ਤਾਂ ਇਹ ਸਾਰੀਆਂ ਸ਼ਕਤੀਆਂ ਨਾਲ ਜਿੰਨਾ ਵੀ ਜਿਹੜਾ ਸ਼ਕਤੀਆਂ ਨਾਲ ਸੰਬੰਧਿਤ ਟੌਪਿਕ ਆ ਸਾਡੇ ਕੋਲੇ ਸੰਵਿਧਾਨ ਦੇ ਵਿੱਚ ਲਿਆ ਗਿਆ, ਉਹ ਅਸੀਂ ਲਿਆ ਜੀ ਕੈਨੇਡਾ ਦੇ ਸੰਵਿਧਾਨ ਤੋਂ। ਠੀਕ ਹੈ, ਇੱਕ ਥੋੜ੍ਹੀ ਜਿਹੀ ਟ੍ਰਿਕੀ ਹੁੰਦੀ ਹੈ ਯਾਦ ਕਰਨ ਦੀ, ਬਾਕੀ ਤਾਂ ਜਦੋਂ ਸਾਡੇ ਦਿਮਾਗ ਦੇ ਵਿੱਚ ਇੱਕ ਦੋ ਵਾਰੀ ਅਸੀਂ ਪੜ੍ਹ ਲਈਏ ਤਾਂ ਉਹ ਚੀਜ਼ਾਂ ਯਾਦ ਆਟੋਮੈਟਿਕਲੀ ਹੀ ਹੋ ਜਾਂਦੀਆਂ ਨੇ। ਠੀਕ ਹੈ, ਰੱਟਾ ਮਾਰਨ ਨਾਲ ਨਹੀਂ ਹੁੰਦੀਆਂ, ਇਸ ਤਰ੍ਹਾਂ ਸਮਝਣ ਨਾਲ ਅਸੀਂ ਕਰ ਸਕਦੇ ਹਾਂ। ਠੀਕ ਹੈ, ਜਦੋਂ ਅਸੀਂ ਕਨਸੈਪਟ ਹੀ ਕਲੀਅਰ ਕਰ ਲਿਆ ਕਿ ਪਾਵਰਸ ਨਾਲ ਰਿਲੇਟ ਕਰ ਰਿਹਾ, ਸ਼ਕਤੀਆਂ ਨਾਲ ਰਿਲੇਟ ਕਰ ਰਿਹਾ, ਸ਼ਕਤੀਆਂ ਦੀ ਵੰਡ ਨਾਲ ਰਿਲੇਟ ਕਰ ਰਿਹਾ, ਤਾਂ ਫਿਰ ਓਬਵੀਅਸ ਆ ਕੈਨੇਡਾ। ਠੀਕ ਹੈ, ਚਲੋ ਇਹਦੇ ਨਾਲ ਇੱਕ ਜਿਹੜੀ ਮੈਂ ਯਾਦ ਕੀਤੀ ਸੀ ਤੁਹਾਡੇ ਨਾਲ ਸਾਂਝੀ ਕਰ ਲੈਂਦੀ ਹਾਂ। ਮੈਂ ਕੀਤਾ ਸੀ ਇੱਕ ਕੈਨੇਡਾ ਮਤਲਬ ਸਲੇਡਾ ਜਿਹੜਾ ਆਪਾਂ ਕਹਿੰਦੇ ਹਾਂ, ਉਹਦੇ ਕੋਲ ਕੀ ਹੈ? ਸ਼ਕਤੀਆਂ। ਸ਼ਕਤੀਆਂ ਨਾਲ ਕੀ ਕਰਦਾ? ਰੂਪ ਧਾਰਨ ਕਰਦਾ। ਤਾਂ ਕੈਨੇਡਾ ਸਲੇਡਾ ਸ਼ਕਤੀਆਂ ਨਾਲ ਸੰਬੰਧ ਹੈ। ਸ਼ਕਤੀਆਂ ਨਾਲ ਸੰਬੰਧਿਤ ਜਿੰਨੇ ਵੀ ਟੌਪਿਕ ਮਿਲਦੇ ਆ ਉਹ ਸਾਰੇ ਕਿਹਦੇ ਨਾਲ ਰਿਲੇਟ ਕਰਨਗੇ? ਹਾਂਜੀ, ਸਲੇਡੇ ਨਾਲ। ਸਲੇਡਾ ਮਤਲਬ ਕੈਨੇਡਾ। ਕਲੀਅਰ? ਨੈਕਸਟ 31 ਨੰਬਰ, ਸੌਰੀ ਜੇਕਰ ਤੁਹਾਨੂੰ ਟ੍ਰਿਕ ਔੜ ਲੱਗੀ ਤਾਂ ਇਟਸ ਓਕੇ। ਚਲੋ, ਆਸਟ੍ਰੇਲੀਆਈ ਸੰਵਿਧਾਨ। ਆਸਟ੍ਰੇਲੀਆਈ ਜਿਹੜਾ ਸੰਵਿਧਾਨ ਆ ਉੱਥੋਂ ਕੀ ਲਿਆ ਗਿਆ? ਉਹ ਲਿਆ ਗਿਆ ਹੈ ਜੀ ਜੁਆਇਨਿੰਗ ਪਾਵਰ, ਜੋੜਨ ਦੀਆਂ ਸ਼ਕਤੀਆਂ। ਜੋੜਨ ਦੀਆਂ ਸ਼ਕਤੀਆਂ। ਸਭ ਤੋਂ ਪਹਿਲਾਂ ਹੈ ਜੀ ਸਮਵਰਤੀ ਸੂਚੀ। ਸਮਵਰਤੀ ਸੂਚੀ ਜਿਹੜੀ ਕਿ ਸਾਂਝੀ ਸੂਚੀ ਆ, ਦੋਨਾਂ ਦਾ ਜੋੜ ਹੋਇਆ ਕੇਂਦਰ ਤੇ ਰਾਜ ਦਾ। ਠੀਕ ਹੈ, ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਕਿਹੜੇ ਆਰਟੀਕਲ ਅਧੀਨ ਹੁੰਦੀ ਹੈ? 108। 108 ਮਲਕਿਆਂ ਦੀ ਮਾਲਾ। ਠੀਕ ਹੈ, 108 ਮਣਕੇ ਦੀ ਮਾਲਾ ਆਪਾਂ ਅਕਸਰ ਹੀ ਸੁਣਦੇ ਹਾਂ। ਜੋੜਦੀ ਹੈ ਲਿਵ ਕਿਹਦੇ ਨਾਲ? ਪਰਮਾਤਮਾ ਨਾਲ, ਨਾਮ ਸਿਮਰਨ ਕਰਨ ਦੇ ਨਾਲ। ਤਾਂ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਆਰਟੀਕਲ ਵੀ ਤੁਹਾਡੇ ਯਾਦ ਰਹੂਗਾ ਨਾਲ ਦੀ ਨਾਲ। ਕਿੱਥੋਂ ਲਿਆ ਗਿਆ ਜੀ ਇਹ ਵਾਲਾ ਆਰਟੀਕਲ? ਇਹ ਲਿਆ ਗਿਆ ਹੈ ਆਸਟ੍ਰੇਲੀਆਈ ਸੰਵਿਧਾਨ ਤੋਂ। ਆਸਟ੍ਰੇਲੀਆਈ ਸੰਵਿਧਾਨ, ਆਸਟ੍ਰੇਲੀਆ ਕਿਹਦੇ ਨਾਲ ਸ਼ੁਰੂ ਹੋ ਰਿਹਾ? ਆਸ ਨਾਲ। ਠੀਕ ਹੈ, ਆਸ ਕਿਹਦੀ ਆ? ਜੁੜਨ ਦੀ। ਤਾਂ ਜੋੜਨ ਵਾਲੀ ਗੱਲ ਕਾਹਦੇ ਵਿੱਚ ਆ ਗਈ? ਸਮਵਰਤੀ ਸੂਚੀ ਵਿੱਚ। ਕੇਂਦਰ ਤੇ ਰਾਜ ਨੂੰ ਤੇ ਸੰਸਦ ਦੇ ਦੋਨਾਂ ਸਦਨਾਂ ਨੂੰ, ਦੋਨਾਂ ਦੀ ਆਪਸੀ ਬੈਠਕ। ਕਲੀਅਰ? ਨੈਕਸਟ ਵਾਈਮਰ ਆ ਗਿਆ ਹੁਣ ਸਾਡੇ ਕੋਲੇ। ਜਰਮਨੀ ਦਾ ਸੰਵਿਧਾਨ ਇੱਕੋ ਇੱਕ ਚੀਜ਼ ਹੈ ਜੀ, ਐਮਰਜੈਂਸੀ ਸਮੇਂ ਮੌਲਿਕ ਅਧਿਕਾਰਾਂ ਤੇ ਰੋਕ। ਐਮਰਜੈਂਸੀ ਸਮੇਂ ਮੌਲਿਕ ਅਧਿਕਾਰਾਂ ਤੇ ਰੋਕ ਦੀ ਜਿਹੜੀ ਵਿਵਸਥਾ ਸਾਡੇ ਸੰਵਿਧਾਨ ਦੇ ਵਿੱਚ ਮਿਲਦੀ ਹੈ ਕਿ ਮੌਲਿਕ ਅਧਿਕਾਰ ਆ ਜਿਹੜੇ ਉਹਨਾਂ ਦਾ ਵੀ ਨਿਲੰਬਨ ਹੋਇਆ ਜਾ ਸਕਦਾ। ਠੀਕ ਹੈ, ਨਿਲੰਬਨ ਕੀਤਾ ਜਾ ਸਕਦਾ ਉਹਨਾਂ ਨੂੰ। ਤਾਂ ਇਹ ਵਿਵਸਥਾ ਲਈ ਗਈ ਹੈ ਜਰਮਨੀ ਤੋਂ। ਠੀਕ ਹੈ, ਤਾਂ ਹੁਣ ਇਹਨੂੰ ਤੁਸੀਂ ਕਿਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਜ਼ੋਰ ਮਤਲਬ ਜਰ ਮਤਲਬ ਜ਼ੋਰ ਹੈ ਨਾ, ਜ਼ੋਰ ਤੇ ਮਨੀ ਨਾਲ, ਜਾਨੀ ਕਿ ਪੈਸੇ ਤੇ ਤਾਕਤ ਨਾਲ ਜਿਹੜਾ ਬੰਦਾ ਕੀ ਕਰ ਸਕਦਾ? ਦੂਜਿਆਂ ਦੇ ਮੌਲਿਕ ਅਧਿਕਾਰਾਂ ਤੇ ਰੋਕ ਲਾ ਸਕਦਾ। ਇੱਕ ਮਤਲਬ ਹਲਕੀ ਜਿਹੀ ਟ੍ਰਿਕ ਆਪਾਂ ਯਾਦ ਰੱਖਣੀ ਆ, ਸੀਰੀਅਸ ਨਹੀਂ ਲੈਣਾ ਇਹਨੂੰ। ਠੀਕ ਹੈ, ਜ਼ੋਰ ਤੇ ਮਨੀ ਵਾਲਾ ਬੰਦਾ ਦੂਜਿਆਂ ਨੂੰ ਦਬਾ ਦਿੰਦਾ। ਠੀਕ ਹੈ, ਤਾਂ ਫਿਰ ਅਧਿਕਾਰਾਂ ਤੇ ਰੋਕ ਲੱਗ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ। ਠੀਕ ਹੈ, ਨੈਕਸਟ ਫਰਾਂਸ ਦਾ ਸੰਵਿਧਾਨ। ਇਹ ਬਹੁਤ ਜ਼ਰੂਰੀ ਹੈ, ਇਹਨੂੰ ਧਿਆਨ ਨਾਲ ਕਰ ਲਿਓ। ਇੱਥੋਂ 2 ਸੱਸੇ ਤੇ 1 ਭੱਬਾ ਯਾਦ ਰੱਖਣਾ ਤੁਸੀਂ। ਠੀਕ ਹੈ, ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ। ਸੁਤੰਤਰਤਾ, ਸਮਾਨਤਾ, ਭਾਈਚਾਰਾ, ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਨੂੰ ਕਾਹਦੇ ਵਿੱਚ ਮਿਲਦੀਆਂ? ਪ੍ਰਸਤਾਵਨਾ ਦੇ ਵਿੱਚ ਵੀ ਮਿਲਦੀਆਂ। ਅਗੇਨ ਮੈਂ ਪੜ੍ਹਦੀ ਹਾਂ, ਸੁਤੰਤਰਤਾ ਯਾਨੀ ਕਿ ਫ੍ਰੀ ਹੋਣਾ, ਫ੍ਰੈਂਚ ਹੈ ਨਾ, ਸਮਾਨਤਾ ਤੇ ਭਾਈਚਾਰਾ। ਕਲੀਅਰ? ਰਾਰਾ ਚੱਚੇ ਤੋਂ ਤੁਹਾਨੂੰ ਹੀ ਪਤਾ ਲੱਗ ਜੂ, ਇਹਦੇ 'ਚ ਵੀ ਰਾਰਾ ਚੱਚਾ ਹੈ ਨਾ। ਆ ਦੇਖੋ, ਚਾਰਾ, ਇਹ 'ਚ ਰੱਚ, ਇਹ 'ਚ ਚਰ। ਇਹ ਤਾਂ ਯਾਦ ਰਹੂਗਾ। ਆ ਦੋਨੇ ਯਾਦ ਹੋਣਗੇ ਤੁਹਾਡੇ, ਸੁਤੰਤਰਤਾ ਤੇ ਸਮਾਨਤਾ। ਕਲੀਅਰ? ਤੇ ਇੱਕ ਚੀਜ਼ ਹੋਰ ਯਾਦ ਰੱਖਿਓ, ਜਿਹੜਾ ਰਿਪਬਲਿਕ ਹੈ, ਗਣਤੰਤਰ ਦੀ ਵਿਵਸਥਾ ਹੈ, ਉਹ ਵੀ ਕਿੱਥੋਂ ਲਈ ਗਈ ਹੈ? ਉਹ ਵੀ ਲਈ ਗਈ ਹੈ ਜੀ ਫ੍ਰੈਂਚ ਤੋਂ। ਕਲੀਅਰ? ਨੈਕਸਟ ਹੈ ਸਾਡੇ ਕੋਲੇ ਦੱਖਣੀ ਅਫਰੀਕੀ ਸੰਵਿਧਾਨ, ਸਾਊਥ ਅਫਰੀਕਾ। ਦੇਖਦੇ ਹਾਂ ਇੱਥੋਂ ਕੀ ਲਿਆ ਜੀ। ਸੰਵਿਧਾਨ 'ਚ ਸੋਧ ਕਰਨ ਦੀ ਵਿਧੀ। ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਜਿਹੜੀ ਵਿਧੀ ਹੈ ਉਹ ਲਈ ਹੈ ਅਸੀਂ ਦੱਖਣੀ ਅਫਰੀਕੀ ਸੰਵਿਧਾਨ ਤੋਂ, ਕਿਉਂਕਿ ਦੱਖਣੀ ਅਫਰੀਕੀ ਸੰਵਿਧਾਨ ਮਤਲਬ ਇਹ ਦੇਸ਼ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਕੁਝ ਸਹਿਣਾ ਪਿਆ ਇਸ ਦੇਸ਼ ਨੂੰ। ਠੀਕ ਹੈ, ਤਾਂ ਉੱਥੋਂ ਦੇ ਸਿਸਟਮ ਦੇ ਵਿੱਚ ਚੇਂਜ ਕਰਨਾ ਜ਼ਰੂਰੀ ਸੀ, ਚੇਂਜ ਆਉਣਾ ਜ਼ਰੂਰੀ ਸੀ। ਤਾਂ
ਇੱਥੋਂ ਤੁਸੀਂ ਯਾਦ ਰੱਖ ਸਕਦੇ ਹੋ ਵੀ ਚੇਂਜ ਆਉਣਾ ਕਾਹਦੇ ਨਾਲ ਚੇਂਜ ਆਊ, ਸੋਧ ਕਰਨ ਨਾਲ। ਤਾਂ ਸੋਧ ਕਰਨ ਦੀ ਵਿਧੀ ਅਸੀਂ ਕਿੱਥੋਂ ਲਈ ਆ, ਦੱਖਣੀ ਅਫਰੀਕਾ ਤੋਂ। ਤੇ ਦੂਸਰਾ ਹੈ ਜੀ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਦੀ ਵਿਧੀ, ਇਹ ਵੀ ਤੁਸੀਂ ਦੱਖਣੀ ਅਫਰੀਕਾ ਤੋਂ ਲਈ ਹੈ, ਤੁਸੀਂ ਨਹੀਂ ਆਪਾਂ, ਸੌਰੀ, ਠੀਕ ਹੈ। ਇਹ ਵੀ ਆਪਾਂ ਯਾਦ ਰੱਖ ਲੈਣਾ, ਦੱਖਣੀ ਅਫਰੀਕਾ ਤੋਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਰਨ ਦੀ ਵਿਧੀ। ਕਲੀਅਰ। ਨੈਕਸਟ, ਸੋਵੀਅਤ ਸੰਘ ਤੋਂ ਕੀ ਲਿਆ, ਰੂਸ ਤੋਂ ਕੀ ਲਿਆ। ਇੱਕ ਚੀਜ਼ ਅਸੀਂ ਪਹਿਲਾਂ ਵੀ ਡਿਸਕਸ ਕਰੀ ਹੈ, ਰੂਸ ਤੋਂ ਲਈ ਸੀ, ਜਿਹੜੀ ਦਿਮਾਗ ਦੇ ਵਿੱਚ ਦੇਖੋ ਘੁਮਾਓ ਫਿਰ ਕੀ ਯਾਦ ਕਰਿਆ ਸੀ। ਓਕੇ, ਸੋਵੀਅਤ ਸੰਘ ਰੂਸ, ਇਹ ਤੋਂ ਲਏ ਨੇ ਅਸੀਂ ਮੌਲਿਕ ਕਰਤੱਵ। ਮੌਲਿਕ ਕਰਤੱਵ ਕੀ ਤੋਂ ਲਏ ਨੇ ਜੀ, ਸੋਵੀਅਤ ਸੰਘ ਤੋਂ, ਜਿਸ ਨੂੰ ਬਾਅਦ ਦੇ ਵਿੱਚ ਰੂਸ ਕਿਹਾ ਜਾਣ ਲੱਗ ਪਿਆ। ਤੇ ਪ੍ਰਸਤਾਵਨਾ ਦੇ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਇਹ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਇਹ ਤਿੰਨੇ ਕਿੱਥੋਂ ਲਏ ਗਏ ਆ, ਇਹ ਲਏ ਗਏ ਆ ਜੀ ਰੂਸ ਦੇ ਵਿੱਚੋਂ, ਰੂਸ ਦੇ ਸੰਵਿਧਾਨ ਦੇ ਵਿੱਚੋਂ, ਠੀਕ ਹੈ। ਮੌਲਿਕ ਕਰਤੱਵ ਇਹ ਵੈਰੀ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖਿਓ, ਆਦਾ ਅਸੀਂ ਪਹਿਲਾਂ ਹੀ ਕਰ ਲਿਆ ਪ੍ਰਸਤਾਵਨਾ ਦੇ ਵਿੱਚ, ਠੀਕ ਹੈ ਜੀ। ਹਾਂਜੀ, ਅੱਗੇ ਜਾਪਾਨ ਦੇ ਵਿੱਚੋਂ ਸਿਰਫ ਇੱਕ ਹੀ ਹੈ, ਕੰਸੈਪਟ ਆਫ ਪ੍ਰੋਸੀਜਰ ਇਸਟੈਬਲਿਸ਼ਡ ਬਾਏ ਲਾਅ, ਠੀਕ ਹੈ, ਕਾਰਜ ਵਿਧੀ ਸਾਰੀ ਲਾਅ ਦੀ, ਇਹਦਾ ਕੰਸੈਪਟ। ਓਕੇ ਜੀ, ਇਹ ਸਾਰੀਆਂ ਚੀਜ਼ਾਂ ਹੋ ਗਈਆਂ ਸੋਰਸ ਵਾਲੀਆਂ, ਜਿੱਥੋਂ ਅਸੀਂ ਵੱਖ-ਵੱਖ ਵਿਵਸਥਾਵਾਂ ਲਈਆਂ ਨੇ, ਅਲੱਗ-ਅਲੱਗ ਸੋਰਸਿਸ ਤੋਂ, ਅਲੱਗ-ਅਲੱਗ ਕੌਂਸਟੀਟਿਊਸ਼ਨਸ ਤੋਂ, ਠੀਕ ਹੈ। ਨੈਕਸਟ ਸਾਡਾ ਕੁਐਸਚਨ ਹੈ ਜੀ ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ, 395 ਅਨੁਛੇਦ ਸੀਗੇ, ਠੀਕ ਹੈ। ਪਹਿਲਾਂ 8 ਅਨੁਸੂਚੀਆਂ ਸੀਗੀਆਂ, 12 ਨੇ ਹੁਣ। ਦੇਖਦੇ ਹਾਂ ਕਿਹੜੀਆਂ-ਕਿਹੜੀਆਂ, ਧਿਆਨ ਨਾਲ ਦੇਖਣਾ ਇਹਨਾਂ ਸਾਰੀਆਂ ਨੂੰ, ਠੀਕ ਹੈ ਜੀ। ਸਭ ਤੋਂ ਪਹਿਲਾਂ ਫਸਟ, ਇੱਕ ਦੂਜੇ ਨਾਲ ਜੋੜਦੇ ਜਾਣਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਰਹਿ ਜਾਵੇ, ਠੀਕ ਹੈ। ਨਾਲ ਦੀ ਨਾਲ ਪੌਜ਼ ਕਰ ਕਰਕੇ ਰਿਪੀਟ ਕਰਦੇ ਜਾਣਾ, ਫਿਰ ਹੀ ਯਾਦ ਰਹਿਣਗੀਆਂ ਤੁਹਾਨੂੰ। ਸਭ ਤੋਂ ਪਹਿਲਾਂ ਹੈ ਜੀ ਪਹਿਲੀ, ਦੇਖੋ ਸੰਵਿਧਾਨ ਅਸੀਂ ਬਣਾਉਣਾ ਤਾਂ ਪਹਿਲਾ ਕੰਮ ਕੀ ਹੈ, ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਉਹਨਾਂ ਦੇ ਖੇਤਰਾਂ ਦੀ ਸੂਚੀ। ਜੇ ਪਹਿਲਾਂ ਅਸੀਂ ਇਹ ਦੇਖਾਂਗੇ ਕਿੰਨੇ ਸਟੇਟ ਬਣਾਉਣੇ ਆ, ਅਸੀਂ ਕਿੰਨੀਆਂ ਅਸੀਂ ਯੂਟੀ ਬਣਾਉਣੀਆਂ, ਠੀਕ ਹੈ, ਤੇ ਕਿੰਨੀਆਂ ਉਹਦੇ ਅੰਡਰ ਜਿਹੜੇ ਖੇਤਰ ਹੋਣਗੇ ਉਹ ਕਿੰਨੇ ਹੋਣਗੇ, ਪਹਿਲਾਂ ਉਹਦੀ ਲਿਸਟ ਤਿਆਰ ਹੋਊਗੀ ਨਾ। ਕਲੀਅਰ, ਮਾਈਂਡ ਦੇ ਵਿੱਚ ਫਿਕਸ ਹੋ ਗਿਆ। ਪਹਿਲੀ ਦੇ ਵਿੱਚ ਕੀ ਆ, ਹਾਂਜੀ ਆਈਜ਼ ਕਲੋਜ਼ ਕਰਕੇ ਕਰੋ ਆਪਣੇ ਦਿਮਾਗ ਦੇ ਵਿੱਚ ਰਿਪੀਟ, ਕੀ ਕੀਤਾ ਅਸੀਂ, ਰਾਜ ਬਣਾਏ, ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ, ਤੇ ਦੋਨਾਂ ਦੇ ਅੰਦਰ ਕਿਹੜੇ-ਕਿਹੜੇ ਖੇਤਰ ਆਉਣਗੇ ਉਹਦੀ ਸੂਚੀ ਬਣਾ ਲਈ। ਇਹ ਹੋ ਗਈ ਜੀ ਸਾਡੀ ਪਹਿਲੀ ਲਿਸਟ ਤਿਆਰ। ਅਗਲੀ, ਹੁਣ ਉਹਨਾਂ ਨੂੰ ਕੰਟਰੋਲ ਕਰਨ ਲਈ ਵੀ ਕੋਈ ਚਾਹੀਦਾ, ਠੀਕ ਹੈ। ਰਾਸ਼ਟਰਪਤੀ ਲੈ ਲਏ ਅਸੀਂ, ਇੱਕੋ ਹੀ ਰਾਸ਼ਟਰਪਤੀ ਲਿਆ, ਠੀਕ ਹੈ। ਉਹਦੇ ਨਾਲ ਗਵਰਨਰ, ਉਹਦੇ ਨਾਲ ਸਪੀਕਰ, ਉਹਦੇ ਨਾਲ ਡਿਪਟੀ ਸਪੀਕਰ। ਇਹਨਾਂ ਸਾਰਿਆਂ ਨੂੰ ਕਿਵੇਂ ਚੁਣਨਾ, ਕੀ ਇਹਨਾਂ ਦੇ ਅਧਿਕਾਰ ਆ, ਕੀ ਇਹਨਾਂ ਨੂੰ ਫਿਰ ਤਨਖਾਹ ਦੇਵਾਂਗੇ ਅਸੀਂ, ਸਾਰਾ ਕੁਛ ਕਾਹਦੇ 'ਚ ਆ ਗਿਆ ਸਾਡੇ ਕੋਲੇ, ਇਹ ਸਾਰੀ ਵਿਵਸਥਾ ਅਸੀਂ ਬਣਾ ਲਈ ਦੂਜੇ ਵਿੱਚ। ਹਾਂਜੀ, ਪਹਿਲੇ ਨਾਲ ਰਿਲੇਟ ਕਰ ਲਓ, ਪਹਿਲਾਂ ਅਸੀਂ ਕੀ ਬਣਾਏ, ਰਾਜ ਬਣਾਏ, ਫਿਰ ਯੂਟੀ ਬਣਾਈਆਂ, ਠੀਕ ਹੈ। ਉਹਦੇ ਨਾਲ ਨਾਲ ਉਹਨਾਂ ਦੇ ਅੰਡਰ ਆਉਣ ਵਾਲੇ ਖੇਤਰ ਬਣਾਏ, ਇਹ ਸਾਡਾ ਪਹਿਲਾ ਕੰਮ ਹੋ ਗਿਆ। ਦੂਜੀ ਲਿਸਟ ਅਸੀਂ ਚੱਕੀ, ਉਹਦੇ ਵਿੱਚ ਅਸੀਂ ਦੇਖਿਆ ਕਿ ਇਹਨਾਂ ਨੂੰ ਕੰਟਰੋਲ ਕੌਣ ਕਰੂਗਾ, ਰਾਸ਼ਟਰਪਤੀ ਕਰੂਗਾ, ਗਵਰਨਰ ਕਰੂਗਾ, ਸਪੀਕਰ ਵੀ ਚਾਹੀਦਾ ਸਾਨੂੰ, ਡਿਪਟੀ ਸਪੀਕਰ ਵੀ ਚਾਹੀਦਾ, ਉਹਨਾਂ ਦੇ ਕੀ ਕੰਮ ਆ, ਉਹਨਾਂ ਨੂੰ ਕੀ ਅਸੀਂ ਤਨਖਾਹ ਦੇਣੀ ਆ, ਸਭ ਕੁਛ, ਉਹ ਸਾਡਾ ਦੂਜਾ ਕੰਮ ਹੋ ਗਿਆ। ਦੂਜੀ ਲਿਸਟ ਸਾਡੀ ਬਣ ਗਈ। ਹੁਣ ਆ ਜਾਓ ਤੀਜੀ ਤੇ, ਹੁਣ ਅਸੀਂ ਇਹ ਵੀ ਪੱਕਾ ਕਰਨਾ ਵੀ ਉਹ ਕੀ ਆ, ਉਹਦਾ ਕੰਮ ਵਧੀਆ ਕਰਨਗੇ ਕਿ ਨਹੀਂ ਕਰਨਗੇ, ਉਹਨਾਂ ਨੂੰ ਸਹੁੰ ਵੀ ਸਾਨੂੰ ਚੁਕਾਉਣੀ ਪੈਣੀ ਆ, ਵਿਸ਼ਵਾਸ ਲੈਣਾ ਪੈਣਾ ਵੀ ਹਾਂ ਭਾਈ ਤੁਸੀਂ ਆਪਦਾ ਕੰਮ ਆ ਜਿਹੜਾ ਉਹ ਵਧੀਆ ਕਰਿਓ, ਠੀਕ ਹੈ। ਤਾਂ ਸਹੁੰ ਚੁੱਕਣ ਤੇ ਪੁਸ਼ਟੀ ਕਰਨ ਦੀ ਜਿਹੜੀ ਵਿਵਸਥਾ ਉਹ ਸਾਡੀ ਫਿਰ ਤੀਜੀ ਅਨੁਸੂਚੀ 'ਚ ਆ ਗਈ। 3 ਕੰਮ ਨਿਬੇੜਤੇ ਅਸੀਂ, ਠੀਕ ਹੈ। ਦੁਬਾਰਾ ਇੱਥੇ ਵੀਡੀਓ ਨੂੰ ਪੌਜ਼ ਕਰਕੇ ਰਿਪੀਟ ਕਰ ਲਓ, 3 ਕੰਮ ਕਿਹੜੇ ਨਿਬੇੜੇ ਆ ਤੁਸੀਂ, 3 ਸੂਚੀਆਂ ਕਿਹੜੀਆਂ ਬਣਾਈਆਂ। ਕਲੀਅਰ। ਨੈਕਸਟ, ਹੁਣ ਉਹਨਾਂ ਨੂੰ ਸਹੁੰ ਵੀ ਚੁਕਾਤੀ। ਅਗਲਾ ਕੰਮ ਕੀ ਆ, ਰਾਜਾਂ ਦੀਆਂ ਪ੍ਰੀਸ਼ਦਾਂ ਵਿੱਚ ਸੀਟਾਂ ਦੀ ਵੰਡ, ਠੀਕ ਹੈ। ਹੁਣ ਉਹ ਤਾਂ ਸਾਰੇ ਲੜਨਗੇ ਕਿਉਂਕਿ ਵੀ ਅਸੀਂ ਇੰਨੀਆਂ ਸੀਟਾਂ ਲੈਣੀਆਂ, ਅਸੀਂ ਇੰਨੀਆਂ, ਤਾਂ ਅਲੱਗ-ਅਲੱਗ ਜਿਹੜੀਆਂ ਸੀਟਾਂ ਉਹਨਾਂ ਦੀ ਵੰਡ ਕਰਨੀ ਵੀ ਜ਼ਰੂਰੀ ਆ, ਵੀ ਰਾਜਾਂ ਨੂੰ ਅਸੀਂ ਕਿਹੜੇ ਰਾਜ ਨੂੰ ਕਿੰਨੀਆਂ ਦੇਣੀਆਂ, ਠੀਕ ਹੈ। ਜਾਣੀ ਕਿ ਰਾਜ ਸਭਾ ਦੇ ਵਿੱਚ ਸਥਾਨ ਉਹਨਾਂ ਦਾ ਕਿੰਨਾ ਹੋਊਗਾ, ਕਿੰਨੇ ਮੈਂਬਰ ਆਉਣਗੇ, ਤਾਂ ਉਹ ਸਾਡਾ ਚੌਥਾ ਕੰਮ ਆ, ਠੀਕ ਹੈ। ਚੌਥੇ ਨੰਬਰ ਵਿੱਚ ਅਸੀਂ ਕੀ ਕੀਤਾ, ਸੀਟਾਂ ਨੂੰ ਵੰਡਤਾ। ਕਲੀਅਰ। ਜਿਵੇਂ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ, 4 ਦਿਸ਼ਾਵਾਂ, ਚਾਰੇ ਵੰਡੀਆਂ ਗਈਆਂ, ਇੱਧਰ, ਜਾਣੀ ਕਿ ਚੌਥੇ ਨੰਬਰ 'ਤੇ ਅਸੀਂ ਕੀ ਕਰਤਾ, ਅਲੱਗ-ਅਲੱਗ ਸੀਟਾਂ ਦੀ ਵੰਡ ਕਰਤੀ। ਕਲੀਅਰ। ਨੈਕਸਟ, ਪੰਜਵਾਂ, ਹੁਣ ਇਹ ਵੀ ਸਾਨੂੰ ਪਤਾ ਵੀ ਰਾਜਾਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਇੱਕ ਸਮਾਨ ਤਾਂ ਹੈ ਨਹੀਂਗੇ, ਠੀਕ ਹੈ। ਕਈ ਬਹੁਤ ਜ਼ਿਆਦਾ ਮਤਲਬ ਹੇਠਲੇ ਵਰਗ ਦੇ ਲੋਕ ਨੇ, ਠੀਕ ਹੈ, ਕਈ ਬਹੁਤ ਜ਼ਿਆਦਾ ਉੱਚ ਵਰਗ ਦੇ ਲੋਕ ਨੇ, ਇਸ ਤਰ੍ਹਾਂ ਦੀ ਜਿਹੜੀ ਵਰਗ ਵਿਭਿੰਨਤਾ ਉਹ ਪਾਈ ਜਾਂਦੀ ਹੈ, ਸਾਡਾ ਸਮਾਜ ਇਹਦੇ ਵਿੱਚ ਬਿਲੀਵ ਕਰਦਾ। ਤਾਂ ਫਿਰ ਇਹਦੇ ਲਈ ਅਸੀਂ ਕੀ ਕਰਾਂਗੇ, ਹੁਣ ਅਸੀਂ ਸੀਟਾਂ ਦੀ ਵੰਡ ਤਾਂ ਕਰਤੀ, ਪਰ ਉਹਨਾਂ ਜਿਹੜੀਆਂ ਜਨਜਾਤੀਆਂ ਉਹਨਾਂ ਲਈ ਅਸੀਂ ਕੀ ਕਰਾਂਗੇ,
ਉਹਦੇ ਲਈ ਫਿਰ ਅਸੀਂ 5 ਨੰਬਰ 'ਚ ਕੀ ਕਰਾਂਗੇ, ਅਨੁਸੂਚਿਤ ਖੇਤਰਾਂ ਤੇ ਅਨੁਸੂਚਿਤ ਜਨਜਾਤੀਆਂ ਦੇ ਪ੍ਰਸ਼ਾਸਨ ਤੇ ਨਿਯੰਤਰਣ ਦੀ ਵਿਵਸਥਾ ਅਲੱਗ ਤੋਂ ਕਰ ਦਾਂਗੇ। ਵੀ ਜਿੰਨੇ ਵੀ ਅਨੁਸੂਚਿਤ ਖੇਤਰ ਨੇ ਜਾਂ ਜਿੰਨੀਆਂ ਵੀ ਅਨੁਸੂਚਿਤ ਜਨਜਾਤੀਆਂ ਨੇ, ਉਹਨਾਂ ਦਾ ਜਿਹੜਾ ਪ੍ਰਸ਼ਾਸਨ ਆ, ਉਹਨਾਂ ਨੂੰ ਕੀ ਅਧਿਕਾਰ ਮਿਲਣੇ ਆ, ਕੀ ਵਿਵਸਥਾਵਾਂ ਨੇ ਤੇ ਕੀ ਉਹਨਾਂ ਤੇ ਕੰਟਰੋਲ ਰਹੂਗਾ। ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਾਹਦੇ 'ਚ ਕਰਤਾ, ਹਾਂਜੀ 5 ਨੰਬਰ ਦੇ ਵਿੱਚ ਐਡ ਕਰਤਾ। ਠੀਕ ਹੈ, ਉਸ ਤੋਂ ਬਾਅਦ ਅੱਗੇ ਚੱਲੋ 6 ਨੰਬਰ ਦੇ ਵਿੱਚ। ਹੁਣ ਉਹਨਾਂ ਰਾਜਾਂ ਦੇ ਵਿੱਚੋਂ ਕੁਛ ਕੁ ਰਾਜ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਜਨਜਾਤੀ ਖੇਤਰ ਆ, ਉਹਨਾਂ ਦੇ ਵਿੱਚ ਜਿਹੜੇ ਟਰਾਈਬਲ ਏਰੀਆਜ਼ ਨੇ, ਉਹਨਾਂ 'ਚ ਕਾਫੀ ਅਲੱਗ ਤੋਂ ਸਾਨੂੰ ਪ੍ਰੋਬਲਮਸ ਮਿਲ ਰਹੀਆਂ। ਠੀਕ ਹੈ, ਉਹਨਾਂ ਦੀ ਵਿਵਸਥਾ ਅਸੀਂ ਸਾਰਿਆਂ ਦੇ ਨਾਲ ਨਹੀਂ ਕਰ ਸਕਦੇ, ਉੱਥੇ ਥੋੜ੍ਹੀਆਂ ਜ਼ਿਆਦਾ ਪ੍ਰੋਬਲਮ ਆ ਰਹੀਆਂ। ਠੀਕ ਹੈ, ਆਪਾਂ ਤਾਂ ਸਿਰਫ ਮਾਈਂਡ ਦੇ ਵਿੱਚ ਫਿਕਸ ਕਰਨਾ ਨਾ, ਆਪਦੀ ਕੋਈ ਵੀ ਕਹਾਣੀ ਬਣਾ ਲਓ ਵੀ ਉੱਥੇ ਜ਼ਿਆਦਾ ਪ੍ਰੋਬਲਮ ਆ ਗਈਆਂ। ਹੁਣ 4-5 ਜਿਹੜੇ ਇਲਾਕੇ ਇਸ ਤਰ੍ਹਾਂ ਦੇ ਸੀ, ਕਿਹੜੇ ਕਿਹੜੇ ਸੀ ਉਹ ਸੀਗੇ ਜੀ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ। ਠੀਕ ਹੈ, ਯਾਦ ਰੱਖਣਾ ਤੁਸੀਂ ਕਿਹੜੇ ਕਿਹੜੇ, ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਕਲੀਅਰ, ਤਾਂ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ ਕਿਹੜੇ ਸ਼ਬਦ ਨਾਲ, ਹਾਂਜੀ ਤਾਮ ਨਾਲ। ਤਾਮ ਕਹਿ ਲਓ, ਸੌਰੀ ਟੈਮ ਕਹਿ ਲਓ, ਕੁਛ ਮਰਜ਼ੀ ਕਹਿ ਲਓ। ਟੀ ਫॉर ਤ੍ਰਿਪੁਰਾ, ਏ ਫॉर ਅਸਾਮ, ਐਮ ਫॉर ਮੇਘਾਲਿਆ, ਐਮ ਫॉर ਮਿਜ਼ੋਰਮ। ਇਹਨਾਂ ਚਾਰਾਂ ਦੇ ਵਿੱਚ ਕੀ ਆ, ਸਾਨੂੰ ਪ੍ਰੋਬਲਮ ਆ ਰਹੀ ਆ ਜਨਜਾਤੀ ਖੇਤਰਾਂ ਦੀ, ਤਾਂ ਇਹਨਾਂ ਦਾ ਅਸੀਂ ਫਿਰ ਅਲੱਗ ਤੋਂ ਬਣਾ ਲਿਆ। ਕਿਹਦੇ ਵਿੱਚ, 6ਵੇਂ ਦੇ ਵਿੱਚ। ਹੁਣ ਕੰਟੀਨਿਊਸਲੀ ਅਸੀਂ ਇਹਨੂੰ ਯਾਦ ਰੱਖਣਾ, ਕਿਹਦੇ ਵਿੱਚ ਬਣਾਇਆ ਅਸੀਂ, 6ਵੇਂ ਦੇ ਵਿੱਚ। ਹੁਣ 6 ਦੀਆਂ 6 ਆਪਾਂ ਇੱਕ ਵਾਰ ਰਿਪੀਟ ਕਰ ਲੈਂਦੇ ਹਾਂ, ਇਹਨੂੰ ਥੋੜ੍ਹਾ ਜਿਹਾ ਸਮੋਲ ਕਰ ਲੈਂਦੇ ਹਾਂ। ਹਾਂਜੀ ਰਿਪੀਟ ਕਰੋ ਸਾਰੇ ਜਾਣੇ। ਫਸਟ ਨੰਬਰ 'ਤੇ ਅਸੀਂ ਕੀ ਕੀਤਾ, ਸੰਵਿਧਾਨ ਬਣਾਉਣ ਤੋਂ ਪਹਿਲਾਂ ਰਾਜ ਬਣਾ ਲਏ, ਫਿਰ ਯੂਟੀ ਬਣਾ ਲਈਆਂ, ਕਿੰਨੀਆਂ ਹੋਣਗੀਆਂ, ਕੇਂਦਰੀ ਸ਼ਾਸਿਤ ਪ੍ਰਦੇਸ਼ ਤੇ ਉਹਨਾਂ ਦੇ ਅਧੀਨ ਕਿਹੜੇ ਕਿਹੜੇ ਖੇਤਰ ਹੋਣਗੇ। ਦੂਜੇ ਨੰਬਰ 'ਤੇ ਇਹਨਾਂ ਨੂੰ ਕੰਟਰੋਲ ਕਰਨ ਵਾਲੇ ਬੰਦੇ ਲੱਭ ਲਏ, ਰਾਸ਼ਟਰਪਤੀ, ਗਵਰਨਰ, ਸਪੀਕਰ, ਡਿਪਟੀ ਸਪੀਕਰ, ਇਹਨਾਂ ਦੇ ਕੀ ਕੰਮ ਆ, ਕੀ ਇਹਨਾਂ ਦੇ ਸਾਰੀਆਂ ਡਿਊਟੀਆਂ ਵਗੈਰਾ, ਕੀ ਇਹਨਾਂ ਨੂੰ ਤਨਖਾਹ ਭੱਤੇ ਦੇਣਾ, ਸਭ ਕੁਛ। ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਵਿਸ਼ਵਾਸ ਲੈਣਾ ਵੀ ਤੁਸੀਂ ਉਹਦਾ ਕੰਮ ਵਧੀਆ ਕਰੋਗੇ, ਤਾਂ ਤੀਜੇ ਨੰਬਰ 'ਤੇ ਆਪਾਂ ਇਹਨਾਂ ਨੂੰ ਸਹੁੰ ਚੁਕਾਤੀ। ਠੀਕ ਹੈ, ਚੌਥੇ ਨੰਬਰ 'ਤੇ ਹੁਣ ਸਾਨੂੰ ਇਹ ਹੋ ਗਿਆ ਵੀ ਹਾਂ ਹੁਣ ਸਾਰਾ ਕੰਟਰੋਲ ਕਰਤਾ, ਪਰ ਜਿਹੜਾ ਰਾਸ਼ਟਰਪਤੀ ਹੈ, ਗਵਰਨਰ ਆ, ਉਹ ਸਾਨੂੰ ਹੁਣ ਕੀ ਕਹਿ ਰਿਹਾ ਕਿ ਵੀ ਅਲੱਗ-ਅਲੱਗ ਵੰਡ ਕਰ ਦਿੰਦੇ ਆ ਵੀ ਆਹ ਰਾਜ ਨੂੰ ਇੰਨੀਆਂ ਸੀਟਾਂ ਮਿਲਣਗੀਆਂ, ਇਹਨੂੰ ਇੰਨੀਆਂ ਮਿਲਣਗੀਆਂ, ਬਸੋਂ ਦੇ ਆਧਾਰ 'ਤੇ ਵੀ, ਨਹੀਂ ਤਾਂ ਇਹ ਆਪਸ ਦੇ ਵਿੱਚ ਲੜਨਗੇ। ਠੀਕ ਹੈ, ਤਾਂ 4 ਨੰਬਰ 'ਤੇ ਅਸੀਂ ਫਿਰ ਕੀ ਕੀਤਾ, ਰਾਜ ਸਭਾ 'ਚ ਇਹਨਾਂ ਦਾ ਸਥਾਨ ਨਿਸ਼ਚਿਤ ਕਰਤਾ, ਭਾਈ ਤੁਹਾਨੂੰ ਇੰਨੀਆਂ ਸੀਟਾਂ ਮਿਲੀਆਂ। ਠੀਕ ਹੈ, ਪਰ ਹੁਣ ਕਈ ਖੇਤਰ ਇਹੋ ਜਿਹੇ ਸੀਗੇ ਜਿੱਥੇ ਕਾਫੀ ਪ੍ਰੋਬਲਮ ਦੇਖਣ ਨੂੰ ਮਿਲੀ ਸੀ ਵਰਗਾਂ ਦੇ ਵਿੱਚ, ਤਾਂ ਅਜਿਹੇ ਜਿਹੜੇ ਜਨਜਾਤੀਆਂ ਦੇ ਪ੍ਰਸ਼ਾਸਨ ਤੇ ਨਿਯੰਤਰਣ ਦੀ ਵਿਵਸਥਾ ਸਾਨੂੰ ਅਲੱਗ ਕਰਨੀ ਪੈਣੀ ਸੀ। ਤਾਂ 5 ਨੰਬਰ 'ਤੇ ਫਿਰ ਸਾਨੂੰ ਉਹਦੀ ਅਲੱਗ ਲਿਸਟ ਬਣਾਉਣੀ ਪੈ ਗਈ ਜਿੰਨੀਆਂ ਵੀ ਜਨਜਾਤੀਆਂ ਸੀ। ਠੀਕ ਹੈ, ਪਰ ਉਹਨਾਂ ਜਨਜਾਤੀਆਂ ਦੇ ਵਿੱਚੋਂ ਕੀ ਸੀ, ਕੁਝ ਕੁ ਇਲਾਕੇ ਇਹੋ ਜਿਹੇ ਸੀ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਸੀ। ਉਹ ਕਿਹੜੇ ਇਲਾਕੇ ਸੀ, ਚਾਰੇ ਦਿਸ਼ਾਵਾਂ ਵਾਲੇ, ਯਾਨੀ ਕਿ 4 ਇਲਾਕੇ ਸੀ। ਕਿਹੜੇ ਕਿਹੜੇ ਸੀਗੇ, ਟੈਮ ਵਾਲੇ, ਟੀ ਫॉर ਤ੍ਰਿਪੁਰਾ, ਏ ਫॉर ਅਸਾਮ, ਠੀਕ ਹੈ, ਐਮ ਮੇਘਾਲਿਆ ਤੇ ਮਿਜ਼ੋਰਮ। ਤਾਂ ਇਹਨਾਂ ਦੀ ਅਲੱਗ ਵਿਵਸਥਾ ਸਾਨੂੰ ਕਿੱਥੇ ਕਰਨੀ ਪਈ, 6 ਨੰਬਰ ਦੇ ਵਿੱਚ। ਕਲੀਅਰ, ਹਾਂਜੀ ਹੁਣ 6 ਹੋ ਗਈਆਂ ਸਾਡੀਆਂ। ਹੁਣ ਚੱਲਦੇ ਹਾਂ ਅਗਲੀਆਂ 6 ਵੱਲ। 7 ਨੰਬਰ, ਹਾਂਜੀ ਹੁਣ ਅਸੀਂ ਟਰਾਈਬਲ ਸਾਰਿਆਂ ਦੀ ਅਲੱਗ-ਅਲੱਗ ਵਿਵਸਥਾ ਕਰਤੀ। ਠੀਕ ਹੈ, ਸਾਰਿਆਂ ਨੂੰ ਵੰਡਤਾ, ਪ੍ਰਸ਼ਾਸਨ ਦੀ ਵਿਵਸਥਾ ਉਹਨਾਂ ਦੀ ਹੋ ਗਈ। ਹੁਣ ਅਗਲਾ ਕੰਮ ਅਸੀਂ ਸ਼ਕਤੀਆਂ ਦੇਣੀਆਂ, ਉਹਨਾਂ ਨੂੰ ਅਲੱਗ-ਅਲੱਗ ਸ਼ਕਤੀਆਂ ਦੇਣੀਆਂ। ਉਹ ਟੈਕ ਕੇ ਬਿਠਾਤੇ, ਵੰਡ ਕੇ ਬਿਠਾਤੇ। ਹੁਣ 7ਵੇਂ ਨੰਬਰ 'ਚ ਅਸੀਂ ਉਹਨਾਂ ਨੂੰ ਸੱਸਾ 7 ਸੱਸਾ ਸ਼ਕਤੀਆਂ, ਯਾਨੀ ਕਿ ਸ਼ਕਤੀਆਂ ਦੀ ਵੰਡ ਕਰਨੀ। ਹਾਂਜੀ ਕਿਵੇਂ ਕਰੀ ਅਸੀਂ, ਕੇਂਦਰੀ ਜਿਹਨੂੰ ਆਪਾਂ ਸੰਘੀ ਸੂਚੀ ਕਹਿੰਦੇ ਆ, ਕੇਂਦਰ ਨੂੰ ਅਲੱਗ ਸ਼ਕਤੀਆਂ, ਰਾਜ ਨੂੰ ਅਲੱਗ, ਪਰ ਥੋੜ੍ਹੀਆਂ ਜਿਹੀਆਂ ਬਚ ਗਈਆਂ। ਠੀਕ ਹੈ, ਉਹ ਕੀ ਕਰਤੀਆਂ, ਸਾਂਝੀਆਂ, ਮਤਲਬ ਸਮਵਰਤੀ। 3 ਸੂਚੀਆਂ ਦੇ ਨਾਮ ਤਾਂ ਸਾਰਿਆਂ ਨੂੰ ਆਉਂਦੇ ਹੀ ਹੋਣਗੇ, 100% ਡੈਮ ਸ਼ੋਰ ਆ ਮੈਂ। ਠੀਕ ਹੈ, ਤਾਂ ਸੱਸਾ 7 ਸੱਸਾ ਸ਼ਕਤੀਆਂ ਦੀ ਵੰਡ ਹੋ ਗਈ। ਠੀਕ ਹੈ ਜੀ, ਹੁਣ ਸ਼ਕਤੀਆਂ ਦੀ ਵੰਡ ਤਾਂ ਇਹਨਾਂ ਵਿੱਚ ਹੋ ਗਈ। ਹੁਣ ਇਹ ਤੋਂ ਬਾਅਦ ਕੀ ਪ੍ਰੋਬਲਮ ਆ ਰਹੀ ਹੈ ਸਾਨੂੰ, ਕਿ ਸਾਰੇ ਕਹਿ ਰਹੇ ਆ ਕਿ ਅਸੀਂ ਜਦੋਂ ਉੱਥੇ ਇਕੱਠੇ ਹੋਵਾਂਗੇ, ਅਸੀਂ ਹੋਰ ਭਾਸ਼ਾ ਬੋਲਦੇ ਹਾਂ, ਉਹ ਹੋਰ ਭਾਸ਼ਾ ਬੋਲਦੇ ਆ, ਵੀ ਸਾਡੀ ਭਾਸ਼ਾ ਨੂੰ ਤੁਸੀਂ ਮਾਨਤਾ ਦਿਓਗੇ ਕਿ ਨਹੀਂ, ਅਸੀਂ ਆਪਦੀ ਗੱਲ ਕਿਵੇਂ ਰੱਖਾਂਗੇ ਜਦੋਂ ਸਾਨੂੰ ਸ਼ਕਤੀਆਂ ਵੀ ਮਿਲ ਗਈਆਂ, ਸਾਨੂੰ ਸੀਟਾਂ ਵੀ ਮਿਲ ਗਈਆਂ। ਹੁਣ ਅਸੀਂ ਬੋਲ ਕੇ ਵੀ ਆਪਦੇ ਪੱਖ ਵੀ ਰੱਖਣੇ ਆ ਨਾ, ਤਾਂ ਭਾਸ਼ਾ ਨਾਲ ਸੰਬੰਧਿਤ ਵੀ ਕੋਈ ਇੰਤਜ਼ਾਮ ਕਰਨਾ ਪਊਗਾ। ਤਾਂ 8 ਨੰਬਰ 'ਚ ਅਸੀਂ ਕੀ ਕਰਤਾ, ਭਾਸ਼ਾ ਦਾ ਇੰਤਜ਼ਾਮ ਕਰਤਾ ਜੀ। ਮਾਨਤਾ ਪ੍ਰਾਪਤ ਭਾਸ਼ਾਵਾਂ ਦੀ ਸੂਚੀ ਅਸੀਂ ਐਡ ਕਰਤੀ 8 ਨੰਬਰ ਦੇ ਵਿੱਚ। ਠੀਕ ਹੈ, ਵੀ ਡੈਡ ਹੈ ਕਿ ਮਰੋ ਨਾ, ਅਸੀਂ ਸਾਰਿਆਂ ਦੀਆਂ ਜਿਹੜੀਆਂ ਭਾਸ਼ਾਵਾਂ ਉਹਨਾਂ ਨੂੰ ਮਾਨਤਾ ਦੇਤੀ। ਹੁਣ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ਭਾਈ, ਇਹ ਕੁਐਸਚਨ ਤੁਹਾਡਾ ਗਾ। ਠੀਕ ਹੈ, ਤਾਂ ਵੀਡੀਓ ਨੂੰ ਪੌਜ਼ ਕਰ ਲਓ, ਟਾਈਪ ਕਰ ਦਿਓ ਇਸ ਕੁਐਸਚਨ ਦਾ ਆਨਸਰ 8 ਨੰਬਰ ਪਾ ਕੇ ਟਾਈਪ ਕਰ ਦਿਓ ਵੀ ਕਿੰਨੀਆਂ ਭਾਸ਼ਾਵਾਂ ਨੇ ਸੰਵਿਧਾਨ ਦੇ ਵਿੱਚ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਆ। ਇਹ ਤੁਹਾਡਾ ਕੁਐਸਚਨ ਹੈ। ਠੀਕ ਹੈ ਜੀ, ਇਸ ਤੋਂ ਬਾਅਦ 9 ਨੰਬਰ। ਹੁਣ ਭਾਸ਼ਾਵਾਂ ਨੂੰ ਸਾਡਿਆਂ ਨੂੰ ਮਾਨਤਾ ਮਿਲ ਗਈ, ਅੱਗੇ ਕੀ ਆ,
ਤਾਂ ਕੁਛ ਕੁ ਕਾਨੂੰਨ ਸਾਨੂੰ ਹਜੇ ਹੋਰ ਬਣਾਉਣੇ ਪੈਣੇ ਆ ਜਿਹਦੇ ਨਾਲ ਐਂ ਹੋਵੇ ਵੀ ਹਾਂ ਭਾਈ ਕਿਸੇ ਦੇ ਅਧਿਕਾਰ ਦੀ ਉਲੰਘਣਾ ਨਾ ਹੋ ਜੇ। ਮਤਲਬ ਸਾਰਿਆਂ ਨੂੰ ਵਧੀਆ ਕਾਨੂੰਨ, ਵਧੀਆ ਅਧਿਕਾਰ, ਸਾਰੇ ਮਤਲਬ ਵਧੀਆ ਖੁਸ਼ ਰਹਿਣ, ਹੈ ਨਾ। ਤਾਂ ਸਾਨੂੰ ਕੁਛ ਕੁ ਅਧਿਕਾਰ ਐਕਸਟਰਾ ਵੀ ਬਣਾਉਣੇ ਪੈਣਗੇ। ਤਾਂ ਉਹਨਾਂ ਐਕਸਟਰਾ ਦੀ ਅਸੀਂ ਕਿਹਦੇ 'ਚ ਵਿਵਸਥਾ ਕਰਤੀ, ਉਹ ਕਰਤੀ ਅਸੀਂ 9 ਨੰਬਰ ਦੇ ਵਿੱਚ। 9 ਨੋ, ਵੀ ਕਿਸੇ ਨੂੰ ਨੋ ਨਹੀਂ ਕਹਿਣੀ, ਠੀਕ ਹੈ। ਅਸੀਂ ਕਿਸੇ ਨੂੰ ਨੋ ਨਹੀਂ ਕਹਿ ਰਹੇ, ਸਭ ਨੂੰ ਖੁਸ਼ ਕਰਾਂਗੇ, ਠੀਕ ਹੈ। ਸਭ ਨੂੰ ਅਧਿਕਾਰ ਦੇਵਾਂਗੇ। ਤੇ ਤੁਹਾਡੇ ਲਈ ਕੁਝ ਕੁ ਅਧਿਕਾਰ ਅਸੀਂ ਫਿਰ ਕਾਰਜ ਕਰਤੇ 9 ਨੰਬਰ ਅਨੁਸੂਚੀ ਦੇ ਵਿੱਚ। ਇਹਦੇ ਵਿੱਚ ਕਾਫੀ ਕਾਨੂੰਨ ਤੇ ਜਿਹੜੀਆਂ ਵਿਵਸਥਾਵਾਂ, ਨਿਯਮ ਨੇ, ਅਧਿਕਾਰ ਨੇ, ਉਹਨਾਂ ਦੀ ਵਿਵਸਥਾ ਮਿਲਦੀ ਹੈ, ਠੀਕ ਹੈ। ਪਰ ਨਾਲ ਦੀ ਨਾਲ ਆਪਾਂ ਇੱਕ ਕੰਡੀਸ਼ਨ ਲਾਤੀ ਉਹਨਾਂ ਤੇ ਵੀ ਤੁਹਾਨੂੰ ਅਧਿਕਾਰ ਤਾਂ ਅਸੀਂ ਦੇਤੇ, ਅਧਿਕਾਰ ਤਾਂ ਤੁਹਾਨੂੰ ਅਸੀਂ ਦੇਤੇ, ਪਰ ਇੱਕ ਕੰਡੀਸ਼ਨ ਆ ਤੁਹਾਡੇ ਤੇ ਵੀ ਜਿੱਥੇ ਤੁਸੀਂ ਹੈਗੇ ਹੋ ਉੱਥੇ ਹੀ ਰਹੋਗੇ, ਆਪਣਾ ਦਲ ਨਹੀਂ ਬਦਲੋਗੇ, ਠੀਕ ਹੈ। ਇਹਦੀ ਲਿਸਟ ਅਸੀਂ ਅਲੱਗ ਤੋਂ ਬਣਾਤੀ 10 ਨੰਬਰ। 10 ਨੰਬਰ ਦੀ ਜਿਹੜੀ ਸਾਡੀ ਸੂਚੀ ਆ, ਅਨੁਸੂਚੀ ਆ, ਉਹਦੇ ਵਿੱਚ ਅਸੀਂ ਕਹਿਤਾ ਵੀ ਹੁਣ ਤੁਹਾਨੂੰ ਦੇਖੋ ਸ਼ਕਤੀਆਂ ਵੀ ਦੇਤੀਆਂ, ਸਭ ਕੁਝ ਕਰਤਾ, ਤੇ ਤੁਹਾਨੂੰ ਅਲੱਗ ਤੋਂ ਵੱਖਰੇ ਅਧਿਕਾਰ ਵੀ ਦੇਤੇ, ਯਾਨੀ ਕਿ ਕੁਝ ਕਾਨੂੰਨ ਦੀ ਵਿਵਸਥਾ ਅਸੀਂ ਅਲੱਗ ਤੋਂ ਕਰਤੀ ਹੈ ਸਾਡੀ 9ਵੀਂ ਦੇ ਵਿੱਚ। ਮਤਲਬ ਅਸੀਂ ਨੋ ਨਹੀਂ ਕਹਿਣੀ, 9, ਠੀਕ ਹੈ। ਤਾਂ ਹੁਣ 10 ਦੇ ਨੰਬਰ 'ਚ ਅਸੀਂ ਤੁਹਾਡੇ ਤੋਂ ਇੱਕ ਵਾਅਦਾ ਲੈਂਦੇ ਹਾਂ ਵੀ ਤੁਸੀਂ ਦਲ ਨਹੀਂ ਬਦਲਣਾ, ਤੁਹਾਨੂੰ ਦਲ ਬਦਲਣ ਦੀ ਮਨਾਹੀ ਹੈ। ਕਲੀਅਰ? 10 ਦਲ, 10 ਸੱਸਾ ਕੱਟ ਕੇ ਲੱਲਾ ਕਰ ਦਿਓ, ਦਲ ਬਦਲਣ ਦੀ ਮਨਾਹੀ 10 ਨੰਬਰ ਦੇ ਵਿੱਚ। ਹੁਣ ਅੱਗੇ ਰਹਿ ਗਈਆਂ ਸਾਡੇ ਕੋਲ 11ਵੀਂ ਤੇ 12ਵੀਂ, 2 ਰਹਿ ਗਈਆਂ। ਹੁਣ ਅੱਗੇ ਅਸੀਂ ਸਭ ਤੋਂ ਵੱਧ ਜਿਹੜੀ ਜਨਸੰਖਿਆ ਉਹ ਕਿੱਥੇ ਰਹਿੰਦੀ ਹੈ ਭਾਰਤ ਦੀ? ਹਾਂਜੀ, ਕਿੱਥੇ ਰਹਿੰਦੀ ਆ? ਪਿੰਡਾਂ 'ਚ ਰਹਿੰਦੀ ਹੈ। ਤਾਂ ਪਿੰਡਾਂ ਦੇ ਵਿੱਚ ਕੌਣ ਸ਼ਾਸਨ ਪ੍ਰਬੰਧ ਚਲਾਉਂਦਾ? ਪੰਚਾਇਤਾਂ ਚਲਾਉਂਦੀਆਂ। ਤਾਂ ਉਹਨਾਂ ਨੂੰ ਹੁਣ ਉਹਨਾਂ ਨੂੰ ਵੀ ਸਹੀ ਲਈ ਤੇ ਲਿਆਉਣਾ ਪਊ, ਸਾਨੂੰ ਕੁਛ ਕਰਨਾ ਪਊ। ਤਾਂ ਉਹਦੇ ਲਈ ਫਿਰ ਅਸੀਂ ਕੀ ਕਰਾਂਗੇ? ਉਹਦੇ ਲਈ 11ਵੀਂ ਅਨੁਸੂਚੀ ਬਣਾਤੀ। ਲਾਸਟ 2, ਪਹਿਲੀ ਪਿੰਡਾਂ ਲਈ ਤੇ ਦੂਜੀ ਸ਼ਹਿਰਾਂ ਲਈ। ਇਹ ਯਾਦ ਰੱਖ ਲਓਗੇ ਤਾਂ ਇਹ ਯਾਦ ਰੱਖਣੀ ਹੈ, ਈਜ਼ੀ ਆ। ਲਾਸਟ 2 ਵਾਲੀਆਂ ਪਹਿਲਾਂ ਪਿੰਡਾਂ ਦਾ ਪ੍ਰਬੰਧ ਕਰਨਾ, ਫਿਰ ਸ਼ਹਿਰਾਂ ਨੂੰ ਜਾਣਾ। ਪਹਿਲਾਂ ਹੀ ਨਹੀਂ ਸ਼ਹਿਰਾਂ ਨੂੰ, ਪਹਿਲਾਂ ਪਿੰਡਾਂ ਦਾ ਪ੍ਰਬੰਧ ਕਰਕੇ ਜਾਣਾ 11 ਨੰਬਰ 'ਤੇ, ਠੀਕ ਹੈ। ਤਾਂ ਸੋਧ ਕਿਹੜੀ ਜੀ? 73ਵੀਂ ਅਮੈਂਡਮੈਂਟ ਹੋਈ ਸੀ, ਕਾਹਦੇ ਲਈ? ਪੰਚਾਇਤ ਦੇ ਲਈ। ਇਹਦੇ ਵਿੱਚ ਸਾਨੂੰ ਅਨੁਸੂਚੀ ਜਿਹੜੀ 11ਵੀਂ ਹੈ ਸਾਡੀ, ਉਹਦੇ ਵਿੱਚ ਸਾਨੂੰ ਮਿਲਦੀ ਆ ਪੰਚਾਇਤ ਦੀਆਂ ਸ਼ਕਤੀਆਂ, ਪੰਚਾਇਤ ਦੇ ਅਧਿਕਾਰ ਤੇ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਦੀ ਵਿਵਸਥਾ। ਹਾਂਜੀ, ਇੱਕ ਲਾਸਟ ਸਾਡੀ ਅਨੁਸੂਚੀ ਬਚੀ ਹੈ, ਉਹ ਹੈ 12 ਨੰਬਰ। ਕਿਉਂਕਿ ਸ਼ਹਿਰਾਂ ਦੇ ਵਿੱਚ ਕਹਿੰਦੇ ਜ਼ਿਆਦਾ ਸਹੂਲਤਾਂ ਹੁੰਦੀਆਂ, ਤਾਂ ਪਹਿਲਾਂ ਹੀ ਉਹਨਾਂ ਕੋਲ ਫਿਰ ਸਹੂਲਤਾਂ ਹੈਗੀਆਂ, ਤਾਂ ਹੌਲੀ ਹੌਲੀ ਅਸੀਂ ਲਾਸਟ ਦੇ ਵਿੱਚ ਉਹਨਾਂ ਦਾ ਵਿਵਸਥਾ ਜਿਹੜੀ ਕਰਾਂਗੇ ਉਹਨਾਂ ਦੇ ਲਈ, ਯਾਨੀ ਕਿ 12 ਨੰਬਰ ਦੇ ਵਿੱਚ ਲਾਸਟ ਵਾਲੀ ਦੇ ਵਿੱਚ ਕਿਹੜੀ ਸ਼ੋਧ ਦੁਆਰਾ ਅਮੈਂਡਮੈਂਟ ਹੈ ਜੀ 74ਵੀਂ। ਕੀ ਪ੍ਰਬੰਧ ਮਿਲਦਾ ਸਾਨੂੰ? ਨਗਰਪਾਲਿਕਾ ਦੀਆਂ ਸ਼ਕਤੀਆਂ, ਅਧਿਕਾਰ, ਜ਼ਿੰਮੇਵਾਰੀਆਂ। ਇਹਦੇ ਨਾਲ ਸੰਬੰਧਿਤ ਹਰੇਕ ਵਿਵਸਥਾ ਸਾਨੂੰ ਮਿਲੇਗੀ 12 ਨੰਬਰ ਅਨੁਸੂਚੀ ਦੇ ਵਿੱਚ, ਠੀਕ ਹੈ। ਇਹ ਹੋ ਗਈਆਂ ਜੀ ਸਾਡੀਆਂ 12 ਦੀਆਂ 12 ਅਨੁਸੂਚੀਆਂ। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਾਰੀਆਂ ਯਾਦ ਹੋ ਗਈਆਂ ਹੋਣਗੀਆਂ ਕਿ ਕਿਹੜੀ ਅਨੁਸੂਚੀ ਦੇ ਵਿੱਚ ਕੀ ਹੈ, ਠੀਕ ਹੈ। ਇੱਕ ਵਾਰ ਇੱਥੇ ਵੀਡੀਓ ਪੌਜ਼ ਕਰਕੇ ਦੁਬਾਰਾ ਇਹਨੂੰ ਸਾਰੀ ਨੂੰ ਮਾਈਂਡ ਦੇ ਵਿੱਚ ਆਪਦੇ ਰਿਵਾਈਂਡ ਕਰ ਲਓ, ਠੀਕ ਹੈ। ਜੇਕਰ ਭੁੱਲਦੇ ਹੋ ਤਾਂ ਨਾਲ ਦੀ ਨਾਲ ਦੇਖ ਲਿਓ। ਬਿਲਕੁਲ ਵੀ ਤੁਹਾਨੂੰ ਕਦੇ ਵੀ ਨਹੀਂ ਭੁੱਲਣਗੀਆਂ ਜੇਕਰ ਤੁਸੀਂ ਇਸ ਤਰ੍ਹਾਂ ਇੱਕ ਸਟੋਰੀ ਬਣਾ ਕੇ ਇਹਨੂੰ ਯਾਦ ਕਰੋਗੇ। ਓਕੇ, ਨੈਕਸਟ ਅੱਗੇ ਚੱਲਦੇ ਹਾਂ ਆਪਾਂ। ਨੈਕਸਟ ਕੁਐਸਚਨ ਸਾਡਾ 38 ਨੰਬਰ। ਹੁਣ ਸਾਰੇ 2 ਦੀ ਪੁਆਇੰਟ ਕਰਾਂਗੇ ਆਪਾਂ, ਇਹੀ ਥੋੜੇ ਡਿਫਿਕਲਟ ਸੀ ਯਾਦ ਕਰਨੇ, ਉਹ ਆਪਾਂ ਕਰ ਲਏ। ਸੰਵਿਧਾਨ ਲਾਗੂ ਹੋਇਆ ਸਭ ਨੂੰ ਪਤਾ 26 ਜਨਵਰੀ 1950 ਨੂੰ। ਕੀ ਸਥਿਤੀ ਸੀ ਲਾਗੂ ਹੋਣ ਸਮੇਂ? 22 ਭਾਗ ਸੀ, 395 ਅਨੁਛੇਦ ਸੀ, 8 ਅਨੁਸੂਚੀਆਂ ਸੀ, ਠੀਕ ਹੈ। ਹੁਣ ਕਿੰਨੀਆਂ? ਹਾਂਜੀ, ਵੈਰੀ ਗੁੱਡ, ਪਤਾ ਹੀ ਹੈ ਤੁਹਾਨੂੰ। ਅਗਲਾ ਹੈ ਜੀ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ। ਸਭ ਤੋਂ ਵੱਡਾ ਸੰਵਿਧਾਨ ਆ ਸਾਡਾ, ਉਹ ਵੀ ਲਿਖਤੀ ਰੂਪ ਦੇ ਵਿੱਚ। ਕਲੀਅਰ? ਨੈਕਸਟ ਹੈ ਜੀ, ਇਹਦੇ ਨਾਲ ਰਿਲੇਟਡ ਸਾਰੇ ਕੁਐਸਚਨ ਅਸੀਂ ਕਰ ਲੈਣੇ ਆ ਜਿਹੜੇ ਵੀ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਧਿਆਨ ਨਾਲ ਕਰਿਓ, ਹੁਣ ਸਾਰੇ ਬਹੁਤ ਧਿਆਨ ਨਾਲ ਸੁਣਨੇ ਆ। ਬੰਗਾਲ ਦਾ ਫਰਸਟ ਗਵਰਨਰ ਜਨਰਲ ਕੌਣ ਸੀ? ਲਾਰਡ ਵਾਰਨ ਹੇਸਟਿੰਗਸ। ਕੌਣ ਸੀ ਜੀ? ਬੰਗਾਲ ਦਾ ਪੁੱਛਿਆ, ਫਸਟ ਗਵਰਨਰ ਜਨਰਲ ਸੀਗਾ ਲਾਰਡ ਵਾਰਨ ਹੇਸਟਿੰਗਸ, ਠੀਕ ਹੈ। ਕਿਹਦੇ ਅਕੋਰਡਿੰਗ ਇਹਦੀ ਵਿਵਸਥਾ ਹੋਈ? ਇਹ ਹੋਈ ਸੀ ਜੀ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਸੀ। ਇਹ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਸੀ ਉਹਦੀ ਮੁੱਖ ਵਿਵਸਥਾ ਕੀ ਸੀ? ਉਹਦੀ ਮੁੱਖ ਵਿਵਸਥਾ ਇਹੀ ਸੀ ਕਿ ਬੰਗਾਲ ਦੇ ਵਿੱਚ ਜਿਹੜੀ ਇੱਕ ਨਵੀਂ ਪਦਵੀ ਬਣਾਈ ਗਈ ਸੀ ਗਵਰਨਰ ਜਨਰਲ ਦੀ, ਤੇ ਕੌਣ ਬਣਿਆ ਸੀ? ਲਾਰਡ ਵਾਰਨ ਹੇਸਟਿੰਗਸ ਬਣਿਆ ਸੀ, ਠੀਕ ਹੈ। ਇਹਦੇ ਅਧੀਨ ਇੱਕ ਚੀਜ਼ ਹੋਰ ਵੀ ਕਰ ਲਓ ਤੁਸੀਂ, 1773 ਦੇ ਰੈਗੂਲੇਟਿੰਗ ਅਧੀਨ, ਹਾਂਜੀ, ਪਹਿਲੀ ਸੁਪਰੀਮ ਕੋਰਟ ਬਣੀ ਸੀ ਕਲਕੱਤਾ ਦੇ ਵਿੱਚ। ਕਲੀਅਰ? ਨੈਕਸਟ 6 ਮੈਂਬਰੀ ਬੋਰਡ ਆਫ ਕੰਟਰੋਲਰਸ। ਬੋਰਡ ਆਫ ਕੰਟਰੋਲਰ ਜਿਹੜਾ ਬਣਿਆ, ਇਹ ਕਿਹੜੇ ਐਕਟ ਅਧੀਨ ਬਣਿਆ? ਇਹ ਬਣਿਆ ਜੀ ਪਿਟਸ ਇੰਡੀਆ ਐਕਟ 1784। ਪਿਟਸ ਇੰਡੀਆ ਐਕਟ 1773 ਤੋਂ ਬਾਅਦ ਕਿਹੜਾ ਆਇਆ? 1784, ਯਾਨੀ ਕਿ ਕਿੰਨੇ ਸਾਲ ਬਾਅਦ ਆਇਆ? ਹਾਂਜੀ, ਦੱਸੋ ਕਿੰਨੇ ਸਾਲ ਬਾਅਦ ਆਇਆ? ਕੈਲਕੂਲੇਟ ਕਰੋ ਮਾਈਂਡ 'ਚ। ਹਾਂਜੀ, ਸੌਰੀ, ਕਿੰਨੇ ਟਾਈਮ ਬਾਅਦ ਆਇਆ ਜੀ? 11 ਸਾਲ ਬਾਅਦ। ਕਿਹੜਾ? ਪਿਟਸ ਇੰਡੀਆ ਐਕਟ।
84 ਦਾ ਸਮਾਂ ਮਾੜਾ ਹੀ ਰਿਹਾ, ਪਤਾ ਹੀ ਤੁਹਾਨੂੰ ਹੈ ਨਾ ਕਿਉਂ ਯਾਦ ਰੱਖਦੇ ਹਾਂ ਆਪਾਂ ਇਹਨੂੰ 84 ਨੂੰ, ਠੀਕ ਹੈ। ਤਾਂ ਤੁਸੀਂ ਪਿਟ ਦੇ ਨਾਮ ਤੋਂ ਯਾਦ ਰੱਖਣਾ, ਪਿਟਸ ਇੰਡੀਆ ਐਕਟ 1784। 6 ਮੈਂਬਰੀ ਬੋਰਡ ਆਫ ਕੰਟਰੋਲਰਸ ਸਥਾਪਿਤ ਕੀਤਾ ਗਿਆ। ਨੈਕਸਟ, ਬੋਰਡ ਆਫ ਕੰਟਰੋਲਰਸ ਨੂੰ ਭਾਰਤੀ ਖਜ਼ਾਨੇ ਦੇ ਵਿੱਚੋਂ ਤਨਖਾਹ ਦੇਣਾ ਸ਼ੁਰੂ ਹੋਇਆ, ਯਾਨੀ ਕਿ ਜਿਹੜਾ ਇੰਡੀਅਨ ਰੈਵਨਿਊ ਸੀਗਾ ਉਹਦੇ ਵਿੱਚੋਂ ਇਹਨਾਂ ਦੀ ਤਨਖਾਹ ਦਿੱਤੀ ਜਾਣ ਲੱਗ ਪਈ। ਕਿਹੜੇ ਐਕਟ ਰਾਹੀਂ? 1793 ਦੇ ਐਕਟ ਰਾਹੀਂ। 1793 ਦੇ ਐਕਟ ਰਾਹੀਂ ਜਦੋਂ ਸਥਾਈ ਬੰਦੋਬਸਤ ਹੋਇਆ ਸੀ, ਹੈ ਨਾ, ਠੀਕ ਹੈ। ਨੈਕਸਟ ਹੈ ਜੀ ਸਾਡੇ ਕੋਲੇ, ਹੁਣ ਇਹ ਉਹ ਸਾਰੇ ਐਕਟ ਕਰਾਂਗੇ ਆਪਾਂ ਜਿਹੜੇ ਸੰਵਿਧਾਨ ਸਭਾ ਦੇ ਬਣਨ ਤੋਂ ਪਹਿਲਾਂ ਲਾਗੂ ਹੋਏ ਸੀ, ਯਾਨੀ ਕਿ ਜਿਹੜੇ ਕਿ ਬਹੁਤ ਇੰਪੋਰਟੈਂਟ ਨੇ, ਜਿਨ੍ਹਾਂ ਬਾਰੇ ਕੁਐਸਚਨ ਆਉਂਦੇ ਨੇ ਪੇਪਰਾਂ ਦੇ ਵਿੱਚ। ਮੇਨ ਉਹਨਾਂ ਦੀ ਕੀ ਵਿਸ਼ੇਸ਼ਤਾ, ਜ਼ਿਆਦਾ ਡੀਪਲੀ ਨਹੀਂ ਜਾਣਾ ਆਪਾਂ, ਮੇਨ ਕੀ ਹੈ ਉਹਦੇ ਨਾਲ ਰਿਲੇਟਡ ਜਿੱਥੋਂ ਆਪਣਾ ਕੁਐਸਚਨ ਬਣਦਾ ਸਿਰਫ ਆਪਾਂ ਉਹੀਓ ਦੇਖਣਾ, ਠੀਕ ਹੈ। ਹਾਂਜੀ, ਹੋ ਗਿਆ 43 ਨੰਬਰ। ਨੈਕਸਟ 44 ਨੰਬਰ, ਈਸਟ ਇੰਡੀਆ ਕੰਪਨੀ ਦੀ ਵਪਾਰਕ ਸ਼ਕਤੀ ਖਤਮ ਕੀਤੀ ਗਈ, ਯਾਨੀ ਕਿ ਈਸਟ ਇੰਡੀਆ ਕੰਪਨੀ ਦਾ ਕੰਟਰੋਲ ਆਲਮੋਸਟ ਖਤਮ ਹੋ ਗਿਆ ਅਤੇ ਜਿਹੜੇ ਈਸਾਈ ਮਿਸ਼ਨਰੀਆਂ ਸੀਗੀਆਂ ਉਹਨਾਂ ਨੂੰ ਆਗਿਆ ਮਿਲ ਗਈ ਕਿ ਤੁਸੀਂ ਭਾਈ ਜਿੰਨਾ ਮਰਜ਼ੀ ਪ੍ਰਚਾਰ ਕਰ ਲਓ ਆਪਦੇ ਧਰਮ ਦਾ, ਈਸਾਈ ਧਰਮ ਦਾ। ਕਦੋਂ? ਹਾਂਜੀ, ਕਦੋਂ? ਅਸੀਂ ਪੜ੍ਹਦੇ ਹਾਂ 1800 ਵਾਲੀ ਲਾਈਨ ਦੇ ਵਿੱਚ, ਜਦੋਂ ਸਾਰੀਆਂ ਲਹਿਰਾਂ ਸ਼ੁਰੂ ਹੋਈਆਂ ਸੀ। ਪਹਿਲਾਂ ਅਸੀਂ ਕੀਤਾ ਟੌਪਿਕ ਇਹ ਸਮਾਜਿਕ ਧਾਰਮਿਕ ਲਹਿਰਾਂ ਵਾਲਾ, ਦੇਖ ਲਿਓ ਉਹ ਲੈਕਚਰ ਜਿਨ੍ਹਾਂ ਨੇ ਨਹੀਂ ਦੇਖਿਆ, ਬਹੁਤ ਇੰਪੋਰਟੈਂਟ ਹੈ ਉਹ, ਠੀਕ ਹੈ। ਉਹਦਾ ਲਿੰਕ ਮਿਲ ਜੂਗਾ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ, ਠੀਕ ਹੈ। ਤਾਂ ਈਸਾਈ ਮਤ ਦਾ ਪ੍ਰਚਾਰ ਤੇ ਈਸਟ ਇੰਡੀਆ ਕੰਪਨੀ ਦੀ ਵਪਾਰਕ ਸ਼ਕਤੀ ਖਤਮ ਹੋਈ। ਕਦੋਂ? ਇਹ ਕਿਹੜੀ ਵਿਵਸਥਾ ਮਿਲਦੀ ਹੈ ਸਾਨੂੰ? 1813 ਦੇ ਐਕਟ ਦੇ ਵਿੱਚ। 1813 ਦੇ ਐਕਟ, ਮਤਲਬ 13 ਤੋਂ ਯਾਦ ਰੱਖਿਓ ਵੀ ਉਹ ਕਹਿੰਦੇ 13 ਮਤਲਬ 13 ਹੀ ਆ ਹੁਣ ਇਹ ਈਸਾਈ ਮਤ। ਈਸਾਈ ਮਤ ਨੂੰ ਕਹਿੰਦੇ ਵੀ ਤੁਹਾਡੇ ਕੋਲ ਹੀ ਆ ਸਾਰੀ ਸ਼ਕਤੀ, ਤੁਹਾਨੂੰ ਹੀ ਦੇਤੀ ਉਹ ਕਹਿੰਦੇ, ਤੇ ਜਿੰਨਾ ਮਰਜ਼ੀ ਪ੍ਰਚਾਰ ਕਰ ਲਓ, ਠੀਕ ਹੈ। ਨੈਕਸਟ ਹੈ ਜੀ, ਗਵਰਨਰ ਜਨਰਲ ਨੂੰ ਗਵਰਨਮੈਂਟ ਆਫ ਇੰਡੀਆ ਦਾ ਦਰਜਾ ਮਿਲਿਆ। ਗਵਰਨਰ ਜਨਰਲ ਆ ਜਿਹੜਾ ਉਹਨੂੰ ਗਵਰਨਮੈਂਟ ਆਫ ਇੰਡੀਆ ਦਾ ਦਰਜਾ ਮਿਲਿਆ। ਕਦੋਂ? 1833 ਦੇ ਵਿੱਚ। 1833 ਦੇ ਵਿੱਚ, 10 ਸਾਲ ਬਾਅਦ। ਕਲੀਅਰ? ਨੈਕਸਟ ਹੈ ਜੀ ਅੰਤਿਮ ਚਾਰਟਰ ਐਕਟ। ਅੰਤਿਮ ਚਾਰਟਰ ਐਕਟ ਕਿਹਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ? 1853 ਦੇ ਐਕਟ ਦੇ ਨਾਲ। 1853 ਇਹ ਚਾਰਟਰ ਐਕਟਰਾਂ ਦੇ ਵਿੱਚੋਂ ਐਂਡ ਵਾਲਾ ਸੀ, ਅੰਤਿਮ ਇਹਨੂੰ ਤਾਂ ਕਿਹਾ ਜਾਂਦਾ ਹੈ, ਠੀਕ ਹੈ। ਇਹਨੇ ਕੀ ਵਿਵਸਥਾ ਕੀਤੀ? ਇਹਨੇ ਵਿਵਸਥਾ ਕੀਤੀ ਸੀ ਜੀ ਬੰਗਾਲ ਦਾ ਵੱਖਰਾ ਗਵਰਨਰ ਬਣਾਤਾ। ਜਿਹੜੀਆਂ ਬਾਕੀ ਪ੍ਰੈਜ਼ੀਡੈਂਸੀਆਂ ਸੀ ਉਹਨਾਂ ਦੇ ਅਲੱਗ ਗਵਰਨਰ ਬਣਾਤੇ ਤੇ ਬੰਗਾਲ ਦਾ ਅਲੱਗ ਤੋਂ ਬਣਾਤਾ, ਠੀਕ ਹੈ। ਕੰਪਨੀ ਦੇ ਅਧਿਕਾਰੀਆਂ ਦੀ ਨਿਯੁਕਤੀ ਪ੍ਰੀਖਿਆ ਆਧਾਰਿਤ। ਆਹ ਜਿਹੜੀਆਂ ਹੁਣ ਹੁੰਦੀਆਂ ਆਪਣੀਆਂ ਸਾਰੀਆਂ ਪ੍ਰੀਖਿਆਵਾਂ, ਇੱਥੋਂ ਇਹਨਾਂ ਦਾ ਜਿਹੜਾ ਮੁੱਢ ਸੀ ਉਹ ਵੱਜਿਆ ਸੀ, ਠੀਕ ਹੈ। ਕਦੋਂ? 1853 ਦੇ ਐਕਟ ਰਾਹੀਂ ਪ੍ਰੀਖਿਆ ਲਈ ਜਾਣ ਲੱਗ ਪਈ, ਉਦੋਂ ਬਾਅਦ ਹੀ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਾਂਦਾ। ਨੈਕਸਟ, ਭਾਰਤੀ ਐਕਟ 1858। ਇਹ ਕਦੋਂ ਬਣਿਆ ਜੀ? 1857 ਈਸਵੀ ਦੇ ਵਿਦਰੋਹ ਦੇ ਸਿੱਟੇ ਵਜੋਂ। ਜਿਹੜਾ ਵਿਦਰੋਹ ਹੋਇਆ ਸੀ ਉਹਦੇ ਸਿੱਟੇ ਵਜੋਂ ਕਿਹੜਾ ਕਾਨੂੰਨ ਸਾਹਮਣੇ ਆਇਆ? ਭਾਰਤੀ ਐਕਟ 1858 ਸਾਹਮਣੇ ਆਇਆ। ਤੇ ਇਹਦੇ ਵਿੱਚ ਕੀ ਹੋਇਆ ਜੀ? ਭਾਰਤ ਉੱਤੇ ਬ੍ਰਿਟਿਸ਼ ਸਰਕਾਰ ਦਾ ਸਿੱਧਾ ਸ਼ਾਸਨ, ਕਿਉਂਕਿ ਗੁੱਸੇ ਦੇ ਵਿੱਚ ਆ ਗਏ ਉਹ ਵੀ, ਇਹਨਾਂ ਨੇ ਵਿਦਰੋਹ ਕਰਤਾ ਤੇ ਸਿੱਧਾ ਸ਼ਾਸਨ ਕਰਤਾ ਤਾਜ ਨੇ, ਠੀਕ ਹੈ। ਕੰਪਨੀ ਖਤਮ ਹੋ ਗਈ, ਹੋਂਦ ਖਤਮ ਕਰਤੀ ਉਹਦੀ। ਸ਼ਕਤੀਆਂ ਕਿਹਦੇ ਕੋਲ? ਸ਼ਕਤੀਆਂ ਸੈਕਟਰੀ ਆਫ ਸਟੇਟ ਫਾਰ ਇੰਡੀਆ, ਇੱਕ ਸੈਕਟਰੀ ਨਿਯੁਕਤ ਕੀਤਾ ਗਿਆ ਸਟੇਟ ਫਾਰ ਇੰਡੀਆ, ਭਾਰਤ ਦੇ ਲਈ, ਤੇ ਉਹਦੀ ਹੈਲਪ ਦੇ ਲਈ ਇੱਕ 15 ਮੈਂਬਰਾਂ ਦੀ ਕੌਂਸਲ ਬਣਾ ਦਿੱਤੀ ਗਈ, ਜਿਹਨੂੰ ਕੌਂਸਲ ਮੈਂਬਰ ਕਿਹਾ ਜਾਂਦਾ ਸੀ ਇਹਨਾਂ ਨੂੰ, ਠੀਕ ਹੈ। ਇੱਕ ਉਹ ਕੌਣ? ਸੈਕਟਰੀ ਬਣਾਤਾ ਤੇ ਉਹਦੇ ਨਾਲ 15 ਜਾਣੇ ਸਹਾਇਕ, ਠੀਕ ਹੈ। ਕਿਹਦੇ ਰਾਹੀਂ? 1858 ਵਾਲੇ ਰਾਹੀਂ। ਤੇ ਹੋਰ ਕਿਹੜੀ ਵਿਵਸਥਾ ਮਿਲੀ ਜੀ? ਪ੍ਰਾਂਤਾਂ ਦੇ ਮੁਖੀ, ਉਹਨਾਂ ਨੂੰ ਕੀ ਕਿਹਾ ਜਾਣ ਲੱਗ ਪਿਆ? ਗਵਰਨਰ ਜਾਂ ਲੈਫਟੀਨੈਂਟ ਗਵਰਨਰ, ਠੀਕ ਹੈ। ਸੈਕਟਰੀ ਆਫ ਸਟੇਟ ਬ੍ਰਿਟਿਸ਼ ਸੰਸਦ ਨੂੰ ਜਵਾਬ ਦੇ ਸੀ। ਹੁਣ ਭਾਵੇਂ ਕਿ ਸ਼ਕਤੀਆਂ ਕਿਹਨੂੰ ਦੇਤੀਆਂ? ਸੈਕਟਰੀ ਨੂੰ ਦੇਤੀਆਂ 15 ਮੈਂਬਰਾਂ ਦੇ ਨਾਲ, ਪਰ ਇਹਦਾ ਮਤਲਬ ਇਹ ਨਹੀਂ ਸੀ ਵੀ ਉਹ ਉਹਦੀ ਮਨਮਰਜ਼ੀ ਕਰੂਗਾ, ਨਹੀਂ ਜੀ। ਉਹ ਜਵਾਬ ਦੇ ਕਿਹਨੂੰ ਸੀਗਾ? ਬ੍ਰਿਟਿਸ਼ ਸੰਸਦ ਨੂੰ, ਪਾਰਲੀਮੈਂਟ ਨੂੰ। ਕਲੀਅਰ? ਨੈਕਸਟ ਹੈ ਸਾਡੇ ਕੋਲੇ 1861 ਦਾ ਐਕਟ, ਭਾਰਤੀ ਕੌਂਸਲ ਐਕਟ 1861। ਇਹਦੇ ਵਿੱਚ ਕੀ ਹੈ ਜੀ? ਬ੍ਰਿਟਿਸ਼ ਤਾਜ ਦੀਆਂ ਸ਼ਕਤੀਆਂ ਭਾਰਤੀ ਕੌਂਸਲ ਦੁਆਰਾ ਵਰਤੀਆਂ ਜਾਣ ਲੱਗੀਆਂ। ਥੋੜ੍ਹੀ ਜਿਹੀ ਰਿਆਇਤ ਮਿਲ ਗਈ, ਵਿਸ਼ਵਾਸ ਆ ਗਿਆ ਉਹਨਾਂ ਨੂੰ ਵੀ ਹਾਂ ਸੈਕਟਰੀ ਵਧੀਆ ਕੰਮ ਕਰ ਰਿਹਾ, ਤਾਂ ਥੋੜ੍ਹੀਆਂ ਜਿਹੀਆਂ ਸ਼ਕਤੀਆਂ ਉਹਨਾਂ ਨੇ ਕਿਹਨੂੰ ਦੇਤੀਆਂ? ਸੈਕਟਰੀ ਨੂੰ, ਵੀ ਹਾਂ ਤੂੰ ਆਪਦੀ ਮਰਜ਼ੀ ਨਾਲ ਡਿਸੀਜ਼ਨ ਲੈ ਸਕਦਾ। 61, ਠੀਕ ਹੈ। ਨੈਕਸਟ, ਭਾਰਤੀ ਕੌਂਸਲ ਐਕਟ 1892। ਇਹ ਐਕਟ ਹੁਣ ਕੀ ਕਹਿੰਦਾ? ਇਹ ਕਹਿੰਦਾ ਜੀ ਭਾਰਤੀ ਵਿਧਾਨ ਸਭਾ ਦੇ ਮੈਂਬਰ ਆ ਜਿਹੜੇ ਉਹ ਪ੍ਰਾਂਤਿਕ ਵਿਧਾਨ ਕੌਂਸਲਾਂ ਦੁਆਰਾ ਨਾਮਜ਼ਦ ਕੀਤੇ ਜਾਣਗੇ। ਜਿਹੜੀ ਭਾਰਤੀ ਵਿਧਾਨ ਸਭਾ ਗੀ, ਠੀਕ ਹੈ, ਲੈਜਿਸਲੇਟਰ ਆ ਜਿਹੜੀ, ਉਹਦੇ ਮੈਂਬਰ ਆ ਜਿਹੜੇ, ਉਹਨਾਂ ਨੂੰ ਕੌਣ ਚੁਣੂਗਾ? ਉਹ ਚੁਣਨਗੇ ਜੀ ਪ੍ਰਾਂਤਿਕ ਵਿਧਾਨ ਕੌਂਸਲ ਦੇ ਮੈਂਬਰ ਦੁਆਰਾ ਨਾਮਜ਼ਦ ਕੀਤੇ ਜਾਣਗੇ। ਤੇ ਜਿਹੜੇ ਇਹ ਮੈਂਬਰ ਹੋਣਗੇ ਪ੍ਰਾਂਤਿਕ ਵਿਧਾਨ ਕੌਂਸਲ ਦੇ, ਇਹਨਾਂ ਨੂੰ ਕੌਣ ਚੁਣੂਗਾ? ਇਹਨਾਂ ਨੂੰ ਲੋਕਲ ਸੰਸਥਾਵਾਂ ਚੁਣਨਗੀਆਂ, ਲੋਕਲ ਬੋਡੀਜ਼ ਸਾਰੀਆਂ,
ठीक है। और रल के उन्होंने चुनगियाँ तो ये किन्हों चुनगे, ये नामजद करनगे भारतीय विधान सभा के मैंबरां नूं 92 के अकॉर्डिंग, ठीक है। नैक्सट 50 नंबर मार्ले मिंटो सुधार जां भारतीय कौंसल एक्ट 1909, वैरी इंपॉर्टेंट 1909। तो सब तो पहले इन्हां बंदियां दे नाम याद कर लैने आपां। राजां दे सैक्रटरी, सैक्रटरी कौन सी जी, लॉर्ड मार्ले, ते वाइसराय कौन सी, लॉर्ड मिंटो, ठीक है। सैक्रटरी कौन सी, लॉर्ड मार्ले ते वाइसराय लॉर्ड मिंटो, इन्हां दोनों द्वारा पेश किया गया। की व्यवस्था सी, भारतीय विधानक कौंसल के मैंबरां की गिनती इन्होंने वधाती 16 तो 16 तो 60 करती, याद रखना 16 तो 60 करती। तो यही जड़ सीगी मेन, यही एक्ट सी 9 वाला, इनू नो कर देनी चाहिए सी, 1909 वाले नू नो कर देनी चाहिए सी। इन्हें बीजे जी अलगबाद के बीज, ठीक है। जी सैपरेशन करन दी जी नीति है ना, वो अग इत्थों फड़ी है, ठीक है, इत्थों लगी है। अलगबाद के बीज बीजे गए। पहली बार जो मुस्लिम समाज के लिए बखरी प्रतिनिधता इन्हें लैके आंदी भी हाँ, जो मुस्लिम समाज आ उन्होंने अलग धर्म के आधार पर प्रतिनिधता दी जाऊगी, ठीक है जी। इतों जोड़े लोगों की जी एकता की उन्होंने सट्ट बजनी शुरू हो गई सी। नैक्सट भारत सरकार एक्ट 1915, ਇਹਦਾ सिर्फ इको एक मंतव सी, क्यों बनाया सी ये, क्योंकि सारे कानूनों को एक धारा में संगठित करना सी, ठीक है, इकट्ठे लिया सी जिन्ने भी कानून ब्रिटिश जी संसद लागू करना चाहती सी भारत दे विच। नैक्सट मॉन्टेग चैम्सफोर्ड रिपोर्ट ਅਤੇ भारतीय सरकार एक्ट 1919, वैरी इंपॉर्टेंट क्वेश्चन। मार्ले मिंटो वाला बहुत इंपॉर्टेंट है, नाल दी नाल मॉन्टेग ते चैम्सफोर्ड वाला। सब तो पहला देख लीजिए जी किने दित्ती सी ये रिपोर्ट, राज सैक्रटरी, सैक्रटरी कौन सीगा, मॉन्टेग, ES मॉन्टेग। गवर्नर जनरल कौन सी, लॉर्ड चैम्सफोर्ड। दोनों द्वारा प्रस्तावित किया गया मॉन्टेग चैम्सफोर्ड रिपोर्ट। की कहते सी ये रिपोर्ट देख लीए, हाँ जी। 1919 तो लैके 1935 तक दोहरी शासन प्रणाली जिन्होंने डायरची के नाम नाल जानिया जाता है, ठीक है, ये प्रणाली कायम होगी। तो राज ते जिहड़ियां केंद्र सरकारां गियां दोनों का शासन होगा, राज का भी तो प्रोवेंशियल जिन्होंने प्रांतक कहने आपां, ठीक है। नैक्सट प्रोवेंशियल सबजैक्ट आ जिहड़े दो तरह के होणगे, प्रोवेंशियल सबजैक्ट आ जिहड़े दो तरह के होणगे, क्योंकि केंद्र तो है ही सर्वशक्तिमान, ठीक है, उहदे कोल तां शक्तियां ने, बट राजा ने उत्ते जिहड़े प्रांत सीगे उन्हां उत्ते थोड़ियां पाबंदियां सी। दो तरह के उन्हां कोल सबजैक्ट सी, किहड़े किहड़े, ट्रांसफर्ड ते दूसरे रिजर्वड। जिहड़े तां ट्रांसफर्ड सीगे, ठीक है, ट्रांसफर का मतलब जिहड़े आपां एक जाने तो दूजे जाने नूं भेज सकते हैं, तां उहदे लई ओह रिस्पोंसीबल सीगे किहनूं, लैजिसलेटिव कौंसल नूं, विधान सभा नूं ओह की सीगे, कौंसल नूं, मतलब जवाबदेह सी, जिम्मेवारी बनती सी उन्हां दी, हाँ उन्हां तो कुछ भी पुछ सकते सी उहदे संबंधी। पर जिहड़े रिजर्व सी उहदे विच ओह जिहड़े पूरी तरह सुतंत्र सीगे, गवर्नरां दे अधीन पूरी तरह सुतंत्र सीगे। कौन, प्रोविंस यानी कि प्रांत अपना जिहड़ा डिसीजन सी ओह लै सकते सी, ठीक है, वो सीगे रिजर्व। नैक्सट बाई कैमरल इंडियन लैजिसलेचर, पहली बार जिहड़ा ये रिपोर्ट सीगी, किहड़ी रिपोर्ट, हाँ जी, मॉन्टेग चैम्सफोर्ड की। एक अजिही रिपोर्ट सी जिहड़ी पहली बार की लैके आई साडे सामने, बाई कैमरल इंडियन लैजिसलेचर, ठीक है, दो सदनी व्यवस्था पहली बार आई। ओके नैक्सट है जी किस तरह आई जी, वो देख लो, अपर हाउस ते लोअर हाउस, दो सदनी व्यवस्था आ गई। अपर हाउस के विच किन्ने मैंबर है जी, टोटल 60 मैंबर, तो उन्होंने चुने हुए किन्ने आ, 34। तो सेम ही लोअर हाउस के विच की है जी, लोअर हाउस नूं कहा जाता है लैजिसलेटिव असैंबली, तो अपर हाउस नूं कहा जाता सी कौंसल ऑफ स्टेट्स, कौंसल ऑफ स्टेट्स, वो कौंसल ते हेठली लैजिसलेटिव असैंबली। ये मैंबर किन्ने सी, लोअर हाउस से 144 सी, ते इन्हां चों इलैक्टेड किन्ने सी, चौके की जगह पर की कर दो, 0 कर दो, ठीक है, की कर दो जी, 0 कर दो, 144 तो 104, 104 चुने हुए सी, ठीक है। नैक्सट साइमन कमीशन, चंगी तरह जानते हो तुसीं इहदे बारे, कौन लैके आया सी जी, जॉन साइमन द्वारा, कदों 1927 नूं। क्यों लिआंदा गया सी, की उद्देश सी, इहदा उद्देश सीगा 1919 का जिहड़ा एक्ट आ उहदे कम्मां दी जांच पड़ताल करनी, भी की रिजल्ट लिया रहा 1919 का एक्ट, ठीक है। तो इन्हें आपकी 3 साल इन्हें रहना सी, ते इहदी रिपोर्ट देनी सी 1930 नूं, ते इहदा बहुत ज़्यादा विरोध होया सी, तुहानूं सारिआं नूं पता। साइमन गो बैक के जिहड़े नारे सी ओह लगे सी, लाला लाजपत राय जी जख्मी होए सी, ते बाद च उन्हां दी डैथ हो जाती है, ठीक है। तो यदी जांच किने करनी सी, ब्रिटिश संसद ते भारतीय सरकार द्वारा यदी जांच होनी सी, साइमन कमीशन की,
ਠੀਕ ਹੈ। ਇਹਨੇ ਪ੍ਰੋਮਿਸ ਕੀਤਾ ਸੀ 1929 ਦੇ ਵਿੱਚ ਕਿ ਜਿਹੜਾ ਡੋਮੀਨੀਅਨ ਸਟੇਟਸ ਆ ਉਹ ਇੰਡੀਆ ਦੇ ਵਿੱਚ ਜਿਹੜਾ ਕਨਫਰ ਕੀਤਾ ਜਾਊਗਾ, ਠੀਕ ਹੈ, ਲਾਗੂ ਕੀਤਾ ਜਾਊਗਾ। ਅਗਲਾ ਹੈ ਜੀ 54 ਨੰਬਰ 1935 ਦਾ ਭਾਰਤੀ ਸਰਕਾਰ ਐਕਟ। ਵੈਸੇ ਅਸੀਂ ਪੜ੍ਹ ਚੁੱਕੇ ਹਾਂ ਇਹਦੇ ਬਾਰੇ, ਇੱਕ ਦੋ ਗੱਲਾਂ ਰਹਿ ਗਈਆਂ ਸੀ ਉਹ ਆਪਾਂ ਦੇਖ ਲੈਂਦੇ ਹਾਂ। ਸੰਘ ਪ੍ਰਾਂਤ ਤੇ ਭਾਰਤੀ ਰਾਜ ਤਿੰਨਾਂ ਲਈ ਇੱਕ ਸੀ, ਤਿੰਨਾਂ ਵਾਸਤੇ ਵਿਵਸਥਾ ਮਿਲ ਰਹੀ ਸੀ ਇਸ ਐਕਟ ਦੇ ਵਿੱਚ। ਵਿਧਾਨਕ ਸ਼ਕਤੀਆਂ ਦੀ ਵੰਡ ਸੀ ਕਿਹਦੇ ਵਿੱਚ, ਕੇਂਦਰ ਤੇ ਪ੍ਰਾਂਤਾਂ ਦੇ ਵਿੱਚ। ਗਵਰਨਰ ਮੰਤਰੀਆਂ ਦੀ ਸਲਾਹ ਤੇ ਕੰਮ ਕਰੇਗਾ, ਠੀਕ ਹੈ, ਆਪਣੇ ਆਪ ਨਹੀਂ ਕੰਮ ਕਰ ਸਕਦਾ, ਮੰਤਰੀਆਂ ਦੀ ਸਲਾਹ ਲੈਣੀ ਪਊਗੀ, ਜਿਵੇਂ ਰਾਸ਼ਟਰਪਤੀ ਵਿਚਾਰਾ ਆਪਣੇ ਹੀ ਕੰਮ ਕਰ ਸਕਦਾ, ਠੀਕ ਹੈ। ਨੈਕਸਟ ਕੇਂਦਰੀ ਵਿਧਾਨ ਸਭਾ ਦੇ ਦੋ ਹਿੱਸੇ, ਕੇਂਦਰੀ ਵਿਧਾਨ ਸਭਾ ਦੇ ਦੋ ਹਿੱਸੇ ਕਿਹੜੇ ਕਿਹੜੇ, ਫੈਡਰਲ ਅਸੈਂਬਲੀ ਤੇ ਦੂਸਰਾ ਕਾਉਂਸਲ ਆਫ ਸਟੇਟ, ਫੈਡਰਲ ਅਸੈਂਬਲੀ ਤੇ ਦੂਸਰਾ ਕਾਉਂਸਲ ਆਫ ਸਟੇਟ, ਠੀਕ ਹੈ, ਦੋ ਹਿੱਸੇ ਹੋ ਗਏ ਉਹਦੇ। ਨੈਕਸਟ ਵੀਟੋ ਦਾ ਅਧਿਕਾਰ ਕਿਹਦੇ ਕਿਹਦੇ ਕੋਲ, ਬਰਤਾਨਵੀ ਤਾਜ ਕੋਲੇ ਵੀ ਆ ਤੇ ਗਵਰਨਰ ਜਨਰਲ ਕੋਲੇ ਵੀ ਆ। ਨੈਕਸਟ ਤਿੰਨ ਸੂਚੀਆਂ ਕਿਹੜੀਆਂ, ਸੰਘੀ ਸੂਚੀ, ਰਾਜ ਸੂਚੀ ਜਾਂ ਪ੍ਰਾਂਤਿਕ ਸੂਚੀ ਤੇ ਸਮਵਰਤੀ ਸੂਚੀ। ਆਪ ਪਹਿਲੇ ਹੀ ਕਰ ਲਿਆ। ਡੋਮੀਨੀਅਨ ਸਟੇਟਸ ਦਾ ਜਿਹੜਾ ਉਹ ਪ੍ਰੋਮਿਸ ਹੋਇਆ ਸੀ 1929 ਦੇ ਵਿੱਚ, ਪਰ ਇਹਨੂੰ ਲਾਗੂ ਨਹੀਂ ਕੀਤਾ ਗਿਆ। ਕਿਹਦੇ ਅਧੀਨ, 1935 ਦੇ ਐਕਟ ਅਧੀਨ ਇਸ ਨੂੰ ਲਾਗੂ ਨਹੀਂ ਕੀਤਾ। ਇਹਦਾ ਪ੍ਰੋਮਿਸ ਕਿਹਨੇ ਕੀਤਾ ਸੀ ਉਹ ਵੀ ਦੇਖ ਲੈਂਦੇ ਆਪਾਂ। ਇਹਦਾ ਪ੍ਰੋਮਿਸ ਕੀਤਾ ਸੀਗਾ ਜੀ ਲਾਰਡ ਇਰਵਿਨ ਨੇ। ਕਿਉਂ ਕੀਤਾ ਸੀ, ਕਿਉਂਕਿ ਜਿਹੜਾ ਸਾਈਮਨ ਕਮਿਸ਼ਨ ਸੀ ਉਹਦਾ ਬਹੁਤ ਜ਼ਿਆਦਾ ਜਿਹੜਾ ਵਿਰੋਧ ਹੋਇਆ ਸੀ, ਤਾਂ ਕਰਕੇ ਲੋਕਾਂ ਦਾ ਜਿਹੜਾ ਰੋਹ ਆ ਉਹਨੂੰ ਸ਼ਾਂਤ ਕਰਨ ਦੇ ਲਈ ਉਸ ਤੋਂ ਬਾਅਦ ਉਹਨੇ ਉਹਦੇ ਰਿਜ਼ਲਟ ਵਜੋਂ ਕੀ ਕੀਤਾ ਸੀ 1929 ਦੇ ਵਿੱਚ ਪ੍ਰੋਮਿਸ ਕੀਤਾ ਸੀ ਕਿ ਡੋਮੀਨੀਅਨ ਸਟੇਟਸ ਆ ਉਹ ਲਾਗੂ ਕੀਤਾ ਜਾਵੇਗਾ, ਪਰ ਨਹੀਂ ਹੋਇਆ, ਠੀਕ ਹੈ। ਨੈਕਸਟ ਹੈ ਜੀ ਸਾਡੇ ਕੋਲ ਕ੍ਰਿਪਸ ਮਿਸ਼ਨ। ਕ੍ਰਿਪਸ ਮਿਸ਼ਨ ਆ ਜਿਹੜਾ 1942 ਦੇ ਵਿੱਚ ਸਰ ਸਟੈਫੋਰਡ ਕ੍ਰਿਪਸ ਇਹਨਾਂ ਦੁਆਰਾ ਲਿਆਂਦਾ ਗਿਆ। ਇਹਨਾਂ ਦਾ ਨਾਮ ਅਸੀਂ ਪਹਿਲਾਂ ਕਰ ਚੁੱਕੇ ਹਾਂ, ਠੀਕ ਹੈ, ਕੈਲ ਵਾਲੇ 'ਚ ਕਰਿਆ ਸੀ ਆਪਾਂ। ਹੁਣ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਉਹ ਦੇਖ ਲੈਂਦੇ ਹਾਂ ਆਪਾਂ। ਭਾਰਤੀ ਸੰਵਿਧਾਨ ਲਈ ਸੰਵਿਧਾਨ ਸਭਾ ਬਣਾਉਣੀ ਆ। ਨੈਕਸਟ ਡੋਮੀਨੀਅਨ ਸਟੇਟਸ ਸੰਵਿਧਾਨ ਦੁਆਰਾ ਮਿਲੇਗਾ, ਵੀ ਹਾਂ ਜੇ ਉਹ ਕਹਿੰਦੇ ਵੀ ਠੀਕ ਆ ਤੁਹਾਨੂੰ ਦੇ ਦਾਂਗੇ ਡੋਮੀਨੀਅਨ ਸਟੇਟਸ, ਪਰ ਕਿਹਦੇ ਦੁਆਰਾ ਮਿਲੂਗਾ, ਸੰਵਿਧਾਨ ਰਾਹੀਂ ਮਿਲੂਗਾ। ਇੱਕ ਕੇਂਦਰੀ ਸਰਕਾਰ ਹੋਊਗੀ, ਤੇ ਇਹ ਕਿਹਨੇ ਅਪਣਾਉਣਾ ਸੀ ਇਹਨੂੰ ਮਿਸ਼ਨ ਨੂੰ, ਇਹਨੂੰ ਅਪਣਾਉਣਾ ਸੀ ਜੀ ਕਾਂਗਰਸ ਤੇ ਮੁਸਲਿਮ ਲੀਗ, ਕਿਉਂਕਿ ਉਹਨਾਂ ਨੇ ਅਲੱਗ ਦਿੱਤੀ ਸੀ ਨਾ ਪ੍ਰਤੀਨਿਧਤਾ ਮੁਸਲਿਮ ਨੂੰ, ਠੀਕ ਹੈ, ਇਸ ਕਰਕੇ ਦੋਨਾਂ ਦੁਆਰਾ ਅਪਣਾਇਆ ਜਾਣਾ ਸੀ। ਨੈਕਸਟ ਵੈਰੀ ਇੰਪੋਰਟੈਂਟ ਕੈਬਨਿਟ ਮਿਸ਼ਨ ਪਲਾਨ, ਪਹਿਲਾਂ ਪੜ੍ਹ ਚੁੱਕੇ ਹਾਂ ਅਸੀਂ ਇਹਦੇ ਬਾਰੇ, ਇੱਕ ਦੋ ਗੱਲਾਂ ਰਹਿ ਗਈਆਂ ਉਹ ਦੇਖ ਲਓ। 1946 ਦੇ ਵਿੱਚ ਕਿਹਨੇ ਭੇਜਿਆ ਸੀ ਇਹ ਪਲਾਨ, ਇਹ ਭੇਜਿਆ ਸੀ ਲਾਰਡ ਐਟਲੀ ਨੇ, ਲਾਰਡ ਐਟਲੀ ਨੇ, ਠੀਕ ਹੈ। 3 ਮੈਂਬਰ ਸੀ, ਪਹਿਲਾਂ ਅਸੀਂ ਕਰ ਚੁੱਕੇ ਹਾਂ ਕਿਹੜੇ ਕਿਹੜੇ ਮੈਂਬਰ ਸੀ, ਰੀਕਾਲ ਕਰ ਲਓ ਉਹਨਾਂ ਦੇ ਨਾਮ ਵੀਡੀਓ ਨੂੰ ਪੌਜ਼ ਕਰਕੇ ਇੱਕ ਵਾਰ, ਠੀਕ ਹੈ। ਉਦੇਸ਼ ਕੀ ਸੀ, ਹਾਂਜੀ ਸੰਵਿਧਾਨ ਸਭਾ ਬਣਾਉਣਾ। ਇਸ ਵਾਰ ਦੇਖੋ ਇੱਥੇ ਤੱਕ ਅਸੀਂ ਬੁੱਕਸ ਦੇ ਵਿੱਚ ਪੜ੍ਹਦੇ ਹਾਂ, ਇਹ ਸਾਨੂੰ ਲਿਖਿਆ ਮਿਲਦਾ, ਬਟ ਆਹ ਚੀਜ਼ ਨਹੀਂ ਲਿਖੀ ਮਿਲਦੀ। ਉਸ ਤੋਂ ਬਾਅਦ ਇੱਕ ਪਲਾਨ ਤਿਆਰ ਹੋਇਆ ਜਿਸ ਨੂੰ ਕਿਹਾ ਜਾਂਦਾ ਮਾਊਂਟ ਬੈਟਨ ਪਲਾਨ, ਕਿਉਂਕਿ ਇਹ ਆਖਰੀ ਸੀਗੇ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਹੈ ਨਾ, ਗਵਰਨਰ ਜਨਰਲ। ਤਾਂ ਇਹਨਾਂ ਨੇ ਪਲਾਨ ਨੂੰ ਇਸੇ ਨਾਮ ਨਾਲ ਜਾਣਿਆ ਲੱਗ ਪਿਆ, ਦਾ ਮਾਊਂਟ ਬੈਟਨ ਪਲਾਨ। ਕੀ ਸੀ ਇਹਦੇ ਵਿੱਚ, ਭਾਰਤ ਦੀ ਵੰਡ ਅਤੇ ਸ਼ਕਤੀਆਂ ਭਾਰਤੀਆਂ ਨੂੰ ਸੌਂਪਣ ਦੀ ਯੋਜਨਾ, ਮਤਲਬ ਇੱਕ ਸਪੈਸੀਫਾਈ ਕਰ ਦਿੱਤਾ ਗਿਆ ਕਿਸੇ ਤਰੀਕੇ ਨਾਲ ਲਿਖ ਕੇ ਵੀ ਜਿਹੜੀਆਂ ਸਾਰੀਆਂ ਸ਼ਕਤੀਆਂ ਉਹ ਹੁਣ ਭਾਰਤੀਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਭਾਰਤ ਦੀ ਵੰਡ ਹੋਣ ਤੋਂ ਬਾਅਦ, ਠੀਕ ਹੈ। ਕਦੋਂ, 3 ਜੂਨ 1947 ਨੂੰ ਜਿਹੜਾ ਇਹ ਪਲਾਨ ਆ ਬਣਾਇਆ ਗਿਆ, 3 ਜੂਨ 1947 ਨੂੰ, ਠੀਕ ਹੈ। ਉਦੋਂ ਬਾਅਦ ਅਗਸਤ ਦੇ ਵਿੱਚ ਤਾਂ ਫਿਰ ਆਜ਼ਾਦੀ ਮਿਲ ਗਈ ਸੀ। ਨੈਕਸਟ ਹੈ ਜੀ ਇੰਡੀਅਨ ਇੰਡੀਪੈਂਡੈਂਸ ਐਕਟ 1947 1947 ਦਾ। ਇਹਦਾ ਮੇਨ ਕੀ ਮਕਸਦ ਸੀਗਾ ਵੀ ਜਿਹੜੀ ਰਹਿੰਦ ਖੂੰਹਦ ਰਹਿੰਦੀ ਆ, ਠੀਕ ਹੈ, ਅੰਗਰੇਜ਼ਾਂ ਦੇ ਰਾਜ ਦੀ, ਉਹਨੂੰ ਅਲੱਗ ਮਤਲਬ ਖਤਮ ਕਰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਕੀ ਕੀਤਾ ਗਿਆ, ਅਬੋਲਿਸ਼ ਦਾ ਆਫਿਸ ਆਫ ਸੈਕਟਰੀ ਆਫ ਇੰਡੀਆ, ਜਿਹੜਾ ਇੰਡੀਆ ਦਾ ਸੈਕਟਰੀ ਸੀ ਉਹਦਾ ਆਫਿਸ ਸੀਗਾ ਜਿਹੜਾ, ਉਹਨੂੰ ਖਤਮ ਕਰ ਦਿੱਤਾ ਗਿਆ। ਐਂਡ ਕੌਂਸਟੀਟਿਊਂਟ ਅਸੈਂਬਲੀ ਇਟਸੈਲਫ ਵਾਸ ਟੂ ਫੰਕਸ਼ਨ ਐਜ਼ ਅ ਸੈਂਟਰਲ ਲੈਜਿਸਲੇਟਰ, ਜਿਹੜੀ ਕੇਂਦਰੀ ਲੈਜਿਸਲੇਚਰ ਸੀਗੀ, ਵਿਧਾਨ ਸਭਾ ਸੀ, ਉਹਦੇ ਵਜੋਂ ਕਿਹਨੇ ਕੰਮ ਕਰਿਆ, ਹਾਂਜੀ ਉਹ ਕੰਮ ਕਰਿਆ ਜਿਹੜੀ ਸੰਵਿਧਾਨ ਸਭਾ ਬਣਾਈ ਗਈ ਸੀ ਉਸਨੇ ਕੀਤਾ। ਇਹ ਦੋਨੇ ਵਿਵਸਥਾਵਾਂ ਸਾਨੂੰ ਮਿਲਦੀਆਂ ਨੇ 1947 ਦੇ ਭਾਰਤੀ ਸੁਤੰਤਰਤਾ ਐਕਟ ਦੇ ਵਿੱਚ, ਕਲੀਅਰ। ਨੈਕਸਟ 59 ਨੰਬਰ ਕਮੇਟੀ ਆਫ ਰੂਲਸ ਆਫ ਪ੍ਰੋਸੀਜਰ ਐਂਡ ਸਟੀਅਰਿੰਗ ਕਮੇਟੀ। ਹੁਣ ਆਹ ਸਾਰੀਆਂ ਕਮੇਟੀਆਂ ਵੀ ਤੁਸੀਂ ਯਾਦ ਕਰਨੀਆਂ, 100% ਤੁਹਾਡੇ ਯਾਦ ਹੋਣੀਆਂ ਚਾਹੀਦੀਆਂ, ਠੀਕ ਹੈ। ਤਾਂ ਇਹਦਾ ਜਿਹੜਾ ਪ੍ਰਧਾਨ ਸੀ ਉਹ ਕੌਣ ਸੀ ਜੀ, ਇਹਨਾਂ ਦੋਨਾਂ ਕਮੇਟੀਆਂ ਦਾ। ਰੂਲਸ ਬਣਾਏ ਜਾਣੇ ਆ, ਜਿਹੜੇ ਪ੍ਰੋਸੀਜਰ ਬਣਾਏ ਜਾਣੇ ਆ, ਅਤੇ ਜਿੰਨੀ ਵੀ ਨਿਗਰਾਨੀ ਦਾ ਕੰਮ ਕਰਨਾ, ਵੀ ਹਾਂ ਕਿਉਂਕਿ ਪ੍ਰੋਜੈਕਟ ਜਿਹੜਾ ਹੁੰਦਾ ਉਹਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਆ, ਤਾਂ ਉਹਨੂੰ ਨਾਲ ਨਾਲ ਲੈ ਕੇ ਚੱਲਣਾ ਬਹੁਤ ਔਖਾ, ਸਾਰੇ ਲੋਕਾਂ ਦਾ ਸਹਿਯੋਗ ਪਾਉਣਾ ਜ਼ਰੂਰੀ ਆ। ਤਾਂ ਸਾਰਾ ਜਿਹੜਾ ਕੌਣ ਦੇਖ ਰਿਹਾ ਸੀ, ਇਹ ਦੇਖ ਰਿਹਾ ਸੀ ਡਾਕਟਰ ਰਾਜਿੰਦਰ ਪ੍ਰਸਾਦ, ਠੀਕ ਹੈ। ਨੈਕਸਟ ਨਹਿਰੂ ਦੇ ਅੰਡਰ ਕਿਹੜੀਆਂ ਕਮੇਟੀਆਂ ਸੀ ਉਹ ਵੀ ਦੇਖ ਲਓ, ਕਈ ਸੀਗੀਆਂ, ਇਹ ਨਾਮ ਯਾਦ ਕਰ ਲਿਓ ਇਹਨਾਂ ਦੇ। ਸਭ ਤੋਂ ਪਹਿਲਾਂ ਪੈਸੇ ਦਾ ਜਿਹੜਾ ਸਾਰਾ ਪ੍ਰਬੰਧ ਸੀ ਕਿਹਦੇ ਕੋਲ ਸੀ, ਨਹਿਰੂ ਕੋਲੇ। ਫਾਈਨੈਂਸ ਐਂਡ ਸਟਾਫ ਕਮੇਟੀ, ਕਿੰਨਾ ਕਿੰਨਾ ਸਟਾਫ ਹੋਊਗਾ, ਠੀਕ ਹੈ। ਨੈਕਸਟ
ਅਡਹੌਕ ਕਮੇਟੀ ਔਨ ਦਾ ਨੈਸ਼ਨਲ ਫਲੈਗ ਬਾਰੇ ਜੋ ਵੀ ਉਹਨਾਂ ਨੇ ਵਿਵਸਥਾਵਾਂ ਕਰਨੀਆਂ ਸੀ ਉਹ ਕਮੇਟੀ ਵੀ ਨਹਿਰੂ ਦੇ ਅਧੀਨ ਸੀ। ਨੈਕਸਟ ਯੂਨੀਅਨ ਕੌਨਸਟੀਟਿਊਸ਼ਨ ਕਮੇਟੀ, ਮੇਨ ਜਿਹੜੀ ਕੇਂਦਰੀ ਸੰਵਿਧਾਨਕ ਕਮੇਟੀ ਸੀ ਉਹ ਵੀ ਇਹਦੇ ਅੰਡਰ। ਯੂਨੀਅਨ ਪਾਵਰਸ ਕਮੇਟੀ ਇਹ ਵੀ ਇਹਦੇ ਅੰਡਰ। ਤੇ ਸਟੇਟ ਕਮੇਟੀ ਯਾਦ ਰੱਖਣਾ, 2 ਯੂਨੀਅਨ ਵਾਲੀਆਂ, ਇੱਕ ਸਟੇਟ ਵਾਲੀ ਆ, ਇੱਕ ਅਡਹੌਕ ਵਾਲੀ ਆ ਤੇ ਇੱਕ ਪੈਸੇ ਵਾਲੀ ਆ। ਠੀਕ ਹੈ, ਨਹਿਰੂ ਦੇ ਅੰਡਰ 5 ਨੇ ਟੋਟਲ। ਨੈਕਸਟ ਹੈ ਜੀ ਸਾਡੇ ਕੋਲੇ ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ, ਮਿਨੋਰਿਟੀਜ਼ ਐਂਡ ਟਰਾਈਬਲ ਐਂਡ ਐਕਸਕਲੂਡਡ ਏਰੀਆਜ਼। ਇਹ ਸੀਗੀਆਂ ਜੀ ਵੱਲਭ ਭਾਈ ਪਟੇਲ। ਇਹਨਾਂ ਨੇ ਹੀ ਏਕੀਕਰਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਭੂਮਿਕਾ ਨਿਭਾਈ ਸੀ, ਵੀ ਜਿਹੜੇ ਅਲੱਗ-ਅਲੱਗ ਛੋਟੀਆਂ ਛੋਟੀਆਂ ਇਕਾਈਆਂ ਰੱਖੀਆਂ ਜਿਵੇਂ ਪੈਪਸੂ ਵਰਗੀਆਂ ਸੀਗੀਆਂ ਹੈ ਨਾ, ਉਹਨਾਂ ਦਾ ਸਾਰਿਆਂ ਦਾ ਏਕੀਕਰਨ ਕੀਤਾ ਸੀ ਇਹਨਾਂ ਨੇ, ਬਹੁਤ ਵਧੀਆ ਕੰਮ ਕੀਤਾ ਸੀ। ਠੀਕ ਹੈ, ਤਾਂ ਫਿਰ ਫੰਡਾਮੈਂਟਲ ਰਾਈਟ ਸੀ ਜਿਹੜੇ ਉਹ ਕਿਹਨਾਂ ਨੂੰ ਦਿੱਤੇ ਗਏ, ਇਹਦੀ ਅਧਿਕਾਰਾਂ ਦੀ ਜ਼ਿੰਮੇਵਾਰੀ ਜਿਹੜੀ ਸਾਰੀ ਉਹ ਦਿੱਤੀ ਗਈ ਵੱਲਭ ਭਾਈ ਪਟੇਲ ਨੂੰ। ਠੀਕ ਹੈ, ਵੱਲਭ ਮਤਲਬ ਵੱਧ ਰੌਸ਼ਨੀ ਮਿਲੇ, ਚੰਗੀ ਤਰ੍ਹਾਂ ਦੇਖਣ ਸਾਰੇ ਅਧਿਕਾਰ, ਯਾਦ ਰੱਖਣਾ ਤੁਸੀਂ। ਠੀਕ ਹੈ, ਨੈਕਸਟ ਕ੍ਰੀਡੈਂਸ਼ੀਅਲ ਕਮੇਟੀ, ਇਹ ਤੁਸੀਂ ਯਾਦ ਰੱਖ ਲੈਣੀ ਆ। ਕ੍ਰੀਡੈਂਸ਼ੀਅਲ ਕਮੇਟੀ ਕਿਹਦੇ ਕੋਲੇ ਸੀ? ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ। ਠੀਕ ਹੈ, ਦੱਖਣ ਦੇ, ਇਹ ਯਾਦ ਰੱਖਣਾ। ਨੈਕਸਟ ਹੈ ਜੀ ਹਾਊਸ ਕਮੇਟੀ। ਹਾਊਸ ਕਮੇਟੀ ਕਿਹਦੇ ਕੋਲ ਸੀ ਜੀ? ਇਹ ਸੀ ਬੀ ਪਠਾਬੀ ਸੀਤਾ, ਹਾਂਜੀ ਕੀ ਨਾਮ ਹੈ ਇਹਨਾਂ ਦਾ? ਸੀਤਾ ਰਮਈਆ। ਸੀਤਾ ਰਮਈਆ ਯਾਦ ਰੱਖਣਾ ਤੁਸੀਂ, ਸੀਤਾ ਮਈਆ ਤੋਂ ਯਾਦ ਰੱਖ ਲਿਓ ਹਾਊਸ ਕਮੇਟੀ। ਕਿਰਪਾ ਬਣੀ ਰਹੇ ਘਰ ਤੇ ਸੀਤਾ ਮਈਆ ਦੀ। ਠੀਕ ਹੈ ਜੀ, ਨੈਕਸਟ ਹੈ ਸਾਡੇ ਕੋਲੇ ਆਰਡਰ ਆਫ ਬਿਜ਼ਨਸ ਕਮੇਟੀ। ਆਰਡਰ ਆਫ ਬਿਜ਼ਨਸ ਕਮੇਟੀ ਇਹਨੂੰ ਮੈਂ ਹਾਈਲਾਈਟ ਕੀਤਾ ਕਿਉਂਕਿ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਐਗਜ਼ਾਮ ਦੇ ਵਿੱਚ। ਆਰਡਰ ਆਫ ਬਿਜ਼ਨਸ ਕਮੇਟੀ ਹੈ ਜਿਹੜੀ, ਉਹਦੇ ਮੁਖੀ ਕੌਣ ਸੀ? ਇਹ ਸੀਗੇ ਜੀ KM ਮੁਨਸ਼ੀ। ਆਰਡਰ ਕੌਣ ਦੇਊਗਾ? ਜਿਹੜਾ ਮੁਨਸ਼ੀ ਲੱਗਿਆ। ਠੀਕ ਹੈ, KM ਮੁਨਸ਼ੀ। ਨੈਕਸਟ ਕਮੇਟੀ ਔਨ ਦਾ ਫੰਕਸ਼ਨਸ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ, ਜਿਹੜੇ ਉਹਦੇ ਕੰਮ ਆ ਸਾਰੇ, ਉਹਨਾਂ ਦੀ ਜਿਹੜੀ ਕਮੇਟੀ ਸੀ ਉਹ ਕੌਣ ਸੀ? GV ਮਾਵਲੰਕਰ। ਠੀਕ ਹੈ, ਸਾਰੇ ਕੰਮ ਮਾਵਲੰਕਰ। ਘਰੇ ਕੌਣ ਕੰਮ ਜ਼ਿਆਦਾਤਰ ਕੰਮ, ਮਤਲਬ ਜੇ ਸਾਰੇ ਕੰਮ ਹੁੰਦੇ ਆ ਕੌਣ ਕਰਦੇ? ਸਾਡੇ ਮੰਮੀ ਕਰਦੇ ਆ। ਠੀਕ ਹੈ, ਮਾਂ ਕਰਦੀ ਹੈ, ਮਾਵਲੰਕਰ। ਠੀਕ ਹੈ, ਕਮੇਟੀ ਮਤਲਬ ਕਮੇਟੀ ਦੇ ਸਾਰੇ ਕੰਮ, ਹਰ ਇੱਕ ਚੀਜ਼ ਦਾ ਪਤਾ ਆਪਣੀ ਮੰਮੀ ਨੂੰ ਹੁੰਦਾ ਹੈ ਨਾ। ਨੈਕਸਟ ਮਿਨੋਰਿਟੀਜ਼ ਸਬ ਕਮੇਟੀ। ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ ਕਿਉਂਕਿ ਬਾਕੀ ਤਾਂ ਸਾਰੇ ਈਜ਼ੀ ਨੇ, ਅਸੀਂ ਪੜ੍ਹੇ ਹੋਏ ਨੇ, ਸਾਨੂੰ ਯਾਦ ਨੇ, ਬਟ ਆ ਜਿਹੜੇ ਮਗਰਲੇ ਨੇ ਇਹ ਥੋੜ੍ਹੇ ਨਵੇਂ ਨੇ ਸਾਡੇ ਲਈ ਹੈ ਨਾ, ਇਹ ਯਾਦ ਕਰਨੇ ਥੋੜ੍ਹੇ ਜਿਹੇ ਔਖੇ ਆ। ਇਹਦੀ ਟ੍ਰਿਕ ਵੀ ਕਰ ਲਈ ਆਪਾਂ, ਇਹਦੀ ਟ੍ਰਿਕ ਵੀ ਕਰ ਲਈ। ਠੀਕ ਹੈ, ਨੈਕਸਟ ਇਹਦੀ ਟ੍ਰਿਕ ਵੀ ਕਰ ਲਈ। ਹੁਣ 66 ਦੀ ਵੀ ਟ੍ਰਿਕ ਕਰ ਲਓ ਨਾਲ ਹੀ। ਮਿਨੋਰਿਟੀ ਮੈਨੂੰ, ਸਭ ਸਾਰੇ। ਠੀਕ ਹੈ, ਜੇ ਮੈਨੂੰ ਸਾਰੇ ਕੰਮ ਕਰਨੇ ਪੈਣਗੇ ਤਾਂ ਮੈਂ ਕੀ ਕਰੂੰ? ਮੈਂ ਤਾਂ ਮੁੱਕਰ ਜਾਊਂ। ਠੀਕ ਹੈ, ਮੈਨੂੰ ਸਭ ਕੰਮ ਕਰਨੇ ਪੈਣਗੇ ਤਾਂ ਮੈਂ ਮੁੱਕਰ ਜਾਊਂ। ਮੁਖਰਜੀ, HC ਮੁਖਰਜੀ। ਮਿਨੋਰਿਟੀਜ਼ ਮੈਨੂੰ, ਸਭ ਸਾਰੇ, ਕਮੇਟੀ ਕੰਮ ਕਰਨੇ ਪੈਣਗੇ ਤਾਂ ਫਿਰ ਮੈਂ ਕੀ ਕਰੂੰ? ਮੈਂ ਮੁੱਕਰ ਜਾਊਂ। ਓਕੇ ਜੀ, ਇਹਨੂੰ ਇਸ ਤਰ੍ਹਾਂ ਤੁਸੀਂ ਯਾਦ ਕਰ ਲਿਓ। ਨੈਕਸਟ 67 ਫੰਡਾਮੈਂਟਲ ਰਾਈਟਸ ਸਬ ਕਮੇਟੀ। ਹੁਣ ਪਹਿਲਾਂ ਆਪਾਂ ਫੰਡਾਮੈਂਟਲ ਰਾਈਟ ਵਾਲੀ ਤੇ ਮਿਨੋਰਿਟੀ ਵਾਲੀ ਕੀਤੀ ਹੈ, ਜਿੱਥੇ ਆਪਾਂ ਵੱਲਭ ਭਾਈ ਪਟੇਲ ਕੀਤੇ ਆ। ਹੁਣ ਆਪਾਂ ਕਰ ਰਹੇ ਹਾਂ ਇਹਨਾਂ ਦੀ ਸਬ ਕਮੇਟੀ ਕਿਹੜੀ ਸੀ? ਸਬ ਕਮੇਟੀ। ਠੀਕ ਹੈ, ਫੰਡਾਮੈਂਟਲ ਰਾਈਟਸ ਸਬ ਕਮੇਟੀ ਇਹ ਕਿਹਦੇ ਅਧੀਨ? JB ਕ੍ਰਿਪਲਾਨੀ ਦੇ ਅੰਡਰ ਕਿਹੜੀ ਹੈ ਜੀ? 67 ਨੰਬਰ ਹੈ ਸਾਡੇ ਕੋਲੇ ਫੰਡਾਮੈਂਟਲ ਰਾਈਟ ਸਬ ਕਮੇਟੀ। ਠੀਕ ਹੈ, ਇਹਨੂੰ ਯਾਦ ਰੱਖਣ ਦੇ ਲਈ ਤੁਸੀਂ ਇੱਕ ਟ੍ਰਿਕ ਰੱਖ ਸਕਦੇ ਹੋ ਕਿ ਮੈਨੂੰ ਫੰਡਾਮੈਂਟਲ ਰਾਈਟ ਮਿਲੇ ਇਹ ਵੀ ਕਿਰਪਾ ਸਬ ਕਮੇਟੀਆਂ ਦੀ ਆ। ਮੈਨੂੰ ਫੰਡਾਮੈਂਟਲ ਰਾਈਟ ਮਿਲੇ JB ਕਿਰਪਾ ਸਬ ਕਮੇਟੀਆਂ ਦੀ ਆ। ਠੀਕ ਹੈ, ਯਾਦ ਰਹੂ ਤੁਹਾਨੂੰ। ਅਗਲਾ ਮਸੌਦਾ ਜਿਹੜੀ ਕਮੇਟੀ ਬਣਾਈ ਸੀ, ਠੀਕ ਹੈ, ਡਰਾਫਟਿੰਗ ਕਮੇਟੀ, ਤਾਂ ਇਹਦੇ ਦੁਆਰਾ ਪੇਸ਼ ਕੀਤਾ ਜਿਹੜਾ ਖਰੜਾ, ਕਦੋਂ ਪੇਸ਼ ਕੀਤਾ ਇਹਨਾਂ ਨੇ? 21 ਫਰਵਰੀ 1948 ਨੂੰ। ਯਾਦ ਰੱਖਿਓ 21 ਫਰਵਰੀ 1948 ਨੂੰ ਸਾਰਾ ਢਾਂਚਾ ਤਿਆਰ ਕਰਕੇ ਡਾਕਟਰ BR ਅੰਬੇਦਕਰ ਨੇ ਪੇਸ਼ ਕਰਤਾ ਸੀ। ਠੀਕ ਹੈ, ਨੈਕਸਟ ਬਸ ਸਬਰ ਕਰੋ, ਥੋੜ੍ਹੇ ਜਿਹੇ ਕੁਐਸਚਨ ਰਹਿ ਗਏ। 69 ਸਾਰਿਆਂ ਨੂੰ ਆਉਂਦਾ। ਡੇਟ ਆਫ ਕਮੈਂਸਮੈਂਟ ਕਦੋਂ ਸਟਾਰਟਿੰਗ ਹੋਈ ਜੀ ਸੰਵਿਧਾਨ ਦੀ? 26 ਜਨਵਰੀ 1950। ਹੁਣੀ ਨੰਗੀ ਹੈ 26 ਜਨਵਰੀ, ਸਭ ਨੂੰ ਪਤਾ ਕਿ ਕੀ ਹਾਲਾਤ ਰਹੇ ਨੇ, ਹੈ ਨਾ। ਇਸ ਤੋਂ ਬਾਅਦ ਹੈ ਜੀ 70 ਨੰਬਰ 26 ਜਨਵਰੀ 2021 ਨੂੰ ਕਿਹੜਾ ਗਣਤੰਤਰ ਦਿਵਸ ਮਨਾਇਆ ਸੀ? ਅਸੀਂ ਮਨਾਇਆ ਜੀ 72ਵਾਂ 72nd ਰਿਪਬਲਿਕ ਡੇ ਆਫ ਇੰਡੀਆ ਔਨ 26 ਜਨਵਰੀ। ਠੀਕ ਹੈ,
70 ਨੰਬਰ ਕੁਐਸਚਨ ਆ, ਮੈਂ 60 ਨੰਬਰ कहता ਸੌਰੀ 70 ਨੰਬਰ ਕੁਐਸਚਨ ਹੈ 26 ਜਨਵਰੀ 2021 ਨੂੰ ਅਸੀਂ ਮਨਾਇਆ 72ਵਾਂ ਗਣਤੰਤਰ ਦਿਵਸ। ਤਾਂ ਇਹ ਸੀ ਸਾਡੇ ਅੱਜ ਦੇ ਟੋਟਲ 70 ਕੁਐਸਚਨ, ਵੈਰੀ ਇੰਪੋਰਟੈਂਟ, ਜਿਹੜੇ ਕਿ ਆਪਾਂ ਟ੍ਰਿਕਾਂ ਦੇ ਨਾਲ ਯਾਦ ਕੀਤੇ ਆ। ਤੇ ਇੱਕ ਦੋ ਵਾਰ ਤੁਸੀਂ ਲੈਕਚਰ ਦੇਖੋਗੇ ਚੰਗੀ ਤਰ੍ਹਾਂ ਤੁਹਾਨੂੰ ਯਾਦ ਹੋ ਜਾਣਾ ਤੇ ਕਦੇ ਵੀ ਤੁਸੀਂ ਨਹੀਂ ਭੁੱਲੋਗੇ, ਠੀਕ ਹੈ। ਜੇਕਰ ਤੁਹਾਨੂੰ ਆਪਣਾ ਇਹ ਅੱਜ ਦਾ ਲੈਕਚਰ ਪਸੰਦ ਆਇਆ ਤਾਂ ਬਹੁਤ ਜ਼ਿਆਦਾ ਮਿਹਨਤ ਲੱਗੀ, ਠੀਕ ਹੈ ਇਹਦੇ 'ਤੇ, ਤਾਂ ਜ਼ਰੂਰ ਆਈ ਥਿੰਕ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਕਮੈਂਟ ਕਰਕੇ ਤੁਸੀਂ ਸਾਰਿਆਂ ਨੇ ਜ਼ਰੂਰ ਦੱਸਣਾ ਕਿ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਲੈਕਚਰ। ਤੇ ਮੈਨੂੰ ਪਤਾ ਹੈ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਰਹੇਗਾ ਇਹ ਲੈਕਚਰ। ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਜੀ। ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ, ਤਾਂ ਕਿ ਮੈਨੂੰ ਪਤਾ ਚੱਲਦਾ ਰਹੇ ਕਿ ਕਿਸ ਤਰ੍ਹਾਂ ਤੁਸੀਂ ਰਿਸਪੌਂਸ ਦੇ ਰਹੇ ਹੋ ਆਪਣੇ ਇਹਨਾਂ ਸਾਰੇ ਯਤਨਾਂ ਨੂੰ। ਸੋ ਕਰਦੇ ਰਹੋ ਆਪਣੇ ਪੇਪਰ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਐਕਸਪੀਰੀਅੰਸ ਸਟੱਡੀ ਚੈਨਲ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।